ਪਿਆਰੇ ਵਿਦਿਆਰਥੀਓ ਸਤਿ ਸ਼੍ਰੀ ਅਕਾਲ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕੰਪਿਊਟਰ ਸਾਇੰਸ ਜਮਾਤ 10ਵੀਂ ਤੇ ਪਾਠ ਨੰਬਰ 2 HTML ਭਾਗ 1 ਲੈ ਕੇ ਹਾਜ਼ਰ ਹੋਏ ਹਾਂ। ਸੋ ਅੱਜ ਦੀ ਇਸ ਵੀਡੀਓ ਦੇ ਸਾਡੇ ਕੋਲ ਮੁੱਖ ਉਦੇਸ਼ ਨੇ, ਜਿਸ ਵਿੱਚ ਪਹਿਲਾ ਹੈ ਜਾਣ ਪਛਾਣ, ਦੂਜਾ HTML, ਤੀਸਰਾ HTML ਲਈ ਸੌਫਟਵੇਅਰ ਜ਼ਰੂਰਤਾਂ ਜਿਵੇਂ ਕਿ ਐਡੀਟਰ ਅਤੇ ਵੈਬ ਬਰਾਊਜ਼ਰ, ਚੌਥਾ ਟੈਗ ਅਤੇ ਐਟਰੀਬਿਊਟ, ਪੰਜਵਾਂ HTML ਡਾਕੂਮੈਂਟ ਦੀ ਮੁੱਢਲੀ ਬਣਤਰ, ਛੇਵਾਂ HTML ਵਿੱਚ ਫਾਰਮੈਟਿੰਗ ਕਰਨਾ ਅਤੇ ਇਸ ਪਾਠ ਦੇ ਅਖੀਰ ਵਿੱਚ ਅਸੀਂ ਇਸ ਪਾਠ ਦਾ ਅਭਿਆਸ ਕਰਾਂਗੇ। ਸੋ ਹੁਣ ਅਸੀਂ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਸਾਡੇ ਕੋਲ ਟੌਪਿਕ ਹੈ HTML ਨੂੰ ਜਾਣ ਪਛਾਣ। ਸੋ HTML ਨੂੰ ਸਾਲ 1991 ਵਿੱਚ ਟਿਮ ਬਰਨਰ-ਲੀ ਵੱਲੋਂ ਜਨੇਵਾ ਵਿਖੇ ਤਿਆਰ ਕੀਤਾ ਗਿਆ ਸੀ। ਸੋ ਸ਼ੁਰੂ ਵਿੱਚ HTML ਭਾਸ਼ਾ ਦੀ ਵਰਤੋਂ ਡਾਕੂਮੈਂਟ ਸ਼ੇਅਰ ਕਰਨ ਲਈ ਕੀਤੀ ਜਾਂਦੀ ਸੀ, ਪਰ ਬਾਅਦ ਵਿੱਚ HTML ਭਾਸ਼ਾ ਦੀ ਵਰਤੋਂ ਵੈਬ ਪੇਜ ਬਣਾਉਣ ਲਈ ਕੀਤੀ ਜਾਣ ਲੱਗ ਪਈ। ਸੋ HTML 1.0 ਦੇ ਸ਼ੁਰੂਆਤੀ ਵਰਜ਼ਨ ਤੋਂ ਲੈ ਕੇ ਹੁਣ ਤੱਕ ਦੇ 5.2 ਵਰਜ਼ਨ ਤੱਕ HTML ਨੇ ਬਹੁਤ ਵਿਕਾਸ ਕੀਤਾ ਹੈ ਅਤੇ ਵਰਲਡ ਵਾਈਡ ਵੈਬ ਕੰਸੋਰਟੀਅਮ ਨੇ ਵੀ ਕੁਝ ਮਿਆਰ ਨਿਰਧਾਰਿਤ ਕੀਤੇ ਹਨ ਤਾਂ ਜੋ ਸਾਰੇ ਵੈਬ ਬਰਾਊਜ਼ਰ ਇੱਕ ਸਾਂਝੇ ਮਿਆਰ ਦੀ ਪਾਲਣਾ ਕਰ ਸਕਣ। ਸੋ HTML ਦਾ ਪੂਰਾ ਨਾਮ ਹਾਈਪਰਟੈਕਸਟ ਮਾਰਕਅਪ ਲੈਂਗੁਏਜ ਹੈ ਅਤੇ ਇਸ ਦੀ ਵਰਤੋਂ ਵੈਬ ਪੇਜਾਂ ਨੂੰ ਡਿਜ਼ਾਈਨ ਕਰਨ ਲਈ ਕੀਤੀ ਜਾਂਦੀ ਹੈ। HTML ਸਾਨੂੰ ਟੈਕਸਟ, ਲਿਸਟਾਂ, ਇਮੇਜਿਸ, ਵੀਡੀਓ, ਆਡੀਓ, ਟੇਬਲ, ਫਰੇਮ, ਫਾਰਮ, ਹੈਡਿੰਗ ਆਦਿ ਨਾਲ ਵੈਬ ਪੰਨੇ ਬਣਾਉਣ ਦਾ ਇੱਕ ਸਾਧਨ ਪ੍ਰਦਾਨ ਕਰਦੀ ਹੈ। ਸੋ HTML ਦੇ ਵੈਬ ਪੇਜ ਵਿੱਚ ਦਿਖਾਈ ਦੇਣ ਵਾਲਾ ਸਾਰਾ ਕੁਝ ਵਿਸ਼ੇਸ਼ ਕਮਾਂਡਾਂ ਰਾਹੀਂ ਕੀਤਾ ਜਾਂਦਾ ਹੈ ਜਿਨ੍ਹਾਂ ਨੂੰ ਟੈਗ ਕਹਿੰਦੇ ਹਨ। ਸੋ HTML ਸਾਨੂੰ ਸਧਾਰਨ ਅਤੇ ਐਡਵਾਂਸ ਦੋਨਾਂ ਤਰ੍ਹਾਂ ਦੇ ਵੈਬ ਪੇਜਾਂ ਨੂੰ ਬਣਾਉਣ ਦੀ ਸਹੂਲਤ ਦਿੰਦਾ ਹੈ। ਸੋ ਹੁਣ ਅਸੀਂ HTML ਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਣ ਲੈਂਦੇ ਹਾਂ, ਜਿਸ ਵਿੱਚ ਪਹਿਲਾ ਹੈ HTML ਸੌਖੀ ਅਤੇ ਆਸਾਨ ਭਾਸ਼ਾ ਹੈ ਜਿਸ ਨੂੰ ਆਸਾਨੀ ਨਾਲ ਸਮਝਿਆ ਜਾ ਸਕਦਾ ਹੈ ਅਤੇ ਆਸਾਨੀ ਨਾਲ ਇਸ ਵਿੱਚ ਬਦਲਾਅ ਵੀ ਕੀਤੇ ਜਾ ਸਕਦੇ ਹਨ। ਦੂਸਰਾ, HTML ਨੂੰ ਕਿਸੇ ਵੀ ਪਲੇਟਫਾਰਮ ਤੇ ਚਲਾਇਆ ਜਾ ਸਕਦਾ ਹੈ। ਤੀਸਰਾ, HTML ਰਾਹੀਂ ਅਸੀਂ ਆਪਣੇ ਵੈਬ ਪੇਜ ਵਿੱਚ ਗ੍ਰਾਫਿਕਸ, ਵੀਡੀਓ, ਆਡੀਓ, ਇਮੇਜ ਆਦਿ ਨੂੰ ਸ਼ਾਮਲ ਕਰਕੇ ਵੈਬ ਪੇਜ ਨੂੰ ਆਕਰਸ਼ਿਤ ਬਣਾ ਸਕਦੇ ਹਾਂ। ਚੌਥਾ, HTML ਰਾਹੀਂ ਅਸੀਂ ਆਪਣੇ ਇੱਕ ਵੈਬ ਪੇਜ ਦਾ ਦੂਜੇ ਵੈਬ ਪੇਜ ਨਾਲ ਲਿੰਕ ਵੀ ਬਣਾ ਸਕਦੇ ਹਾਂ। ਪੰਜਵਾਂ, HTML ਵਿੱਚ ਟੈਗ ਪਹਿਲਾਂ ਤੋਂ ਪਰਿਭਾਸ਼ਿਤ ਹੋਣ ਕਰਕੇ ਇਹਨਾਂ ਨੂੰ ਸਿੱਖਣਾ ਆਸਾਨ ਹੈ। ਛੇਵਾਂ, HTML ਇੱਕ ਕੇਸ ਸੈਂਸਿਟਿਵ ਭਾਸ਼ਾ ਨਹੀਂ ਹੈ, ਭਾਵ ਇਸ ਵਿੱਚ ਟੈਗ ਨੂੰ ਛੋਟੇ ਜਾਂ ਵੱਡੇ ਅੱਖਰਾਂ ਵਿੱਚ ਲਿਖਿਆ ਜਾ ਸਕਦਾ ਹੈ। HTML ਬਾਰੇ ਅੱਗੇ ਹੋਰ ਪੜ੍ਹਨ ਤੋਂ ਪਹਿਲਾਂ ਅਸੀਂ ਇਹ ਜਾਣ ਲੈਂਦੇ ਹਾਂ ਕਿ ਵੈਬ ਪੇਜ ਕੀ ਹੁੰਦਾ ਹੈ। ਸੋ ਵੈਬ ਪੇਜ ਇੰਟਰਨੈਟ ਤੇ ਉਪਲਬਧ ਇੱਕ HTML ਡਾਕੂਮੈਂਟ ਹੁੰਦਾ ਹੈ ਜਿਸ ਨੂੰ ਵੈਬ ਬਰਾਊਜ਼ਰ ਰਾਹੀਂ ਪੜ੍ਹਿਆ ਜਾਂਦਾ ਹੈ। ਸੋ ਹਰੇਕ ਵੈਬ ਪੇਜ ਦਾ ਆਪਣਾ ਵੈਬ ਐਡਰੈਸ ਹੁੰਦਾ ਹੈ ਜਿਸ ਦੇ ਰਾਹੀਂ ਕੋਈ ਵੀ ਇਸ ਤੱਕ ਆਸਾਨੀ ਨਾਲ ਪਹੁੰਚ ਕਰ ਸਕਦਾ ਹੈ। ਸੋ ਵੈਬ ਪੇਜ ਵਿੱਚ ਟੈਕਸਟ ਦੇ ਨਾਲ ਗ੍ਰਾਫਿਕਸ, ਆਡੀਓ, ਵੀਡੀਓ, ਹਾਈਪਰਲਿੰਕ ਅਤੇ ਹੋਰ ਸੂਚਨਾ ਸ਼ਾਮਲ ਹੁੰਦੀ ਹੈ। ਸੋ ਵੈਬ ਪੇਜ ਨੂੰ ਬਣਾਉਣ ਲਈ HTML ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ। ਸੋ ਅੱਗੇ ਹੁਣ ਅਸੀਂ ਵੈਬਸਾਈਟ ਵੱਲ ਜਾਣਾਂਗੇ। ਸੋ ਵੈਬਸਾਈਟ ਵੈਬ ਪੇਜਾਂ ਦੇ ਸਮੂਹ ਨੂੰ ਕਹਿੰਦੇ ਹਨ ਅਤੇ ਇੱਕ ਵੈਬਸਾਈਟ ਵਿੱਚ ਬਹੁਤ ਸਾਰੇ ਵੈਬ ਪੇਜ ਹੁੰਦੇ ਹਨ ਅਤੇ ਹਰ ਇੱਕ ਵੈਬ ਪੇਜ ਵਿੱਚ ਵੱਖ-ਵੱਖ ਤਰ੍ਹਾਂ ਦੀ ਸੂਚਨਾ ਜਾਂ ਜਾਣਕਾਰੀ ਹੁੰਦੀ ਹੈ। ਸੋ ਵੈਬਸਾਈਟ ਦੇ ਮੁੱਖ ਪੇਜ ਨੂੰ ਹੋਮ ਪੇਜ ਕਿਹਾ ਜਾਂਦਾ ਹੈ ਜਿਸ ਵਿੱਚ ਕਈ ਲਿੰਕ ਦਿੱਤੇ ਗਏ ਹੁੰਦੇ ਹਨ। ਇਹਨਾਂ ਉੱਪਰ ਅਸੀਂ ਆਪਣੀ ਜ਼ਰੂਰਤ ਅਨੁਸਾਰ ਕਲਿੱਕ ਕਰਕੇ ਵੈਬ ਪੇਜਾਂ ਨੂੰ ਖੋਲ੍ਹ ਸਕਦੇ ਹਾਂ। ਸੋ ਹਰ ਵੈਬਸਾਈਟ ਦਾ ਆਪਣਾ ਇੱਕ ਵਿਲੱਖਣ ਐਡਰੈਸ ਹੁੰਦਾ ਹੈ ਜਿਸ ਨੂੰ URL, ਜਿਸ ਦਾ ਪੂਰਾ ਨਾਮ ਹੈ ਯੂਨੀਵਰਸਲ ਰਿਸੋਰਸ ਲੋਕੇਟਰ ਕਿਹਾ ਜਾਂਦਾ ਹੈ। ਸੋ ਅਸੀਂ ਇਸ URL ਰਾਹੀਂ ਕਿਸੇ ਵੀ ਵੈਬਸਾਈਟ ਤੱਕ ਪਹੁੰਚ ਸਕਦੇ ਹਾਂ। ਜਿਵੇਂ ਕਿ ਅਸੀਂ ਗੂਗਲ ਸਰਚ ਇੰਜਨ ਨੂੰ ਓਪਨ ਕਰਨਾ ਹੈ ਤਾਂ ਅਸੀਂ ਉਸਦਾ URL ਟਾਈਪ ਕਰਾਂਗੇ www.google.com। ਸੋ ਵੈਬਸਾਈਟ ਇੱਕੋ ਹੀ ਵਿਅਕਤੀ, ਗਰੁੱਪ, ਵਪਾਰ ਜਾਂ ਹੋਰ ਬਹੁਤ ਸਾਰੇ ਮੰਤਵਾਂ ਨੂੰ ਪੂਰਾ ਕਰਨ ਲਈ ਬਣਾਈਆਂ ਜਾਂਦੀਆਂ ਹਨ। ਹੁਣ ਅਸੀਂ ਜਾਣਾਂਗੇ ਵੀ ਅਸੀਂ HTML ਲਈ ਸਾਡੇ ਕੋਲ ਸੌਫਟਵੇਅਰ ਜ਼ਰੂਰਤਾਂ ਕੀ ਹਨ। ਸੋ HTML ਦੀ ਪ੍ਰੋਗਰਾਮਿੰਗ ਲਈ ਸਾਡੇ ਕੋਲ ਦੋ ਸੌਫਟਵੇਅਰ ਜ਼ਰੂਰਤਾਂ ਨੇ। ਪਹਿਲਾ ਹੈ ਟੈਕਸਟ ਐਡੀਟਰ, ਦੂਸਰਾ ਵੈਬ ਬਰਾਊਜ਼ਰ। ਸਭ ਤੋਂ ਪਹਿਲਾਂ ਅਸੀਂ ਟੈਕਸਟ ਐਡੀਟਰ ਬਾਰੇ ਜਾਣ ਲੈਂਦੇ ਹਾਂ। HTML ਦੀ ਵਰਤੋਂ ਨਾਲ ਵੈਬ ਪੇਜ ਬਣਾਉਣ ਲਈ ਸਾਨੂੰ ਇੱਕ ਸਧਾਰਨ ਟੈਕਸਟ ਐਡੀਟਰ ਨੋਟਪੈਡ ਦੀ ਜ਼ਰੂਰਤ ਪੈਂਦੀ ਹੈ। ਟੈਕਸਟ ਐਡੀਟਰ ਦੀ ਵਰਤੋਂ ਕਰਦੇ ਹੋਏ HTML ਫਾਈਲਾਂ ਬਣਾਉਣ ਅਤੇ ਸੇਵ ਕਰਨ ਲਈ .html ਜਾਂ .htm ਐਕਸਟੈਂਸ਼ਨਾਂ ਦੀ ਵਰਤੋਂ ਕੀਤੀ ਜਾਂਦੀ ਹੈ। HTML ਵਿੱਚ ਪ੍ਰੋਗਰਾਮਿੰਗ ਲਈ ਬਹੁਤ ਸਾਰੇ ਉੱਨਤ ਟੈਕਸਟ ਐਡੀਟਰ ਬਾਜ਼ਾਰ ਵਿੱਚ ਉਪਲਬਧ ਹਨ ਜਿਵੇਂ ਕਿ ਨੋਟਪੈਡ++, ਡ੍ਰੀਮਵੀਵਰ, ਸਬਲਾਈਮ, ਨੈਟਬੀਨਸ ਆਦਿ HTML ਕੋਡਿੰਗ ਲਿਖਣ ਅਤੇ ਐਡਿਟ ਕਰਨ ਲਈ ਵਰਤੇ ਜਾਂਦੇ ਹਨ। ਇਸੇ ਤਰ੍ਹਾਂ ਨੋਟਪੈਡ++ ਇੱਕ ਮੁਫਤ ਅਤੇ ਸ਼ਕਤੀਸ਼ਾਲੀ ਕੋਡ ਐਡੀਟਰ ਹੈ ਜਿਸ ਨੂੰ ਇੰਟਰਨੈਟ ਤੋਂ ਮੁਫਤ ਵਿੱਚ ਡਾਊਨਲੋਡ ਕੀਤਾ ਜਾ ਸਕਦਾ ਹੈ।
ਅਤੇ ਸਾਨੂੰ ਟੈਬ ਦੀ ਸਹੂਲਤ ਦਿੰਦਾ ਹੈ ਜਿਸ ਦੇ ਰਾਹੀਂ ਅਸੀਂ ਕਈ ਫਾਈਲਾਂ ਵਿੱਚ ਕੰਮ ਕਰ ਸਕਦੇ ਹਾਂ। ਹੁਣ ਅਸੀਂ Notepad++ ਜੋ ਕਿ ਇੱਕ ਟੈਕਸਟ ਐਡੀਟਰ ਹੈ ਉਸ ਨੂੰ ਅਸੀਂ ਹੁਣ ਇੰਟਰਨੈਟ ਤੋਂ ਕਿਵੇਂ ਡਾਊਨਲੋਡ ਕਰਨਾ ਹੈ ਵੈਬ ਬ੍ਰਾਊਜ਼ਰ ਦੀ ਵਰਤੋਂ ਕਰਦੇ ਹੋਏ ਉਸ ਬਾਰੇ ਅਸੀਂ ਸਿੱਖ ਲੈਂਦੇ ਹਾਂ। ਸੋ Notepad++ ਇੱਕ ਮੁਫਤ ਅਤੇ ਸ਼ਕਤੀਸ਼ਾਲੀ ਕੋਡ ਐਡੀਟਰ ਹੈ। ਸੋ ਸਭ ਤੋਂ ਪਹਿਲਾਂ ਹੁਣ ਅਸੀਂ ਇਸ ਨੂੰ ਖੋਲ੍ਹਣ ਲਈ ਆਪਣੇ ਕੰਪਿਊਟਰ ਦੇ ਵਿੱਚ ਜਿਹੜਾ ਵੈਬ ਬ੍ਰਾਊਜ਼ਰ ਹੈ ਕਿਸੇ ਵੈਬ ਬ੍ਰਾਊਜ਼ਰ ਨੂੰ ਤੁਸੀਂ ਓਪਨ ਕਰ ਸਕਦੇ ਹੋ ਜਿਵੇਂ ਕ੍ਰੋਮ, ਸਫਾਰੀ, ਮੋਜ਼ਿਲਾ ਆਦਿ। ਤੁਸੀਂ ਦੇਖ ਪਾ ਰਹੇ ਹੋ ਵੈਬ ਬ੍ਰਾਊਜ਼ਰ ਮੇਰੀ ਸਕਰੀਨ ਤੇ ਓਪਨ ਹੋ ਚੁੱਕਿਆ ਹੈ। ਸੋ ਹੁਣ ਮੈਂ ਇੱਥੇ ਪਹਿਲਾਂ ਗੂਗਲ ਸਰਚ ਇੰਜਨ ਨੂੰ ਓਪਨ ਕਰ ਲੈਣਾ। ਹੁਣ ਇਸ ਵਿੱਚ ਅਸੀਂ ਹੁਣ ਲਿਖਾਂਗੇ ਜਾਂ ਤਾਂ ਇਸ ਵਿੱਚ ਅਸੀਂ Notepad++ ਲਿਖ ਸਕਦੇ ਹਾਂ ਜਾਂ ਫਿਰ ਸਿੱਧਾ ਤੁਸੀਂ ਡਾਇਰੈਕਟਲੀ https://notepad++.org ਤੇ ਸਿੱਧਾ ਤੁਸੀਂ ਐਡਰੈਸ ਬਾਰ ਤੇ ਟਾਈਪ ਕਰਕੇ ਵੀ ਸਾਈਟ ਨੂੰ ਖੋਲ ਸਕਦੇ ਹੋ। ਅਸੀਂ ਹੁਣ ਇਸ ਵਿੱਚ ਡਾਊਨਲੋਡ Notepad++ ਤੇ ਕਲਿੱਕ ਕਰਾਂਗੇ। ਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਦੇਖ ਪਾ ਰਹੇ ਹੋ notepad++.org ਦਾ ਜਿਹੜਾ ਹੋਮ ਪੇਜ ਹੈ ਇਹ ਓਪਨ ਹੋ ਚੁੱਕਾ ਹੈ। ਇਸ ਵਿੱਚ Notepad++ ਦੇ ਕਾਫੀ ਸਾਰੇ ਵਰਜ਼ਨ ਹੈ। ਸੋ ਜਿਹੜਾ ਵੀ ਵਰਜ਼ਨ ਤੁਸੀਂ ਇੰਸਟਾਲ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ। ਜਿਵੇਂ ਮੈਂ ਇਹਦਾ ਕਰੰਟ ਵਰਜ਼ਨ Notepad 8.4 ਇਸ ਤੇ ਕਲਿੱਕ ਕਰ ਲੈਣਾ। ਕਲਿੱਕ ਕਰਨ ਤੋਂ ਬਾਅਦ ਤੁਸੀਂ ਇਹ ਦੇਖ ਲੈਣਾ ਹੈ ਕਿ ਤੁਹਾਡਾ ਕੰਪਿਊਟਰ 64 ਬਿਟ ਨੂੰ ਸਪੋਰਟ ਕਰਦਾ ਹੈ ਜਾਂ 32 ਬਿਟ ਨੂੰ। ਸੋ ਉਸ ਹਿਸਾਬ ਨਾਲ ਤੁਸੀਂ ਆਪਣੇ ਕੰਪਿਊਟਰ ਦੀ ਕਨਫੀਗਰੇਸ਼ਨ ਦੇ ਹਿਸਾਬ ਨਾਲ ਤੁਸੀਂ ਜਿਹੜਾ Notepad++ ਦਾ ਸੌਫਟਵੇਅਰ ਡਾਊਨਲੋਡ ਕਰ ਸਕਦੇ ਹੋ। ਜਿਵੇਂ ਮੇਰਾ ਲੈਪਟਾਪ 64 ਬਿਟ ਨੂੰ ਸਪੋਰਟ ਕਰਦਾ ਤਾਂ ਮੈਂ 64 ਬਿਟ ਡਾਊਨਲੋਡ ਤੇ ਕਲਿੱਕ ਕਰਾਂਗਾ ਤੇ ਦੇਖ ਪਾ ਰਹੇ ਕਿ ਇਹ ਜਿਹੜੀ ਫਾਈਲ ਹੈ 4.3 MB ਦੀ ਹੈ। ਇਹ ਫਾਈਲ ਡਾਊਨਲੋਡ ਹੋ ਚੁੱਕੀ ਹੈ। ਅਸੀਂ ਇੱਥੇ ਡਬਲ ਕਲਿੱਕ ਕਰਾਂਗੇ। ਇਸ ਤੇ ਕਲਿੱਕ ਕਰਨ ਤੋਂ ਬਾਅਦ ਇਸ ਵੈਬ ਪੇਜ ਨੂੰ ਇਮੇਜ ਕਰ ਲੈਣੀ। ਇਸ ਵਿੱਚ ਆ ਰਿਹਾ ਪਲੀਜ਼ ਸਿਲੈਕਟ ਲੈਂਗੁਏਜ, ਸਟੈਂਡਰਡ ਲੈਂਗੁਏਜ ਇੰਗਲਿਸ਼ ਹੀ ਹੈ। ਸੋ ਸਿਲੈਕਟਡ ਰਹਿਣ ਦਾਂਗੇ, ਓਕੇ ਤੇ ਕਲਿੱਕ ਕਰਾਂਗੇ। ਤੋਂ ਬਾਅਦ ਨੈਕਸਟ ਤੇ ਕਲਿੱਕ ਕਰਾਂਗੇ। ਨੈਕਸਟ ਕਲਿੱਕ ਕਰਨ ਤੋਂ ਬਾਅਦ ਲਾਇਸੈਂਸ ਐਗਰੀਮੈਂਟ ਆ ਗਿਆ ਵੀ ਕੀ ਤੁਸੀਂ ਇਸ ਦਾ ਲਾਇਸੈਂਸ ਐਗਰੀਮੈਂਟ ਨਾਲ ਸਹਿਮਤ ਹੋ। ਆਈ ਐਗਰੀ ਕਰ ਦਾਂਗੇ। ਨੈਕਸਟ ਉਸ ਤੋਂ ਬਾਅਦ ਜਿਹੜਾ ਸੌਫਟਵੇਅਰ ਇੰਸਟਾਲ ਹੋਣਾ ਸ਼ੁਰੂ ਹੋ ਗਿਆ। ਸੋ ਇਹ ਜਿਹੜਾ Notepad++ ਸੌਫਟਵੇਅਰ ਦਾ ਸੈਟਅਪ ਹੈ ਹੁਣ ਇੰਸਟਾਲ ਹੋ ਚੁੱਕਿਆ। ਫਿਨਿਸ਼ ਤੇ ਕਲਿੱਕ ਕਰਾਂਗੇ। ਫਿਨਿਸ਼ ਤੇ ਕਲਿੱਕ ਕਰਨ ਤੋਂ ਬਾਅਦ ਦੇਖ ਪਾ ਰਹੇ ਇਸ ਤਰ੍ਹਾਂ ਦੇ ਨਾਲ Notepad++ ਐਪਲੀਕੇਸ਼ਨ ਦਾ ਇੰਟਰਫੇਸ ਕੁਝ ਇਸ ਤਰ੍ਹਾਂ ਦੇ ਨਾਲ ਨਜ਼ਰ ਆਏਗਾ। ਸੋ ਇਸ ਵਿੱਚ ਸਾਡੇ ਕੋਲ ਜਿਵੇਂ ਅਸੀਂ ਪਹਿਲਾਂ ਤੱਕ ਪ੍ਰੋਗਰਾਮ ਵਿੱਚ ਨਜ਼ਰ ਆ ਰਿਹਾ। ਸੋ Notepad++ ਦਾ ਮੇਨ ਜਿਹੜਾ ਫਾਇਦਾ ਇਹ ਹੈ ਇਸ ਵਿੱਚ ਅਸੀਂ ਸੇਮ ਟਾਈਮ ਤੇ ਇੱਕ ਤੋਂ ਜ਼ਿਆਦਾ ਫਾਈਲਾਂ ਵਿੱਚ ਕੰਮ ਕਰ ਸਕਦੇ ਹਾਂ। ਅਸੀਂ ਨਿਊ ਫਾਈਲ ਐਡ ਕੀਤੀ ਸੀ, ਇਹ ਪੁਰਾਣੀ ਫਾਈਲ ਹੈ। ਤੋ ਜਦ ਕਿ ਦੂਸਰੇ ਜੇਕਰ ਅਸੀਂ Notepad ਦੀ ਗੱਲ ਕਰੀਏ ਜਿਹੜਾ ਵਿੰਡੋ ਵਿੱਚ ਪਹਿਲਾਂ ਤੋਂ ਆਉਂਦਾ, ਜੇਕਰ Notepad ਦੇ ਵਿੱਚ ਅਸੀਂ ਕੋਈ HTML ਪ੍ਰੋਗਰਾਮ ਬਣਾਉਂਦੇ ਹਾਂ ਤਾਂ ਸਾਨੂੰ ਉਸ ਪ੍ਰੋਗਰਾਮ ਨੂੰ ਚਲਾਉਣ ਲਈ ਵੱਖਰੇ ਤੌਰ ਤੇ ਵੈਬ ਬਰਾਊਜ਼ਰ ਨੂੰ ਖੋਲ੍ਹਣਾ ਪੈਂਦਾ ਹੈ। ਮਗਰ Notepad++ ਹੈ ਇਹ ਸਾਨੂੰ ਇੱਕ ਫੀਚਰ ਪ੍ਰੋਵਾਈਡ ਕਰਦਾ ਹੈ ਕਿ ਅਸੀਂ ਇਸੇ ਵਿੱਚ ਹੀ ਪ੍ਰੋਗਰਾਮ ਬਣਾ ਕੇ ਇਸੇ ਸੌਫਟਵੇਅਰ ਵਿੱਚ ਹੀ ਪ੍ਰੋਗਰਾਮ ਨੂੰ ਵੈਬ ਬਰਾਊਜ਼ਰ ਮਤਲਬ ਰਨ ਵੀ ਕਰ ਸਕਦੇ ਹਾਂ। ਉਹਦੇ ਲਈ ਅਸੀਂ ਕਿਵੇਂ ਰਨ ਕਰਾਂਗੇ, ਅਸੀਂ ਫਾਈਲ ਤੇ ਜਾਵਾਂਗੇ। ਫਾਈਲ ਦੇ ਵਿੱਚ ਓਪਨ ਇਨ ਡਿਫਾਲਟ ਵਿਊਅਰ ਇੱਥੇ ਅਸੀਂ ਕਲਿੱਕ ਕਰਾਂਗੇ। ਤੁਸੀਂ ਦੇਖ ਪਾ ਰਹੇ ਜਿਹੜਾ ਮਾਈਕਰੋਸਾਫਟ ਐਜ ਡਿਫਾਲਟ ਜਿਹੜਾ ਤੁਹਾਡੇ ਕੰਪਿਊਟਰ ਦਾ ਬਰਾਊਜ਼ਰ ਹੋਏਗਾ ਉਸ ਵਿੱਚ ਤੁਹਾਡੇ ਇਸ ਪ੍ਰੋਗਰਾਮ ਨੂੰ ਰਨ ਕਰਕੇ ਇਹ ਦਿਖਾ ਦੇਗਾ। ਅੱਗੇ ਸਾਡੇ ਕੋਲ ਹੈ ਵੈਬ ਬਰਾਊਜ਼ਰ। ਸੋ ਵੈਬ ਬਰਾਊਜ਼ਰ ਇੱਕ ਕੰਪਿਊਟਰ ਪ੍ਰੋਗਰਾਮ ਹੈ ਜੋ ਇੰਟਰਨੈਟ ਵਿੱਚ ਮੌਜੂਦ ਵੈਬ ਪੇਜਾਂ ਨੂੰ ਯੂਜ਼ਰ ਲਈ ਸਰਚ ਕਰਕੇ ਮਨੁੱਖੀ ਭਾਸ਼ਾ ਵਿੱਚ ਅਨੁਵਾਦ ਕਰਦਾ ਹੈ। ਇਹਨਾਂ ਵੈਬ ਪੇਜਾਂ ਵਿੱਚ ਮੌਜੂਦ ਜਾਣਕਾਰੀ ਵਿੱਚ ਗ੍ਰਾਫਿਕਸ, ਮਲਟੀਮੀਡੀਆ, ਸਧਾਰਨ ਟੈਕਸਟ ਸ਼ਾਮਲ ਹੁੰਦਾ ਹੈ। ਸੋ ਇੱਕ ਵੈਬ ਬਰਾਊਜ਼ਰ ਵੈਬ ਨਿਯਮਾਂ ਦੇ ਅਨੁਸਾਰ ਵੈਬ ਪੇਜਾਂ ਤੋਂ ਡਾਟਾ ਪ੍ਰਾਪਤ ਕਰਦਾ ਹੈ। ਸੋ ਕੁਝ ਮੁੱਖ ਸਾਡੇ ਕੋਲ ਵੈਬ ਬਰਾਊਜ਼ਰ ਜਿਸ ਵਿੱਚ ਪਹਿਲਾ ਹੈ ਓਪੇਰਾ, ਦੂਸਰਾ ਗੂਗਲ ਕ੍ਰੋਮ, ਤੀਸਰਾ ਸਫਾਰੀ, ਚੌਥਾ ਮੋਜ਼ਿਲਾ ਫਾਇਰਫੌਕਸ, ਪੰਜਵਾਂ ਇੰਟਰਨੈਟ ਐਕਸਪਲੋਰਰ, ਛੇਵਾਂ ਮਾਈਕਰੋਸਾਫਟ ਐਜ। ਅੱਗੇ ਹੁਣ ਅਸੀਂ ਟੈਗ ਬਾਰੇ ਜਾਣ ਲੈਣੇ ਟੈਗ ਕੀ ਹੁੰਦੇ ਨੇ।
ਸੋ HTML ਇੱਕ ਟੈਗ ਆਧਾਰਿਤ ਭਾਸ਼ਾ ਹੈ ਅਤੇ ਇਹਨਾਂ ਨੂੰ ਐਲੀਮੈਂਟ ਵੀ ਕਿਹਾ ਜਾਂਦਾ ਹੈ ਜੋ ਕਿ ਪਹਿਲਾਂ ਤੋਂ ਹੀ ਨਿਰਧਾਰਿਤ ਕੀਤੇ ਗਏ ਹੁੰਦੇ ਹਨ। ਸੋ ਟੈਗ ਇੱਕ ਵਿਸ਼ੇਸ਼ ਕਿਸਮ ਦੀਆਂ ਹਦਾਇਤਾਂ ਹੁੰਦੀਆਂ ਹਨ ਜੋ HTML ਡਾਕੂਮੈਂਟ ਵਿੱਚ ਵੈਬ ਪੇਜਾਂ ਨੂੰ ਡਿਜ਼ਾਈਨ ਕਰਨ ਲਈ ਵਰਤੇ ਜਾਂਦੇ ਹਨ। ਸੋ HTML ਦਸਤਾਵੇਜ਼ਾਂ ਵਿੱਚ ਹਰੇਕ ਓਪਨਿੰਗ ਐਂਗਲ ਬ੍ਰੈਕਟ ਨਾਲ ਸ਼ੁਰੂ ਹੁੰਦਾ ਹੈ ਅਤੇ ਕਲੋਜ਼ਿੰਗ ਐਂਗਲ ਬ੍ਰੈਕਟ ਨਾਲ ਖਤਮ ਹੁੰਦਾ ਹੈ। ਸੋ ਜੇਕਰ ਟੈਕਸਟ ਨੂੰ ਟੈਗ ਵਿੱਚ ਪਰਿਭਾਸ਼ਿਤ ਨਾ ਕੀਤਾ ਜਾਵੇ ਤਾਂ ਇਹ ਸਧਾਰਨ ਟੈਕਸਟ ਵਾਂਗ ਦਿਖਾਈ ਦਿੰਦਾ ਹੈ। ਸੋ ਟੈਗ ਵੈਬ ਪੇਜ ਨੂੰ ਇਹ ਨਿਰਦੇਸ਼ ਦਿੰਦੇ ਹਨ ਕਿ ਉਹ ਵੈਬ ਪੇਜ ਦੇ ਕੰਟੈਂਟ ਨੂੰ ਕਿਵੇਂ ਫਾਰਮੈਟ ਅਤੇ ਪ੍ਰਦਰਸ਼ਿਤ ਕਰਨਗੇ। ਸੋ HTML ਸਿੰਟੈਕਸ HTML ਟੈਗ ਦੇ 3 ਭਾਗ ਹੁੰਦੇ ਹਨ, ਜਿਵੇਂ ਕਿ ਅਸੀਂ ਇਸ ਫੋਟੋ ਦੇਖ ਪਾ ਰਹੇ ਹਾਂ। ਪਹਿਲਾਂ ਸਾਡੇ ਕੋਲ ਹੈ ਹੈਡਿੰਗ 1 ਦਾ ਓਪਨਿੰਗ ਟੈਗ ਅਤੇ ਲਾਸਟ ਵਿੱਚ ਹੈਡਿੰਗ 1 ਦਾ ਕਲੋਜ਼ਿੰਗ ਟੈਗ। ਤਾਂ ਓਪਨਿੰਗ ਟੈਗ ਅਤੇ ਕਲੋਜ਼ਿੰਗ ਟੈਗ ਦੇ ਵਿੱਚ ਉਹ ਅਸੀਂ ਕੰਟੈਂਟ ਲਿਖਦੇ ਹਾਂ ਜਿਸ ਨੂੰ ਅਸੀਂ ਫਾਰਮੈਟ ਕਰਨਾ ਚਾਹੁੰਦੇ ਹਾਂ। ਸੋ ਇਸ ਵਿੱਚ ਜਿਹੜਾ ਹੈਡਿੰਗ 1 ਟੈਗ ਹੈ ਉਹ ਹੈਲੋ ਵਰਲਡ ਨੂੰ ਵੱਡੇ ਅੱਖਰਾਂ ਵਿੱਚ ਦਿਖਾਏਗਾ। ਸੋ ਇਹ ਸਾਡੇ ਕੋਲ HTML ਐਲੀਮੈਂਟ ਦੇ 3 ਭਾਗ ਹੁੰਦੇ ਹਨ, ਓਪਨਿੰਗ ਟੈਗ, ਕੰਟੈਂਟ ਤੇ ਕਲੋਜ਼ਿੰਗ ਟੈਗ। ਅੱਗੇ ਹੁਣ ਅਸੀਂ HTML ਟੈਗ ਦੀਆਂ ਕਿਸਮਾਂ ਬਾਰੇ ਜਾਣਾਂਗੇ। ਸੋ HTML ਟੈਗ 2 ਤਰ੍ਹਾਂ ਦੇ ਹੁੰਦੇ ਹਨ, ਜਿਸ ਵਿੱਚ ਪਹਿਲਾ ਹੈ ਪੇਅਰ ਟੈਗ, ਦੂਸਰਾ ਅਨਪੇਅਰ ਟੈਗ। ਪਹਿਲਾਂ ਅਸੀਂ ਪੇਅਰ ਟੈਗ ਦੀ ਬਾਰੇ ਗੱਲ ਕਰਾਂਗੇ। ਪੇਅਰ ਟੈਗ ਨੂੰ ਕੰਟੇਨਰ ਜਾਂ ਕੰਪੈਨੀਅਨ ਟੈਗ ਵੀ ਕਿਹਾ ਜਾਂਦਾ ਹੈ। ਇਸ ਦੇ 3 ਭਾਗ ਹੁੰਦੇ ਹਨ, ਪਹਿਲਾ ਓਪਨਿੰਗ ਟੈਗ ਜੋ ਕਿ ਟੈਗ ਨਾਮ ਨਾਲ ਸ਼ੁਰੂ ਹੁੰਦਾ ਹੈ, ਦੂਜਾ ਕੰਟੈਂਟ ਜਿਸ ਉੱਪਰ ਟੈਗ ਦਾ ਪ੍ਰਭਾਵ ਲਾਗੂ ਕਰਨਾ ਹੁੰਦਾ ਹੈ ਅਤੇ ਤੀਜਾ ਕਲੋਜ਼ਿੰਗ ਟੈਗ ਜੋ ਕਿ / ਟੈਗ ਨਾਲ ਖਤਮ ਹੁੰਦਾ ਹੈ। ਸੋ ਉਦਾਹਰਨ ਦੇ ਲਈ ਲੈਫਟ ਐਂਗਲ ਬ੍ਰੈਕਟ U, ਰਾਈਟ ਐਂਗਲ ਬ੍ਰੈਕਟ ਸੈਂਪਲ ਟੈਕਸਟ, ਲੈਫਟ ਐਂਗਲ ਬ੍ਰੈਕਟ / U, ਰਾਈਟ ਐਂਗਲ ਬ੍ਰੈਕਟ। ਸੋ ਇਸ ਵਿੱਚ ਜਿਹੜਾ U ਟੈਗ ਹੈ ਇਹ ਅੰਡਰਲਾਈਨ ਟੈਗ ਨੂੰ ਦਰਸਾ ਰਿਹਾ ਹੈ। ਸੋ ਇਹ ਸਾਡੇ ਕੋਲ ਕੰਟੇਨਰ ਟੈਗ ਹੈ, ਇਸ ਲਈ ਇਸ ਦਾ ਇੱਕ ਓਪਨਿੰਗ ਟੈਗ ਅਤੇ ਸੈਂਪਲ ਟੈਕਸਟ ਤੋਂ ਬਾਅਦ ਇਸ ਦਾ ਇੱਕ ਕਲੋਜ਼ਿੰਗ ਟੈਗ ਹੈ। ਜਿਹੜਾ ਸੈਂਪਲ ਟੈਕਸਟ ਹੈ ਇਹ ਸਾਨੂੰ ਇੱਕ ਕੰਟੈਂਟ ਨੂੰ ਦਰਸਾ ਰਿਹਾ ਜਿਸ ਦੇ ਉੱਪਰ ਅਸੀਂ ਫਾਰਮੈਟਿੰਗ ਲਾਗੂ ਕਰਨਾ ਚਾਹ ਰਹੇ ਹਾਂ। ਅੱਗੇ ਸਾਡੇ ਕੋਲ ਦੂਸਰਾ ਹੈ ਅਨਪੇਅਰ ਟੈਗ। ਸੋ ਅਨਪੇਅਰ ਟੈਗ ਨੂੰ ਸਿੰਗੂਲਰ, ਐਮਪਟੀ ਜਾਂ ਖਾਲੀ ਟੈਗ ਵੀ ਕਹਿੰਦੇ ਹਨ ਅਤੇ ਇਸ ਵਿੱਚ ਕੇਵਲ ਇੱਕ ਓਪਨਿੰਗ ਟੈਗ ਹੀ ਹੁੰਦਾ ਹੈ ਕਿਉਂਕਿ ਇਸ ਵਿੱਚ ਕੋਈ ਕੰਟੈਂਟ ਜਾਂ ਟੈਕਸਟ ਨਹੀਂ ਹੁੰਦਾ। ਐਮਪਟੀ ਟੈਗ ਦਾ ਕੋਈ ਵੀ ਕਲੋਜ਼ਿੰਗ ਟੈਗ ਨਹੀਂ ਹੁੰਦਾ ਕਿਉਂਕਿ ਇਹ ਇਕੱਲੇ ਹੀ ਹੁੰਦੇ ਹਨ। ਜਿਵੇਂ ਕਿ ਉਦਾਹਰਨ ਦੇ ਲਈ HR ਟੈਗ, BR ਟੈਗ ਆਦਿ। ਸੋ HR ਦਾ ਪੂਰਾ ਨਾਮ ਹੈ ਹੌਰੀਜ਼ੌਂਟਲ ਰੂਲ, BR ਦਾ ਪੂਰਾ ਨਾਮ ਹੈ ਬ੍ਰੇਕ ਰੋ। ਅੱਗੇ ਹੁਣ ਅਸੀਂ ਐਟਰੀਬਿਊਟ ਬਾਰੇ ਜਾਣ ਲੈਂਦੇ ਹਾਂ। ਸੋ ਐਟਰੀਬਿਊਟ ਇੱਕ ਟੈਗ ਦੀ ਵਿਸ਼ੇਸ਼ਤਾ ਨੂੰ ਦਰਸਾਉਂਦਾ ਹੈ ਅਤੇ ਐਟਰੀਬਿਊਟ ਦੀ ਵਰਤੋਂ HTML ਟੈਗ ਬਾਰੇ ਵਧੇਰੇ ਜਾਣਕਾਰੀ ਪ੍ਰਦਾਨ ਕਰਨ ਲਈ ਕੀਤੀ ਜਾਂਦੀ ਹੈ। ਐਟਰੀਬਿਊਟ ਐਲੀਮੈਂਟ ਦੇ ਓਪਨਿੰਗ ਟੈਗ ਦਾ ਹਿੱਸਾ ਹੁੰਦਾ ਹੈ ਅਤੇ ਐਟਰੀਬਿਊਟ ਦੀਆਂ ਕਿਸਮਾਂ ਵਰਤੇ ਜਾ ਰਹੇ ਟੈਗ ਤੇ ਨਿਰਭਰ ਕਰਦੀਆਂ ਹਨ। ਸੋ ਉਦਾਹਰਨ ਦੇ ਲਈ ਜਿਵੇਂ ਕਿ ਅਸੀਂ ਦੇਖ ਪਾ ਰਹੇ ਹਾਂ, ਲੈਫਟ ਐਂਗਲ ਬ੍ਰੈਕਟ P ਸਪੇਸ ਦੇ ਕੇ ਅਲਾਈਨ ਬਰਾਬਰ ਡਬਲ ਕੋਡ ਵਿੱਚ ਅਸੀਂ ਲਿਖਿਆ ਹੈ ਕਿ ਅਸੀਂ ਅਲਾਈਨਮੈਂਟ ਕੀ ਕਰਨੀ ਹੈ, ਇਹਦੀ ਸੈਂਟਰ ਵਿੱਚ ਕਰਨੀ ਹੈ। ਉਸ ਤੋਂ ਬਾਅਦ ਰਾਈਟ ਐਂਗਲ ਬ੍ਰੈਕਟ ਕਲੋਜ਼, ਦਿਸ ਇਜ਼ ਅ ਸੈਂਪਲ ਪੈਰਾਗ੍ਰਾਫ। ਉਸ ਤੋਂ ਬਾਅਦ ਅਸੀਂ ਪੈਰਾਗ੍ਰਾਫ ਟੈਗ ਦਾ ਕਲੋਜ਼ਿੰਗ ਟੈਗ ਲਗਾ ਦਿੱਤਾ ਹੈ। ਸੋ ਇਹ ਜਿਹੜਾ ਸਾਡੇ ਕੋਲ ਉਦਾਹਰਨ ਹੈ, ਇਸ ਵਿੱਚ ਜਿਹੜਾ P ਹੈ, P ਸਾਡੇ ਕੋਲ ਓਪਨਿੰਗ ਟੈਗ ਹੈ। ਜਿਹੜਾ ਅਲਾਈਨ ਹੈ, ਅਲਾਈਨ ਸਾਡੇ ਕੋਲ ਐਟਰੀਬਿਊਟ ਹੈ ਜੋ ਕਿ ਟੈਗ ਦੀ ਵਿਸ਼ੇਸ਼ਤਾ ਨੂੰ ਦਰਸਾ ਰਿਹਾ, ਯਾਨੀ ਕਿ ਪੈਰਾਗ੍ਰਾਫ ਦੇ ਵਿੱਚ ਅਸੀਂ ਹੋਰ ਕੀ ਚੀਜ਼ਾਂ ਲਗਾ ਸਕਦੇ ਹਾਂ। ਸੋ ਪੈਰਾਗ੍ਰਾਫ ਦਾ ਜਿਹੜਾ ਐਟਰੀਬਿਊਟ ਹੈ ਉਹ ਅਲਾਈਨ ਹੈ। ਅਲਾਈਨਮੈਂਟ ਸਾਨੂੰ ਦੱਸਦਾ ਹੈ ਵੀ ਅਸੀਂ ਦਿਸ ਇਜ਼ ਅ ਸਿੰਪਲ ਪੈਰਾਗ੍ਰਾਫ ਨੂੰ ਖੱਬੇ ਲਗਾਉਣਾ ਚਾਹੁੰਦੇ ਹਾਂ, ਪੇਜ ਦੇ ਵਿਚਕਾਰ ਸੈੱਟ ਕਰਨਾ ਚਾਹੁੰਦੇ ਹਾਂ ਜਾਂ ਪੇਜ ਦੇ ਅਖੀਰ ਵੀ ਸੈੱਟ ਕਰਨਾ ਚਾਹੁੰਦੇ ਹਾਂ। ਤਾਂ ਅਸੀਂ ਇਸ ਦੀਆਂ ਤਿੰਨੋਂ ਅਲਾਈਨਮੈਂਟ ਲੈਫਟ, ਸੈਂਟਰ ਅਤੇ ਲੈਫਟ, ਸੈਂਟਰ ਅਤੇ ਰਾਈਟ ਲਗਾ ਸਕਦੇ ਹਾਂ। ਸੋ ਇਸ ਵਿੱਚ ਜਿਹੜਾ ਸੈਂਟਰ ਹੈ, ਸੈਂਟਰ ਐਟਰੀਬਿਊਟ ਦੇ ਮੁੱਲ ਨੂੰ ਦਰਸਾ ਰਿਹਾ। ਸੋ ਵਿਚਕਾਰ ਦਿਸ ਇਜ਼ ਸੈਂਪਲ ਪੈਰਾਗ੍ਰਾਫ ਕੰਟੈਂਟ ਨੂੰ ਸ਼ੋ ਕਰ ਰਿਹਾ ਅਤੇ ਇਸ ਦੇ ਅਖੀਰ ਵਿੱਚ ਅਸੀਂ ਕਲੋਜ਼ਿੰਗ ਟੈਗ ਨੂੰ ਲਗਾਇਆ ਹੋਇਆ। ਸੋ ਅੱਗੇ ਸਾਡੇ ਕੋਲ HTML ਡਾਕੂਮੈਂਟ ਦੀ ਮੁੱਢਲੀ ਬਣਤਰ ਕੀ ਹੈ। ਸੋ HTML ਡਾਕੂਮੈਂਟ ਦੀ ਮੁੱਢਲੀ ਬਣਤਰ ਨੂੰ ਅਸੀਂ 2 ਭਾਗਾਂ ਵਿੱਚ ਵੰਡ ਸਕਦੇ ਹਾਂ, ਜਿਸ ਵਿੱਚ ਪਹਿਲਾ ਹੈ ਹੈਡ ਭਾਗ ਅਤੇ ਦੂਸਰਾ ਹੈ ਬੋਡੀ ਭਾਗ। ਇਸ ਨੂੰ ਅਸੀਂ ਇੱਕ ਚਿੱਤਰ ਹੀ ਸਮਝ ਲੈਂਦੇ ਹਾਂ। ਜਿਵੇਂ ਕਿ ਸੱਜੇ ਪਾਸੇ ਦੇਖ ਪਾ ਰਹੇ ਹੋ ਵੀ ਇੱਕ HTML ਦਸਤਾਵੇਜ਼ ਜਾਂ ਡਾਕੂਮੈਂਟ ਦਾ ਸਭ ਤੋਂ ਪਹਿਲਾ ਟੈਗ ਹੁੰਦਾ HTML। ਸੋ HTML ਦੇ ਨਾਲ ਇਸ ਦਾ ਇੱਕ ਕਲੋਜ਼ਿੰਗ ਟੈਗ ਹੁੰਦਾ ਹੈ। ਸੋ HTML ਟੈਗ ਦੇ ਨਾਲ ਇਸ ਦੇ ਵਿੱਚ ਅਸੀਂ 2 ਤਰ੍ਹਾਂ ਦੇ ਟੈਗ ਲਿਖਦੇ ਹਾਂ। ਸਭ ਤੋਂ ਪਹਿਲਾਂ ਸਾਡੇ ਕੋਲ ਆਉਂਦਾ ਹੈਡ ਭਾਗ। ਸੋ ਹੈਡ ਭਾਗ ਦੇ ਵਿੱਚ ਅਸੀਂ
ਵੈਬ ਪੇਜ ਦਾ ਜਿਹੜਾ ਸਿਰਲੇਖ ਹੈ ਜਾਂ ਟਾਈਟਲ ਹੈ ਉਸ ਨੂੰ ਨਿਰਧਾਰਿਤ ਕਰ ਸਕਦੇ ਹਾਂ, ਜਾਂ ਕੋਈ ਸਕ੍ਰਿਪਟਿੰਗ ਵਗੈਰਾ ਉਹ ਵੀ ਅਸੀਂ ਹੈਡ ਭਾਗ ਦੇ ਵਿੱਚ ਹੀ ਦਰਸਾਉਂਦੇ ਹਾਂ। ਦੂਸਰਾ ਸਾਡੇ ਕੋਲ ਇਸ ਦਾ ਭਾਗ ਹੈ ਬੋਡੀ ਭਾਗ। ਸੋ ਸਾਡੇ ਵੈਬ ਪੇਜ ਦੇ ਬੋਡੀ ਵਿੱਚ ਚਾਹੇ ਉਹ ਟੈਕਸਟ ਹੈ, ਵੀਡੀਓ, ਆਡੀਓ ਤੋਂ ਇਲਾਵਾ ਕੋਈ ਪਿਕਚਰ ਹੈ, ਪਿਕਚਰ ਤੋਂ ਇਲਾਵਾ ਕੋਈ ਸ਼ੇਪਸ ਹੈ, ਸੋ ਕਿਸੇ ਤਰ੍ਹਾਂ ਦਾ ਕੋਈ ਵੀ ਕੰਟੈਂਟ ਹੈ ਉਹ ਸਾਰਾ ਬੋਡੀ ਟੈਗ ਦੇ ਸ਼ੁਰੂਆਤੀ ਅਤੇ ਅਖੀਰਲੇ ਟੈਗ ਦੇ ਵਿਚਕਾਰ ਹੀ ਲਿਖਿਆ ਜਾਂਦਾ ਹੈ। ਸੋ ਇਸ ਪੂਰੇ ਫਾਈਲ ਨੂੰ ਅਸੀਂ ਕਹਾਂਗੇ HTML ਡਾਕੂਮੈਂਟ ਜਾਂ ਦਸਤਾਵੇਜ਼। ਸੋ ਅੱਗੇ ਹੁਣ ਅਸੀਂ ਸਭ ਤੋਂ ਪਹਿਲਾਂ ਹੈਡ ਭਾਗ ਬਾਰੇ ਜਾਣ ਲੈਂਦੇ ਹਾਂ। ਸੋ ਹੈਡ ਟੈਗ ਵੈਬ ਪੇਜ ਦੇ ਸਿਰਲੇਖ ਜਾਂ ਟਾਈਟਲ ਬਾਰੇ ਜਾਣਕਾਰੀ ਦਿੰਦਾ ਹੈ, ਜਿਵੇਂ ਕਿ ਪੇਜ ਦਾ ਟਾਈਟਲ, ਮੈਟਾ ਡਾਟਾ ਬਾਰੇ ਜਾਣਕਾਰੀ ਆਦਿ। ਸੋ ਮੈਟਾ ਡਾਟਾ HTML ਪੇਜ ਦੇ ਡਾਟਾ ਜਾਂ ਕੰਟੈਂਟ ਨਾਲ ਸੰਬੰਧਿਤ ਜਾਣਕਾਰੀ ਦਰਸਾਉਂਦਾ ਹੈ, ਉਦਾਹਰਨ ਲਈ ਸਰਚ ਇੰਜਨਾਂ ਵੱਲੋਂ ਵਰਤੇ ਜਾਣ ਵਾਲੇ ਕੀਵਰਡ ਆਦਿ। ਸੋ ਹੈਡ ਟੈਗ ਨੂੰ ਵੈਬ ਪੇਜ ਲਈ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ। ਇਹ ਇੱਕ ਪੇਅਰ ਟੈਗ ਹੈ ਅਤੇ ਹੈਡ ਟੈਗ ਨਾਲ ਸ਼ੁਰੂ ਅਤੇ ਹੈਡ ਦੇ ਕਲੋਜ਼ਿੰਗ ਟੈਗ ਨਾਲ ਬੰਦ ਹੁੰਦਾ ਹੈ। ਸੋ HTML ਦਸਤਾਵੇਜ਼ ਦੇ ਹੈਡ ਭਾਗ ਵਿੱਚ ਵੱਖ-ਵੱਖ ਕਿਸਮਾਂ ਦੇ ਟੈਗ ਵੱਖ-ਵੱਖ ਉਦੇਸ਼ਾਂ ਲਈ ਵਰਤੇ ਜਾਂਦੇ ਹਨ, ਜਿਵੇਂ ਕਿ ਸਭ ਤੋਂ ਪਹਿਲਾਂ ਟਾਈਟਲ। ਸੋ ਇਸ ਦੀ ਵਰਤੋਂ HTML ਦਸਤਾਵੇਜ਼ ਦੇ ਸਿਰਲੇਖ ਨੂੰ ਨਿਰਧਾਰਿਤ ਕਰਨ ਲਈ ਕੀਤੀ ਜਾਂਦੀ ਹੈ। ਦੂਸਰਾ ਹੈ ਮੈਟਾ। ਸੋ ਇਸ ਦੀ ਵਰਤੋਂ HTML ਦਸਤਾਵੇਜ਼ਾਂ ਦੇ ਮੈਟਾ ਡਾਟਾ ਨੂੰ ਦਰਸਾਉਣ ਲਈ ਕੀਤੀ ਜਾਂਦੀ ਹੈ। ਤੀਸਰਾ ਹੈ ਸਟਾਈਲ। ਇਸ ਦੀ ਵਰਤੋਂ HTML ਦਸਤਾਵੇਜ਼ ਵਿੱਚ ਸਟਾਈਲ ਸ਼ੀਟ ਯਾਨੀ ਕਿ ਕਾਸਕੇਡਿੰਗ ਸਟਾਈਲ ਸ਼ੀਟ ਦੀਆਂ ਫਾਈਲਾਂ ਨੂੰ ਪਰਿਭਾਸ਼ਿਤ ਕਰਨ ਲਈ ਕੀਤੀ ਜਾਂਦੀ ਹੈ। ਚੌਥਾ ਹੈ ਸਕ੍ਰਿਪਟ। ਸੋ ਇਸ ਦੀ ਵਰਤੋਂ HTML ਦਸਤਾਵੇਜ਼ਾਂ ਵਿੱਚ ਸਕ੍ਰਿਪਟਿੰਗ ਭਾਸ਼ਾਵਾਂ ਦੇ ਕੋਡ ਜਿਵੇਂ ਕਿ ਜਾਵਾਸਕ੍ਰਿਪਟ, PHP, ASP ਦਾਖਲ ਕਰਨ ਲਈ ਕੀਤੀ ਜਾਂਦੀ ਹੈ। ਪੰਜਵਾਂ ਹੈ ਲਿੰਕ। ਇਸ ਦੀ ਵਰਤੋਂ HTML ਦਸਤਾਵੇਜ਼ਾਂ ਦੇ ਨਾਲ ਬਾਹਰੀ ਫਾਈਲਾਂ ਜੋ ਕਿ HTML ਦਸਤਾਵੇਜ਼ ਵਿੱਚ ਵਰਤੀਆਂ ਜਾਣਗੀਆਂ ਤੇ ਲਿੰਕ ਨੂੰ ਪਰਿਭਾਸ਼ਿਤ ਕਰਨ ਲਈ ਵਰਤਿਆ ਜਾਂਦਾ ਹੈ। ਦੂਸਰਾ ਸਾਡੇ ਕੋਲ ਭਾਗ ਹੈ ਬੋਡੀ ਭਾਗ। ਸੋ ਬੋਡੀ ਭਾਗ ਵਿੱਚ ਅਸਲ ਜਾਣਕਾਰੀ ਹੁੰਦੀ ਹੈ ਜੋ ਅਸੀਂ ਵੈਬ ਪੇਜ ਤੇ ਪ੍ਰਦਰਸ਼ਿਤ ਕਰਨਾ ਚਾਹੁੰਦੇ ਹਾਂ, ਅਤੇ ਬੋਡੀ ਭਾਗ ਨੂੰ ਬੋਡੀ ਟੈਗ ਦੁਆਰਾ ਪਰਿਭਾਸ਼ਿਤ ਕੀਤਾ ਜਾਂਦਾ ਹੈ ਜੋ ਕਿ ਇੱਕ ਪੇਅਰ ਟੈਗ ਹੈ। ਸੋ ਬੋਡੀ ਟੈਗ ਵੈਬ ਬਰਾਊਜ਼ਰ ਵਿੱਚ ਵੈਬ ਪੰਨੇ ਦੇ ਲੋਡ ਹੋਣ ਤੇ ਵੈਬ ਪੇਜ ਦੀ ਅਸਲ ਜਾਣਕਾਰੀ ਪ੍ਰਦਰਸ਼ਿਤ ਕਰਦਾ ਹੈ। ਇਸ ਵਿੱਚ ਟੈਕਸਟ, ਚਿੱਤਰ, ਆਡੀਓ, ਵੀਡੀਓ ਆਦਿ ਦੇ ਤੱਤ ਸ਼ਾਮਲ ਹੋ ਸਕਦੇ ਹਨ। ਇਹ ਬੋਡੀ ਟੈਗ ਨਾਲ ਸ਼ੁਰੂ ਅਤੇ ਬੋਡੀ ਦੇ ਕਲੋਜ਼ਿੰਗ ਟੈਗ ਨਾਲ ਬੰਦ ਹੁੰਦਾ ਹੈ। ਸੋ ਹੁਣ ਅਸੀਂ HTML ਦਸਤਾਵੇਜ਼ ਦੀ ਮੁੱਢਲੀ ਬਣਤਰ ਅਨੁਸਾਰ ਇੱਕ ਵੈਬ ਪੇਜ ਬਣਾਉਣ ਬਾਰੇ ਸਿੱਖ ਲੈਂਦੇ ਹਾਂ। ਸੋ HTML ਦਸਤਾਵੇਜ਼ ਬਣਾਉਣ ਦਾ ਸਭ ਤੋਂ ਪਹਿਲਾਂ ਤੁਹਾਡੇ ਕੋਲ ਸਟੈਪ ਹੈ ਕੋਈ ਵੀ ਟੈਕਸਟ ਐਡੀਟਰ, ਨੋਟਪੈਡ ਜਾਂ ਨੋਟਪੈਡ++ ਓਪਨ ਕਰੋ। ਸੋ ਨੋਟਪੈਡ++ ਵਿੱਚ ਨਵੀਂ ਪ੍ਰੋਗਰਾਮ ਫਾਈਲ ਬਣਾਉਣ ਲਈ ਫਾਈਲ ਦੇ ਅੰਦਰ ਨਿਊ ਆਪਸ਼ਨ ਉੱਪਰ ਕਲਿੱਕ ਕਰੋ ਜਾਂ ਸ਼ਾਰਟਕਟ ਕੀ Ctrl+N ਦੀ ਵਰਤੋਂ ਕਰੋ। ਹੁਣ ਸੱਜੇ ਹੱਥ ਵੱਲ ਦਿੱਤੇ ਗਏ ਪ੍ਰੋਗਰਾਮ ਨੂੰ ਟਾਈਪ ਕਰੋ। ਸੋ ਜਿਵੇਂ ਤੁਸੀਂ ਪਹਿਲਾਂ ਦੇਖ ਰਹੇ ਹੋ ਡਾਕੂਮੈਂਟ ਟਾਈਪ HTML। ਸੋ ਇਹ HTML ਦੇ ਵਰਜਨ ਨੂੰ ਬਿਆਨ ਕਰਦਾ ਹੈ ਕਿ ਅਸੀਂ ਆਪਣੇ HTML ਡਾਕੂਮੈਂਟ ਵਿੱਚ HTML ਦੇ ਵਰਜਨ 5 ਦੀ ਵਰਤੋਂ ਕਰ ਰਹੇ ਹਾਂ। ਸੋ ਇਹ ਟੈਗ ਸਿਰਫ ਇੱਕ ਵਾਰ ਡਾਕੂਮੈਂਟ ਦੇ ਸਿਖਰ ਤੇ ਲਿਖਿਆ ਜਾਣਾ ਚਾਹੀਦਾ ਹੈ। ਦੂਸਰਾ ਸਾਡੇ ਕੋਲ ਹੈ HTML ਦਾ ਓਪਨਿੰਗ ਅਤੇ ਕਲੋਜ਼ਿੰਗ ਟੈਗ। ਸੋ ਇਸ ਨੂੰ ਵੀ ਅਸੀਂ ਇੱਕ ਵਾਰ ਲਿਖਦੇ ਹਾਂ। ਸੋ HTML ਟੈਗ HTML ਦੇ ਡਾਕੂਮੈਂਟ ਨੂੰ ਪਰਿਭਾਸ਼ਿਤ ਕਰਦਾ ਹੈ। ਤੀਸਰਾ ਸਾਡੇ ਕੋਲ ਹੈ ਹੈਡ ਟੈਗ। ਸੋ ਹੈਡ ਟੈਗ ਇੱਕ ਵੈਬ ਪੇਜ ਦੇ ਟਾਈਟਲ ਜਾਂ ਸਿਰਲੇਖ ਨੂੰ ਪਰਿਭਾਸ਼ਿਤ ਕਰਦਾ ਹੈ। ਇਸ ਵਿੱਚ ਅਸੀਂ ਸਕ੍ਰਿਪਟ ਜਾਂ ਲਿੰਕ ਵਗੈਰਾ ਵੀ ਦਰਸਾ ਸਕਦੇ ਹਾਂ। ਉਸ ਤੋਂ ਬਾਅਦ ਸਾਡੇ ਕੋਲ ਹੈ ਬੋਡੀ ਟੈਗ। ਬੋਡੀ ਟੈਗ ਦੇ ਵਿੱਚ ਅਸੀਂ ਆਪਣੀ ਵੈਬ ਪੇਜ ਦੇ ਬੋਡੀ ਦੇ ਵਿੱਚ ਜੋ ਵੱਖ-ਵੱਖ ਤਰ੍ਹਾਂ ਦੇ ਕੰਟੈਂਟ ਜਾਂ ਮੀਡੀਆ ਪ੍ਰਦਰਸ਼ਿਤ ਕਰ ਸਕਦੇ ਹਾਂ, ਉਹ ਸਾਰਾ ਕੁਝ ਅਸੀਂ ਬੋਡੀ ਟੈਗ ਦੇ ਅੰਦਰ ਪਰਿਭਾਸ਼ਿਤ ਕਰਦੇ ਹਾਂ। ਸੋ ਟੈਕਸਟ ਐਡੀਟਰ ਵਿੱਚ HTML ਪ੍ਰੋਗਰਾਮ ਲਿਖਣ ਤੋਂ ਬਾਅਦ ਇਸ ਨੂੰ ਫਾਈਲ ਦੇ ਅੰਦਰ ਸੇਵ ਆਪਸ਼ਨ ਜਾਂ ਸ਼ਾਰਟਕਟ ਕੀ Ctrl+S ਦੀ ਮਦਦ ਨਾਲ ਸੇਵ ਕਰੋ। ਫਾਈਲ ਨੂੰ ਸੇਵ ਕਰਦੇ ਹੋਏ ਇਸ ਦੇ ਨਾਲ HTML ਦਸਤਾਵੇਜ਼ ਦੀ ਐਕਸਟੈਂਸ਼ਨ .html ਜਾਂ .htm ਟਾਈਪ ਕਰਨਾ ਨਾ ਭੁੱਲੋ। ਸੋ ਬੱਚੇ, ਹੁਣ ਤੱਕ ਦੀ ਇਸ ਵੀਡੀਓ ਦੇ ਵਿੱਚ ਅਸੀਂ ਪੜ੍ਹ ਚੁੱਕੇ ਹਾਂ ਕਿ ਸਾਨੂੰ HTML ਦਸਤਾਵੇਜ਼ ਬਣਾਉਣ ਲਈ ਇੱਕ ਟੈਕਸਟ ਐਡੀਟਰ ਦੀ ਜ਼ਰੂਰਤ ਪਵੇਗੀ ਅਤੇ ਉਸ HTML ਦਸਤਾਵੇਜ਼ ਨੂੰ ਪੜ੍ਹਨ ਲਈ ਸਾਨੂੰ ਇੱਕ ਵੈਬ ਬਰਾਊਜ਼ਰ ਦੀ ਜ਼ਰੂਰਤ ਪਵੇਗੀ। ਸੋ ਇਹ ਦੋਨੋਂ ਸੌਫਟਵੇਅਰ ਸਾਨੂੰ ਨੋਟਪੈਡ++ ਦੇ ਵਿੱਚ ਹੀ ਉਪਲਬਧ ਹੋ ਜਾਣਗੇ। ਸਰਚ ਬਾਕਸ 'ਤੇ ਜਾਂਦੇ ਹਾਂ, ਇੱਥੇ ਹੁਣ ਅਸੀਂ ਟਾਈਪ ਕਰਾਂਗੇ ਦੁਬਾਰਾ ਤੋਂ ਨੋਟਪੈਡ++। ਦੇਖ ਪਾ ਰਹੇ ਹੋ ਨੋਟਪੈਡ++ ਦਾ ਆਈਕਨ ਆ ਗਿਆ। ਸੋ ਤੁਸੀਂ ਦੇਖ ਪਾ ਰਹੇ ਹੋ ਨੋਟਪੈਡ++ ਜਿਹੜਾ ਸੌਫਟਵੇਅਰ ਆ ਉਹ ਜਿਹੜਾ ਇੰਟਰਫੇਸ ਆ ਕੁਝ ਇਸ ਤਰ੍ਹਾਂ ਦੇ ਨਾਲ ਨਜ਼ਰ ਆਏਗਾ। ਸੋ ਅਸੀਂ ਹੁਣ ਸਭ ਤੋਂ ਪਹਿਲਾਂ ਇੱਕ ਨਿਊ ਫਾਈਲ ਕ੍ਰੀਏਟ ਕਰਨੀ ਹੈ। ਨਿਊ ਫਾਈਲ ਕ੍ਰੀਏਟ ਕਰਨ ਦੇ ਲਈ ਅਸੀਂ
फाइल टैब ਤੇ ਜਾਵਾਂਗੇ। फाइल टैब ਤੇ ਆਉਣ ਤੋਂ ਬਾਅਦ ਨਿਊ ਟੈਬ ਤੇ ਕਲਿੱਕ ਕਰਾਂਗੇ। ਤਾਂ ਦੇਖ ਪਾ ਰਹੇ ਇੱਕ ਨਿਊ ਟੈਬ ਜਿਹੜਾ ਓਪਨ ਹੋ ਚੁੱਕਿਆ ਹੈ। ਸੋ ਨੋਟਪੈਡ++ ਦੇ ਵਿੱਚ ਜਿੰਨੀਆਂ ਵੀ ਅਸੀਂ ਫਾਈਲ ਖੋਲਾਂਗੇ ਉਹ ਸਾਰੀਆਂ ਟੈਬ ਦੇ ਫਾਰਮੈਟ ਵਿੱਚ ਇਸ ਤਰ੍ਹਾਂ ਸਾਨੂੰ ਬਟਨ ਦੇ ਰੂਪ ਵਿੱਚ ਇੱਥੇ ਨਜ਼ਰ ਆਉਣਗੀਆਂ। ਸੋ ਨੋਟਪੈਡ++ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਸ ਵਿੱਚ ਅਸੀਂ ਇੱਕ ਤੋਂ ਜ਼ਿਆਦਾ ਫਾਈਲਾਂ ਦੇ ਵਿੱਚ ਕੰਮ ਕਰ ਸਕਦੇ ਨੇ। ਸੋ ਸਾਰੀਆਂ ਜਿਹੜੀਆਂ ਫਾਈਲਾਂ ਇਸ ਟੈਬ ਦੇ ਰੂਪ ਵਿੱਚ ਸ਼ੋ ਹੋਣਗੀਆਂ। ਸੋ ਹੁਣ ਜਿਵੇਂ ਕਿ ਦੇਖ ਪਾ ਰਹੇ ਹੋ ਮੈਂ ਇਸ ਵਿੱਚ ਇੱਕ ਪ੍ਰੋਗਰਾਮ ਟਾਈਪ ਕਰ ਚੁੱਕਿਆ ਹਾਂ। ਸੋ ਇਸ ਪ੍ਰੋਗਰਾਮ ਨੂੰ ਪਹਿਲਾਂ ਅਸੀਂ ਸਮਝ ਲੈਂਦੇ ਹਾਂ। ਸਭ ਤੋਂ ਪਹਿਲਾਂ ਸਾਡੇ ਕੋਲ ਹੈ ਡਾਕੂਮੈਂਟ ਟਾਈਪ HTML। ਸੋ ਡਾਕੂਮੈਂਟ ਟਾਈਪ HTML ਦੇ ਵਰਜ਼ਨ 5 ਨੂੰ ਦਰਸਾ ਰਿਹਾ ਹੈ ਕਿ ਅਸੀਂ HTML ਦਾ ਵਰਜ਼ਨ 5 ਵਰਤ ਰਹੇ ਹਾਂ। ਉਸ ਤੋਂ ਬਾਅਦ ਸਾਡੇ ਕੋਲ HTML ਟੈਗ, HTML ਡਾਕੂਮੈਂਟ ਓਪਨਿੰਗ ਟੈਗ HTML ਨਾਲ ਸ਼ੁਰੂ ਅਤੇ HTML ਨਾਲ ਬੰਦ ਹੁੰਦਾ ਹੈ ਅਤੇ ਇਹਨਾਂ ਟੈਗ ਵਿਚਕਾਰ ਹੀ ਡਾਕੂਮੈਂਟ ਦੇ ਸਾਰੇ ਕੰਟੈਂਟ ਸਮੇਤ ਜਿਵੇਂ ਕਿ ਹੈਡ ਅਤੇ ਬੋਡੀ ਭਾਗ ਲਿਖੇ ਜਾਂਦੇ ਹਨ। ਸੋ HTML ਟੈਗ ਡਾਕੂਮੈਂਟ ਦੇ ਰੂਟ ਦੇ ਤੌਰ ਤੇ ਕੰਮ ਕਰਦਾ ਹੈ। ਸੋ ਇਹ ਟੈਗ ਪੂਰੇ ਡਾਕੂਮੈਂਟ ਵਿੱਚ ਸਿਰਫ ਇੱਕ ਵਾਰ ਹੀ ਲਿਖਿਆ ਜਾਂ ਵਰਤਿਆ ਜਾਣਾ ਚਾਹੀਦਾ ਹੈ। ਸੋ HTML ਡਾਕੂਮੈਂਟ ਦੇ ਦੋ ਭਾਗ ਹੁੰਦੇ ਨੇ, ਅੱਗੇ ਇੱਕ ਹੈਡ ਹੈ, ਦੂਸਰਾ ਸਾਡੇ ਕੋਲ ਹੈ ਬੋਡੀ ਭਾਗ। ਸੋ ਪਹਿਲਾਂ ਅਸੀਂ ਗੱਲ ਕਰਾਂਗੇ ਹੈਡ ਟੈਗ ਦੀ। ਸੋ ਹੈਡ ਟੈਗ ਦੇ ਵਿੱਚ ਟਾਈਟਲ ਟੈਗ ਹੁੰਦਾ ਹੈ। ਸੋ ਟਾਈਟਲ ਟੈਗ ਜਿਹੜਾ ਵੀ ਵੈਬ ਪੇਜ ਜਦੋਂ ਇਸ ਪ੍ਰੋਗਰਾਮ ਤੋਂ ਇਸਦਾ ਇੱਕ ਵੈਬ ਪੇਜ ਬਣੇਗਾ, ਸੋ ਉਸ ਵੈਬ ਪੇਜ ਦਾ ਜਿਹੜਾ ਟਾਈਟਲ ਹੋਏਗਾ ਜਿਹਦੇ ਇੱਥੇ ਨੋਟਪੈਡ+ ਲਿਖਿਆ ਹੋਇਆ, ਸੋ ਉਸ ਸਿਰਲੇਖ ਨੂੰ ਸੈੱਟ ਕਰਨ ਲਈ ਅਸੀਂ ਟਾਈਟਲ ਟੈਗ ਦੀ ਵਰਤੋਂ ਕਰਦੇ ਹਾਂ। ਉਸ ਤੋਂ ਬਾਅਦ ਸਾਡੇ ਕੋਲ ਹੈ ਬੋਡੀ ਟੈਗ। ਸੋ ਬੋਡੀ ਟੈਗ ਸਾਨੂੰ ਦਰਸਾਉਂਦਾ ਹੈ ਕਿ ਜੋ ਵੀ ਸਾਨੂੰ ਸ਼ੀਟ ਦੇ ਵਿੱਚ ਜਾਂ ਵੈਬ ਪੇਜ ਦੀ ਸ਼ੀਟ ਦੇ ਵਿੱਚ ਜੋ ਵੀ ਸਾਨੂੰ ਲਿਖਿਆ ਹੋਇਆ ਨਜ਼ਰ ਆਏਗਾ, ਚਾਹੇ ਉਸ ਵਿੱਚ ਕੋਈ ਟੈਕਸਟ ਲਿਖਿਆ ਹੋਇਆ, ਕੁਝ ਫੋਟੋ ਲਗਾਈ ਹੋਈ ਹੈ, ਕੋਈ ਵੀਡੀਓ ਚੱਲ ਰਹੀ ਹੈ ਜਾਂ ਕੋਈ ਆਡੀਓ ਪਲੇ ਹੋ ਰਹੀ ਹੈ, ਸੋ ਸਾਰੇ ਜਿਹੜੇ ਕੰਟੈਂਟ ਹੈ ਉਹ ਅਸੀਂ ਬੋਡੀ ਦੇ ਵਿੱਚ ਮੈਂਸ਼ਨ ਕਰ ਸਕਦੇ ਹਾਂ। ਸੋ ਸਭ ਤੋਂ ਪਹਿਲਾਂ ਅਸੀਂ ਹੁਣ ਇਹ ਪ੍ਰੋਗਰਾਮ ਨੂੰ ਬਣਾ ਚੁੱਕੇ ਹਾਂ। ਪ੍ਰੋਗਰਾਮ ਨੂੰ ਬਣਾਉਣ ਤੋਂ ਬਾਅਦ ਅਸੀਂ ਫਾਈਲ ਤੇ ਕਲਿੱਕ ਕਰਾਂਗੇ। ਫਾਈਲ ਤੇ ਕਲਿੱਕ ਕਰਨ ਤੋਂ ਬਾਅਦ ਸੇਵ ਆਪਸ਼ਨ ਤੇ ਕਲਿੱਕ ਕਰਾਂਗੇ। ਸੇਵ ਆਪਸ਼ਨ ਤੇ ਕਲਿੱਕ ਕਰਨ ਤੋਂ ਬਾਅਦ ਅਸੀਂ ਹੁਣ ਇਸ ਫਾਈਲ ਨੂੰ ਸੇਵ ਕਰਾਂਗੇ ਸੈਂਪਲ। ਸੋ ਜੋ ਵੀ ਨਾਮ ਤੁਸੀਂ ਰੱਖਣਾ ਚਾਹੁੰਦੇ ਹੋ ਉਹ ਆਪਣੀ ਫਾਈਲ ਦਾ ਨਾਮ ਰੱਖ ਸਕਦੇ ਹੋ। ਸੋ ਫਾਈਲ ਦਾ ਨਾਮ ਰੱਖਣ ਤੋਂ ਬਾਅਦ ਤੁਸੀਂ ਇਸ ਫਾਈਲ ਨੂੰ .html ਜਾਂ .htm ਦੋਵਾਂ ਚੋਂ ਕਿਸੇ ਵੀ ਐਕਸਟੈਂਸ਼ਨ ਦੇ ਨਾਲ ਤੁਸੀਂ ਇਸ ਨੂੰ ਸੇਵ ਕਰ ਸਕਦੇ ਹੋ, .html ਜਾਂ .htm। ਇਸ ਨੂੰ ਲਿਖਣ ਤੋਂ ਬਾਅਦ ਅਸੀਂ ਇਸ ਦੀ ਲੋਕੇਸ਼ਨ ਵੱਲੋਂ ਡੈਸਕਟਾਪ ਚੂਜ਼ ਕਰ ਲੈਂਦੇ। ਚੂਜ਼ ਕਰਨ ਤੋਂ ਬਾਅਦ ਸੇਵ ਕਰਾਂਗੇ ਤਾਂ ਦੇਖ ਪਾ ਰਹੇ ਸਾਡੀ ਫਾਈਲ sample.html ਨਾਮ ਦੇ ਨਾਲ ਇਹ ਫਾਈਲ ਸੇਵ ਹੋ ਚੁੱਕੀ ਹੈ। ਤਾਂ ਹੁਣ ਫਾਈਲ ਨੂੰ ਸੇਵ ਹੋਣ ਤੋਂ ਬਾਅਦ ਇਸ ਜਿਹੜੇ ਟੈਗ ਹੈ ਉਹ ਨੀਲੇ ਅੱਖਰਾਂ ਵਿੱਚ ਨਜ਼ਰ ਆਉਣਗੇ। ਜੋ ਅਸੀਂ ਇਸ ਵਿੱਚ ਜਿਹੜਾ ਟੈਕਸਟ ਫਾਰਮੈਟ ਕਰਵਾ ਰਹੇ ਹਾਂ ਜਾਂ ਪ੍ਰਿੰਟ ਕਰਵਾਉਣਾ ਚਾਹ ਰਹੇ ਹਾਂ ਉਹ ਸਾਰੇ ਸਾਨੂੰ ਬਲੈਕ ਕਲਰ ਅੱਖਰਾਂ 'ਚ ਨਜ਼ਰ ਆਏਗਾ। ਜਿਵੇਂ ਮੈਂ HTML ਟੈਗ ਤੇ ਕਲਿੱਕ ਕਰਦਾ ਤੇ ਉਸ ਦਾ ਓਪਨਿੰਗ ਅਤੇ ਕਲੋਜ਼ਿੰਗ ਟੈਗ ਦਰਸਾਏਗਾ। ਜਿਵੇਂ ਕਿ ਦੇਖ ਲੈਂਦੇ ਹਾਂ ਇਹ ਦਿਖਾ ਰਿਹਾ ਹੈ ਕਿ HTML ਦਾ ਕਲੋਜ਼ਿੰਗ ਟੈਗ ਸਭ ਤੋਂ ਐਂਡ 'ਚ ਲੱਗਾ ਹੋਇਆ। ਉਸ ਤੋਂ ਬਾਅਦ ਜੇਕਰ ਮੈਂ ਲੱਭਣਾ ਹੋਵੇ ਹੈਡ ਟੈਗ ਦਾ ਕਲੋਜ਼ਿੰਗ ਟੈਗ ਕਿੱਥੇ ਆ, ਉਹ ਆ ਰਿਹਾ। ਉਸੇ ਤਰ੍ਹਾਂ ਦੇ ਨਾਲ ਟਾਈਟਲ ਦਾ, ਬੋਡੀ ਦਾ, ਹੈਡਿੰਗ ਲੈਵਲ 1 ਦਾ, ਪੈਰਾਗ੍ਰਾਫ ਟੈਗ ਦਾ। ਇਸ ਵਿੱਚ ਸਾਨੂੰ ਇਹ ਫਾਇਦਾ ਹੈ ਕਿ ਅਸੀਂ ਇਹ ਵੀ ਚੈੱਕ ਕਰ ਸਕਦੇ ਹਾਂ ਵੀ ਸਾਡੇ ਜਿਹੜੇ ਕੰਟੇਨਰ ਟੈਗ ਹੈ ਜਾਂ ਪੇਅਰ ਟੈਗ ਹੈ ਉਸ ਦਾ ਕਲੋਜ਼ਿੰਗ ਟੈਗ ਕਿੱਥੇ ਹੈ। ਅਗਲਾ ਸਾਡੇ ਕੋਲ ਟੌਪਿਕ ਹੈ HTML ਦਸਤਾਵੇਜ਼ ਦੀ ਮੁੱਢਲੀ ਬਣਤਰ ਵਾਲੀ ਵੈਬ ਪੇਜ ਨੂੰ ਦੇਖਣਾ। ਸੋ ਸਭ ਤੋਂ ਪਹਿਲਾਂ ਨੋਟਪੈਡ++ ਵਿੱਚ HTML ਪ੍ਰੋਗਰਾਮ ਲਿਖਣ ਤੋਂ ਬਾਅਦ ਜਦੋਂ ਅਸੀਂ ਇਸ ਨੂੰ .html ਜਾਂ .htm ਐਕਸਟੈਂਸ਼ਨ ਨਾਲ ਸੇਵ ਕਰ ਦਿੰਦੇ ਹਾਂ ਤਾਂ ਇਹ ਫਾਈਲ ਸੇਵ ਹੋਣ ਤੋਂ ਬਾਅਦ ਵੈਬ ਬਰਾਊਜ਼ਰ ਵਿੱਚ ਇੱਕ ਵੈਬ ਪੇਜ ਦੇ ਰੂਪ ਵਿੱਚ ਓਪਨ ਹੁੰਦੀ ਹੈ। ਸੋ ਨੋਟਪੈਡ++ ਇੰਟਰਫੇਸ ਵਿੱਚ ਪ੍ਰੋਗਰਾਮ ਫਾਈਲ ਦੇ ਟੈਬ ਤੇ ਰਾਈਟ ਕਲਿੱਕ ਕਰਕੇ ਉਸ ਵਿੱਚੋਂ ਓਪਨ ਇਨ ਡਿਫਾਲਟ ਬਰਾਊਜ਼ਰ ਆਪਸ਼ਨ ਦੀ ਚੋਣ ਕਰਕੇ ਅਸੀਂ ਆਪਣੇ ਮਨਪਸੰਦ ਬਰਾਊਜ਼ਰ ਨੂੰ HTML ਦਸਤਾਵੇਜ਼ ਦਾ ਨਤੀਜਾ ਦੇਖਣ ਲਈ ਸੈੱਟ ਕਰ ਸਕਦੇ ਹਾਂ। ਸੋ ਜਦੋਂ ਅਸੀਂ ਇਸ ਪ੍ਰੋਗਰਾਮ ਨੂੰ ਬਣਾ ਲਿਆ, ਹੁਣ ਅਸੀਂ ਇਸ ਪ੍ਰੋਗਰਾਮ ਨੂੰ ਬਣਾਉਣ ਤੋਂ ਬਾਅਦ ਅਸੀਂ ਹੁਣ ਇਸ ਨੂੰ ਚਲਾ ਕੇ ਦੇਖਾਂਗੇ। ਸੋ ਨੋਟਪੈਡ++ ਦੇ ਵਿੱਚ ਸਾਨੂੰ ਪ੍ਰੋਗਰਾਮ ਨੂੰ ਵੱਖਰੇ ਤੌਰ ਤੇ ਵੈਬ ਬਰਾਊਜ਼ਰ ਵਿੱਚ ਖੋਲ੍ਹਣ ਦੀ ਜ਼ਰੂਰਤ ਨਹੀਂ ਪੈਂਦੀ। ਅਸੀਂ ਇਸੇ ਸੌਫਟਵੇਅਰ ਵਿੱਚ ਫਾਈਲ ਤੇ ਜਾਵਾਂਗੇ, ਫਾਈਲ ਤੋਂ ਬਾਅਦ ਓਪਨ ਇਨ ਡਿਫਾਲਟ ਬਰਾਊਜ਼ਰ। ਸੋ ਜੋ ਵੀ ਸਾਡੇ ਕੰਪਿਊਟਰ ਦਾ ਡਿਫਾਲਟ ਬਰਾਊਜ਼ਰ ਹੋਏਗਾ ਉਹਦੇ ਵਿੱਚ ਅਸੀਂ ਇਸ ਫਾਈਲ ਨੂੰ ਵਿਊ ਕਰ ਸਕਦੇ ਹਾਂ। ਸੋ ਜਿਵੇਂ ਅਸੀਂ ਇਸ ਤੇ ਕਲਿੱਕ ਕਰਾਂਗੇ ਦੇਖ ਪਾ ਰਹੇ ਹੋ ਸਾਡਾ ਜਿਹੜਾ ਵੈਬ ਪੇਜ ਹੈ
ਕੁਝ ਇਸ ਤਰ੍ਹਾਂ ਦੇ ਨਾਲ ਜੋ ਅਸੀਂ HTML ਦਸਤਾਵੇਜ਼ ਵਿੱਚ ਕੋਡ ਲਿਖਿਆ ਸੀਗਾ ਉਸ ਦਾ ਨਤੀਜਾ ਸਾਨੂੰ ਇਹ ਦਿਖਾ ਰਿਹਾ ਹੈ। ਸੋ ਇਸ ਵਿੱਚ ਜਿਹੜਾ ਸਾਡੇ ਕੋਲ ਸੈਂਪਲ ਪੇਜ ਹੈ, ਸੋ ਜੋ ਅਸੀਂ ਟਾਈਟਲ ਵਿੱਚ ਨਾਮ ਦਿੱਤਾ ਸੀਗਾ ਸੈਂਪਲ ਪੇਜ, ਸੋ ਇਹ ਹੈਡ ਪਾਰਟ ਨੂੰ ਸ਼ੋ ਕਰ ਰਿਹਾ ਵੀ ਹੈਡ ਵਿੱਚ ਜਿਹੜਾ ਪੇਜ ਦਾ ਟਾਈਟਲ ਆ ਕੀ ਆਏਗਾ, ਸੈਂਪਲ ਪੇਜ। ਉਸ ਤੋਂ ਬਾਅਦ ਬੋਡੀ ਵਿੱਚ ਅਸੀਂ ਇੱਕ ਹੈਡਿੰਗ ਲੈਵਲ 1 ਟੈਗ ਯੂਜ਼ ਕੀਤਾ ਸੀ ਜਿਸ ਦੀ ਆਉਟਪੁੱਟ ਸਾਨੂੰ ਆ ਰਹੀ ਹੈ ਦਿਸ ਇਜ਼ ਅ ਸੈਂਪਲ ਹੈਡਿੰਗ। ਉਸ ਤੋਂ ਇਲਾਵਾ ਇੱਕ ਅਸੀਂ ਪੈਰਾਗ੍ਰਾਫ ਟੈਗ ਯੂਜ਼ ਕੀਤਾ ਸੀ ਉਸ ਦਾ ਸਾਨੂੰ ਕੰਟੈਂਟ ਇਹ ਸ਼ੋ ਹੋ ਰਿਹਾ। ਇਸ ਤੋਂ ਇਲਾਵਾ ਅਸੀਂ ਬੋਡੀ ਵਿੱਚ ਕੁਝ ਹੋਰ ਨਹੀਂ ਲਿਖਿਆ, ਇਸ ਕਰਕੇ ਸਾਨੂੰ ਇਹ ਸਾਰਾ ਜਿਹੜਾ ਪੇਜ ਆ ਉਹ ਵਾਈਟ ਨਜ਼ਰ ਆ ਰਿਹਾ ਹੈ। ਸੋ ਹੁਣ ਅਸੀਂ HTML ਦੇ ਬੋਡੀ ਭਾਗ ਨੂੰ ਫਾਰਮੈਟਿੰਗ ਕਰਨ ਦੇ ਵੱਖ-ਵੱਖ ਤਰੀਕਿਆਂ ਬਾਰੇ ਸਿੱਖਾਂਗੇ, ਜਿਸ ਵਿੱਚ ਸਾਡੇ ਕੋਲ ਹੈ ਬੋਲਡ, ਇਟੈਲਿਕ, ਅੰਡਰਲਾਈਨ ਅਤੇ ਸਟ੍ਰਾਈਕ ਥਰੂ। ਸਭ ਤੋਂ ਪਹਿਲਾਂ ਅਸੀਂ ਇਹ ਜਾਣਾਂਗੇ ਕਿ ਅਸੀਂ MS Word ਜਾਂ ਕਿਸੇ ਹੋਰ ਟੈਕਸਟ ਐਡੀਟਿੰਗ ਸੌਫਟਵੇਅਰ ਵਾਂਗ HTML ਦਸਤਾਵੇਜ਼ ਵਿੱਚ ਟੈਕਸਟ ਉੱਪਰ ਫਾਰਮੈਟਿੰਗ ਇਫੈਕਟ ਕਿਵੇਂ ਲਾਗੂ ਕਰ ਸਕਦੇ ਹਾਂ। ਸਾਡੇ ਕੋਲ ਇਸ ਦਾ ਪਹਿਲਾ ਤਰੀਕਾ ਹੈ ਬੋਲਡ। ਸੋ ਬੋਲਡ ਸਾਡੇ ਕੋਲ B ਟੈਗ ਦੇ ਨਾਲ ਅਸੀਂ ਇਸ ਨੂੰ ਪ੍ਰਦਰਸ਼ਿਤ ਕਰਦੇ ਹਾਂ। ਸੋ B ਟੈਗ ਦੀ ਵਰਤੋਂ ਟੈਕਸਟ ਦੇ ਅੱਖਰਾਂ ਨੂੰ ਮੋਟਾ ਕਰਨ ਲਈ ਕੀਤੀ ਜਾਂਦੀ ਹੈ ਅਤੇ ਇਹ ਇੱਕ ਪੇਅਰ ਟੈਗ ਹੈ ਅਤੇ ਟੈਕਸਟ ਨੂੰ ਬੋਲਡ ਕਰਨ ਲਈ ਸਾਨੂੰ ਬੋਲਡ ਦੇ ਓਪਨਿੰਗ ਅਤੇ ਬੋਲਡ ਦੇ ਕਲੋਜ਼ਿੰਗ ਟੈਗ ਦੇ ਵਿਚਕਾਰ ਟੈਕਸਟ ਨੂੰ ਲਿਖਣਾ ਪੈਂਦਾ ਹੈ ਜਿਸ ਨੂੰ ਅਸੀਂ ਬੋਲਡ ਕਰਨਾ ਚਾਹ ਰਹੇ ਹਾਂ। ਸੋ ਉਦਾਹਰਨ ਦੇ ਲਈ ਤੁਸੀਂ ਦੇਖ ਪਾ ਰਹੇ ਹੋ ਬੋਲਡ, ਸੋ ਇਹ ਜਿਹੜਾ ਅੱਖਰ ਹੈ ਇਸ ਨੂੰ ਬੋਲਡ ਕੀਤਾ ਹੋਇਆ ਤੇ ਕੁਝ ਇਸ ਤਰ੍ਹਾਂ ਦੇ ਨਾਲ ਸਾਨੂੰ ਨਜ਼ਰ ਆਵੇਗਾ। ਸੋ ਹੁਣ ਅਸੀਂ ਇਸ ਪ੍ਰੋਗਰਾਮ ਦੇ ਰਾਹੀਂ ਇੱਕ ਟੈਕਸਟ ਨੂੰ ਬੋਲਡ ਕਰਨ ਬਾਰੇ ਸਿੱਖ ਰਹੇ ਹਾਂ। ਸਭ ਤੋਂ ਪਹਿਲਾਂ ਸਾਡੇ ਕੋਲ ਹੈ HTML ਟੈਗ ਦਾ ਓਪਨਿੰਗ ਕਲੋਜ਼ਿੰਗ ਟੈਗ। ਹੈਡ ਦੇ ਵਿੱਚ ਅਸੀਂ ਇੱਕ ਟਾਈਟਲ ਲਿਆ ਹੈ, ਟਾਈਟਲ ਇਹਦੇ ਇਸ਼ਾਰੇ ਆ ਕਿ ਜਿਹੜਾ ਵੈਬ ਪੇਜ ਦਾ ਜਿਹੜਾ ਪੇਜ ਦਾ ਨਾਮ ਹੋਏਗਾ ਉਹ ਬੋਲਡ ਉੱਥੇ ਲਿਖਿਆ ਹੋਇਆ ਆਏਗਾ। ਉਸ ਤੋਂ ਬਾਅਦ ਹੈਡ ਟੈਗ ਨੂੰ ਕਲੋਜ਼ ਕਰ ਦਿੱਤਾ ਹੈ। ਉਸ ਤੋਂ ਬਾਅਦ ਬੋਲਡ ਟੈਗ ਸ਼ੁਰੂ ਕਰਨ ਤੋਂ ਬਾਅਦ ਅਸੀਂ ਇੱਕ ਪੈਰਾਗ੍ਰਾਫ ਟੈਗ ਯੂਜ਼ ਕੀਤਾ ਜਿਸ ਵਿੱਚ ਲਿਖਿਆ ਦਿਸ ਇਜ਼ ਅ ਸੈਂਪਲ ਪੈਰਾਗ੍ਰਾਫ ਅਤੇ ਉਸ ਦਾ ਕਲੋਜ਼ਿੰਗ ਟੈਗ ਬੰਦ ਕਰ ਦਿੱਤਾ ਹੈ, ਜਿਸ ਦੇ ਅੰਦਰ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਸੈਂਪਲ ਵਰਡ ਹੈ ਉਹ ਬੋਲਡ ਹੋ ਕੇ ਆਵੇ। ਸੋ ਅਸੀਂ ਇਸ ਤਰ੍ਹਾਂ ਦੇ ਨਾਲ ਬੋਲਡ ਨੂੰ ਸੈਂਪਲ ਨੂੰ ਬੋਲਡ ਦੇ ਵਿੱਚ ਲਿਖ ਦਿੱਤਾ ਹੈ। ਸੋ ਉਸ ਤੋਂ ਬਾਅਦ ਬੋਡੀ ਟੈਗ ਕਲੋਜ਼ ਕਰ ਦਿੱਤਾ, HTML ਕਲੋਜ਼ ਕਰ ਦਿੱਤਾ। ਹੁਣ ਅਸੀਂ ਇਸ ਪ੍ਰੋਗਰਾਮ ਨੂੰ ਚਲਾ ਕੇ ਦੇਖ ਲੈਂਦੇ ਹਾਂ। ਸਭ ਤੋਂ ਪਹਿਲਾਂ ਅਸੀਂ ਫਾਈਲ ਤੇ ਜਾਵਾਂਗੇ। ਫਾਈਲ ਤੇ ਜਾਣ ਤੋਂ ਬਾਅਦ ਹੁਣ ਅਸੀਂ ਓਪਨ ਇਨ ਡਿਫਾਲਟ ਵੀਅਰ ਤੇ ਕਲਿੱਕ ਕਰਾਂਗੇ। ਤੁਸੀਂ ਦੇਖ ਪਾ ਰਹੇ ਹੋ ਇਸ ਵਿੱਚ ਦਿਸ ਇਜ਼ ਏ ਸੈਂਪਲ। ਸੋ ਜਿਹੜਾ ਸੈਂਪਲ ਹੈ ਇਹ ਟੈਕਸਟ ਥੋੜਾ ਬੋਲਡ ਹੋ ਕੇ ਆਇਆ। ਇਸ ਤਰ੍ਹਾਂ ਦੇ ਨਾਲ ਅਸੀਂ ਕਿਸੇ ਟੈਕਸਟ ਦੇ ਵਿੱਚ ਕਿਸੇ ਸਿੰਗਲ ਵਰਡ ਨੂੰ ਬੋਲਡ ਕਰ ਸਕਦੇ ਹਾਂ। ਉਸ ਤੋਂ ਬਾਅਦ ਸਾਡੇ ਕੋਲ ਦੂਸਰਾ ਤਰੀਕਾ ਹੈ ਇਟੈਲਿਕ। ਸੋ ਇਟੈਲਿਕ ਨੂੰ ਅਸੀਂ I ਦੇ ਨਾਲ ਪ੍ਰਦਰਸ਼ਿਤ ਕਰਦੇ ਹਾਂ। ਸੋ I ਟੈਗ ਦੀ ਵਰਤੋਂ ਟੈਕਸਟ ਦੇ ਅੱਖਰਾਂ ਨੂੰ ਟੇਢਾ ਜਾਂ ਤਿਰਛਾ ਕਰਨ ਲਈ ਕੀਤੀ ਜਾਂਦੀ ਹੈ ਅਤੇ ਇਹ ਇੱਕ ਪੇਅਰ ਟੈਗ ਹੈ। ਟੈਕਸਟ ਨੂੰ ਟੇਢਾ ਕਰਨ ਲਈ ਸਾਨੂੰ ਇਟੈਲਿਕ ਟੈਗ ਦੇ ਓਪਨਿੰਗ ਅਤੇ ਇਟੈਲਿਕ ਟੈਗ ਦੇ ਕਲੋਜ਼ਿੰਗ ਟੈਗ ਦੇ ਵਿਚਕਾਰ ਉਹ ਟੈਕਸਟ ਲਿਖਣਾ ਪੈਂਦਾ ਹੈ ਜਿਸ ਨੂੰ ਅਸੀਂ ਤਿਰਛਾ ਜਾਂ ਟੇਢਾ ਕਰਨਾ ਚਾਹੁੰਦੇ ਹਾਂ। ਸੋ ਜਿਵੇਂ ਉਦਾਹਰਨ ਲਈ ਤੁਸੀਂ ਦੇਖ ਪਾ ਰਹੇ ਹੋ ਇਟੈਲਿਕ ਜਿਹੜਾ ਸ਼ਬਦ ਹੈ ਇਸ ਦੇ ਉੱਪਰ ਇਟੈਲਿਕ ਸਟਾਈਲ ਅਪਲਾਈ ਕੀਤਾ ਹੋਇਆ, ਇਸ ਕਰਕੇ ਥੋੜਾ ਜਿਹਾ ਤਿਰਛਾ ਸਾਨੂੰ ਨਜ਼ਰ ਆ ਰਿਹਾ ਹੈ। ਸੋ ਅਸੀਂ ਹੁਣ ਪਿਛਲੇ ਪ੍ਰੋਗਰਾਮ ਵਾਂਗ ਸੇਮ ਸੈਂਪਲ ਹੁਣ ਅਸੀਂ ਇਟੈਲਿਕ ਲਗਾਉਣਾ ਚਾਹੁੰਦੇ ਹਾਂ। ਸੋ ਇਟੈਲਿਕ ਫਾਰਮੈਟਿੰਗ ਅਪਲਾਈ ਕਰਨ ਦੇ ਲਈ ਅਸੀਂ ਫਿਰ ਇਸ ਨੂੰ ਫਾਈਲ ਤੇ ਜਾਵਾਂਗੇ, ਓਪਨ ਇਨ ਡਿਫਾਲਟ ਵੀਅਰ ਤੇ ਕਲਿੱਕ ਕਰਾਂਗੇ ਅਤੇ ਦੇਖ ਪਾ ਰਹੇ ਜਿਹੜਾ ਸੈਂਪਲ ਟੈਕਸਟ ਹੈ ਉਹ ਤਿਰਛਾ ਜਾਂ ਟੇਢਾ ਹੋ ਚੁੱਕਿਆ ਹੈ। ਉਸ ਤੋਂ ਬਾਅਦ ਸਾਡੇ ਕੋਲ ਤੀਸਰਾ ਸਟਾਈਲ ਹੈ ਅੰਡਰਲਾਈਨ। ਸੋ ਅੰਡਰਲਾਈਨ ਟੈਗ ਨੂੰ U ਟੈਗ ਦੇ ਨਾਲ ਅਸੀਂ ਪ੍ਰਦਰਸ਼ਿਤ ਕਰਦੇ ਹਾਂ। ਸੋ U ਟੈਗ ਦੀ ਵਰਤੋਂ ਟੈਕਸਟ ਦੇ ਅੱਖਰਾਂ ਹੇਠਾਂ ਲਾਈਨ ਖਿੱਚਣ ਲਈ ਵਰਤੀ ਜਾਂਦੀ ਹੈ ਅਤੇ ਇਹ ਇੱਕ ਪੇਅਰ ਟੈਗ ਹੈ। ਟੈਕਸਟ ਨੂੰ ਅੰਡਰਲਾਈਨ ਕਰਨ ਲਈ ਉਸ ਨੂੰ ਅੰਡਰਲਾਈਨ ਦੇ ਓਪਨਿੰਗ ਅਤੇ ਅੰਡਰਲਾਈਨ ਦੇ ਕਲੋਜ਼ਿੰਗ ਟੈਗ ਦੇ ਵਿਚਕਾਰ ਉਸ ਟੈਕਸਟ ਨੂੰ ਲਿਖਣਾ ਪੈਂਦਾ ਹੈ ਜਿਸ ਨੂੰ ਅਸੀਂ ਅੰਡਰਲਾਈਨ ਕਰਨਾ ਚਾਹ ਰਹੇ ਹਾਂ। ਸੋ ਉਦਾਹਰਨ ਦੇ ਲਈ ਅੰਡਰਲਾਈਨ ਤੁਸੀਂ ਟੈਕਸਟ ਦੇਖ ਪਾ ਰਹੇ ਹੋ ਉਦਾਹਰਨ ਵਿੱਚ। ਸੋ ਇਸ ਟੈਕਸਟ ਨੂੰ ਜਦੋਂ ਅਸੀਂ ਅੰਡਰਲਾਈਨ ਸਟਾਈਲ ਲਗਾ ਦਿੱਤਾ ਤਾਂ ਸਾਨੂੰ ਕੁਝ ਇਸ ਤਰ੍ਹਾਂ ਦੇ ਨਾਲ ਉਹ ਨਜ਼ਰ ਆਵੇਗਾ। ਸੋ ਹੁਣ ਤੁਸੀਂ ਦੇਖ ਪਾ ਰਹੇ ਹੋ ਬੋਲਡ ਇਟੈਲਿਕ ਵਾਂਗ ਹੁਣ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਸੈਂਪਲ ਟੈਕਸਟ ਹੈ ਉਹ ਅੰਡਰਲਾਈਨ ਹੋ ਜਾਵੇ। ਸੋ ਅਸੀਂ ਹੁਣ ਦੁਬਾਰਾ ਇਸ ਨੂੰ ਰਨ ਕਰਕੇ ਦੇਖਾਂਗੇ। ਫਾਈਲ ਤੇ ਗਏ, ਓਪਨ ਇਨ ਡਿਫਾਲਟ ਵੀਅਰ। ਹੁਣ ਤੁਸੀਂ ਦੇਖ ਪਾ ਰਹੇ ਹੋ ਸਾਡਾ ਸੈਂਪਲ ਟੈਕਸਟ ਹੈ ਜਿਹੜਾ ਵਰਡ ਹੈ ਉਹ ਅੰਡਰਲਾਈਨ ਹੋ ਚੁੱਕਿਆ ਹੈ। ਅੱਗੇ ਸਾਡੇ ਕੋਲ ਇਸਦਾ ਚੌਥਾ ਤਰੀਕਾ ਹੈ ਸਟ੍ਰਾਈਕ ਥਰੂ। ਸਟ੍ਰਾਈਕ ਥਰੂ ਟੈਗ ਨੂੰ ਅਸੀਂ S ਟੈਗ ਦੇ ਨਾਲ ਡਿਨੋਟ ਕਰਦੇ ਹਾਂ ਜਾਂ ਪਰਿਭਾਸ਼ਿਤ ਕਰਦੇ ਹਾਂ। ਸੋ S ਟੈਗ ਦੀ ਵਰਤੋਂ ਟੈਕਸਟ ਦੇ ਅੱਖਰਾਂ ਵਿਚਕਾਰ
ਲਾਈਨ ਲਗਾਉਣ ਲਈ ਕੀਤੀ ਜਾਂਦੀ ਹੈ ਅਤੇ ਇਹ ਇੱਕ ਪੇਅਰ ਟੈਗ ਹੈ। ਸੋ ਟੈਕਸਟ ਨੂੰ ਸਟ੍ਰਾਈਕ ਥਰੂ ਕਰਨ ਲਈ ਉਸ ਨੂੰ ਸਟ੍ਰਾਈਕ ਥਰੂ ਦੇ ਸਟਾਰਟਿੰਗ ਅਤੇ ਸਟ੍ਰਾਈਕ ਥਰੂ ਦੇ ਕਲੋਜ਼ਿੰਗ ਟੈਗ ਦੇ ਵਿਚਕਾਰ ਲਿਖਣਾ ਪੈਂਦਾ ਹੈ। ਜਿਵੇਂ ਤੁਸੀਂ ਉਦਾਹਰਨ ਵਿੱਚ ਸਟ੍ਰਾਈਕ ਕੀਵਰਡ ਦੇਖ ਰਹੇ ਹੋ, ਸੋ ਇਸ ਸਟ੍ਰਾਈਕ ਸ਼ਬਦ ਦੇ ਵਿੱਚ ਇੱਕ ਲਾਈਨ ਆ ਰਹੀ ਹੈ। ਸੋ ਇਸ ਲਾਈਨ ਨੂੰ ਲਗਾਉਣ ਲਈ ਅਸੀਂ ਸਟ੍ਰਾਈਕ ਥਰੂ ਟੈਗ ਦੀ ਵਰਤੋਂ ਕਰਦੇ ਹਾਂ। ਹੁਣ ਅਸੀਂ ਬੋਲਡ, ਇਟੈਲਿਕ ਤੇ ਅੰਡਰਲਾਈਨ ਵਾਂਗ ਆਪਣੇ ਸੈਂਪਲ ਵਰਡ ਤੇ ਸਟ੍ਰਾਈਕ ਥਰੂ ਜਿਹੜਾ ਟੈਗ ਲਗਾਇਆ ਹੈ। ਸੋ ਅਸੀਂ ਹੁਣ ਇਸ ਨੂੰ ਚਲਾ ਕੇ ਦੇਖ ਲੈਂਦੇ ਹਾਂ। ਫਿਰ ਆਪਾਂ ਫਾਈਲ 'ਚ ਜਾਵਾਂਗੇ, ਓਪਨ ਇਨ ਡਿਫਾਲਟ ਵਿਊ। ਤਾਂ ਹੁਣ ਤੁਸੀਂ ਦੇਖ ਪਾ ਰਹੇ ਹੋ ਸਾਡਾ ਜਿਹੜਾ ਟੈਕਸਟ ਹੈ, ਦਿਸ ਇਜ਼ ਏ ਸੈਂਪਲ, ਕਿਉਂਕਿ ਸੈਂਪਲ ਤੇ ਅਸੀਂ ਸਟ੍ਰਾਈਕ ਥਰੂ ਜਿਹੜਾ ਆਪਸ਼ਨ ਲਗਾਇਆ ਸੀਗਾ, ਇਸ ਕਰਕੇ ਸਾਡਾ ਜਿਹੜਾ ਸੈਂਪਲ ਹੈ ਉਹਦੇ ਵਿੱਚ ਇੱਕ ਲਾਈਨ ਕੱਟੀ ਹੋਈ ਆ ਰਹੀ ਹੈ। ਇਸ ਤਰ੍ਹਾਂ ਨਾਲ ਅਸੀਂ ਸਟ੍ਰਾਈਕ ਥਰੂ ਦੀ ਫਾਰਮੈਟਿੰਗ ਹੈ ਉਹ ਅਪਲਾਈ ਕਰ ਸਕਦੇ ਹਾਂ। ਸੋ ਅਗਲਾ ਸਾਡੇ ਕੋਲ ਟੌਪਿਕ ਹੈ ਲਾਈਨ ਬ੍ਰੇਕ ਦਾਖਲ ਕਰਨਾ। ਸੋ HTML ਦਸਤਾਵੇਜ਼ ਵਿੱਚ ਐਂਟਰ ਕੀ ਦੀ ਵਰਤੋਂ ਨਾਲ ਟੈਕਸਟ ਨੂੰ ਵੱਖ-ਵੱਖ ਲਾਈਨਾਂ ਵਿੱਚ ਲਿਖਣ ਤੋਂ ਬਾਅਦ ਵੀ ਵੈਬ ਬਰਾਊਜ਼ਰ ਇਹਨਾਂ ਨੂੰ ਇੱਕ ਹੀ ਲਾਈਨ ਵਿੱਚ ਪ੍ਰਦਰਸ਼ਿਤ ਕਰ ਦਿੰਦਾ ਹੈ ਅਤੇ ਐਂਟਰ ਕੀ ਨੂੰ ਲਾਈਨ ਬ੍ਰੇਕ ਦੇ ਤੌਰ ਤੇ ਅਣਦੇਖਾ ਕਰਦਾ ਹੈ। HTML ਦਸਤਾਵੇਜ਼ ਵਿੱਚ BR ਯਾਨੀ ਕਿ ਬ੍ਰੇਕ ਰੋ ਟੈਗ ਦੀ ਵਰਤੋਂ ਕਰਕੇ ਟੈਕਸਟ ਨੂੰ ਨਵੀਂ ਲਾਈਨ ਤੇ ਲੈ ਕੇ ਜਾਇਆ ਜਾ ਸਕਦਾ ਹੈ, ਨੂੰ ਲਾਈਨ ਬ੍ਰੇਕ ਟੈਗ ਕਿਹਾ ਜਾਂਦਾ ਹੈ ਅਤੇ ਇਹ ਸਿੰਗਲ ਲਾਈਨ ਬ੍ਰੇਕ ਦਾਖਲ ਕਰਦਾ ਹੈ ਅਤੇ ਇਹ ਇੱਕ ਅਨਪੇਅਰਡ ਟੈਗ ਹੈ ਕਿਉਂਕਿ ਇਹ ਇਕੱਲਾ ਹੀ ਹੁੰਦਾ ਹੈ। ਸੋ ਲਾਈਨ ਬ੍ਰੇਕ ਟੈਗ ਦੀ ਵਰਤੋਂ ਪਤਾ ਜਾਂ ਕਵਿਤਾਵਾਂ ਲਿਖਣ ਲਈ ਕੀਤੀ ਜਾ ਸਕਦੀ ਹੈ। ਉਦਾਹਰਨ ਦੇ ਤੌਰ ਤੇ P ਇੱਕ ਪੈਰਾਗ੍ਰਾਫ ਟੈਗ ਹੈ। ਸੋ ਪੈਰਾਗ੍ਰਾਫ ਟੈਗ ਦੇ ਓਪਨਿੰਗ ਟੈਗ ਤੋਂ ਬਾਅਦ ਕੰਪਿਊਟਰ ਸਾਇੰਸ ਲਿਖਿਆ ਹੈ। ਕੰਪਿਊਟਰ ਸਾਇੰਸ ਲਿਖਣ ਤੋਂ ਬਾਅਦ ਅਸੀਂ BR ਟੈਗ ਲਗਾਇਆ। BR ਟੈਗ ਲਗਾਉਣ ਤੋਂ ਬਾਅਦ ਅਸੀਂ ਐਪਲੀਕੇਸ਼ਨ, ਉਸ ਤੋਂ ਬਾਅਦ ਅਸੀਂ ਪੈਰਾਗ੍ਰਾਫ ਟੈਗ ਦਾ ਕਲੋਜ਼ਿੰਗ ਟੈਗ ਲਗਾ ਦਿੱਤਾ ਹੈ। ਸੋ ਇਸ ਦਾ ਸਾਨੂੰ ਨਤੀਜਾ ਕੀ ਆਏਗਾ, ਪਹਿਲਾਂ ਕੰਪਿਊਟਰ ਸਾਇੰਸ ਲਿਖਿਆ ਹੋਇਆ ਆਏਗਾ, ਜਿਹੜਾ ਐਪਲੀਕੇਸ਼ਨ ਹੈ ਉਹ ਅਗਲੀ ਲਾਈਨ 'ਚ ਸਾਨੂੰ ਲਿਖਿਆ ਹੋਇਆ ਨਜ਼ਰ ਆਵੇਗਾ। ਸੋ ਇਸ ਤਰ੍ਹਾਂ ਨਾਲ ਅਸੀਂ BR ਟੈਗ ਦੀ ਵਰਤੋਂ ਉਸ ਜਗ੍ਹਾ ਤੇ ਕਰ ਸਕਦੇ ਹਾਂ ਜਿੱਥੇ ਅਸੀਂ ਚਾਹੁੰਦੇ ਹਾਂ ਵੀ BR ਟੈਗ ਤੋਂ ਅਗਲੇ ਜਿਹੜੇ ਅੱਖਰ ਹੈ ਉਹ ਅਗਲੀ ਲਾਈਨ ਤੇ ਆ ਜਾਣ। ਸੋ ਬੱਚਿਓ ਤੁਸੀਂ ਦੇਖ ਪਾ ਰਹੇ ਹੋ ਅਸੀਂ ਹੁਣ ਇੱਕ ਪ੍ਰੋਗਰਾਮ ਬਣਾਇਆ ਬ੍ਰੇਕ ਰੋ ਦਾ, ਜਿਸ ਵਿੱਚ ਅਸੀਂ ਇੱਕ HTML ਟੈਗ ਮੈਂਸ਼ਨ ਕੀਤਾ, ਉਸ ਤੋਂ ਬਾਅਦ ਹੈਡ ਟੈਗ ਦੇ ਵਿੱਚ ਅਸੀਂ ਟਾਈਟਲ ਯੂਜ਼ ਕੀਤਾ। ਤੋ ਜਿਹੜਾ ਸਾਡੇ ਕੋਲ ਵੈਬ ਪੇਜ ਹੋ ਜਾਏਗਾ ਉਸ ਦਾ ਨਾਮ ਉੱਥੇ ਆਏਗਾ ਲਿਖਿਆ ਹੋਇਆ ਬ੍ਰੇਕ ਰੋ। ਉਸ ਤੋਂ ਬਾਅਦ ਟਾਈਟਲ ਟੈਗ ਨੂੰ ਬੰਦ ਕਰ ਦਿੱਤਾ, ਹੈਡ ਟੈਗ ਨੂੰ ਬੰਦ ਕਰ ਦਿੱਤਾ। ਉਸ ਤੋਂ ਬਾਅਦ ਬੋਡੀ ਟੈਗ ਦੇ ਵਿੱਚ ਅਸੀਂ ਇੱਕ ਪੈਰਾਗ੍ਰਾਫ ਟੈਗ ਲਿਆ ਜਿਸ ਵਿੱਚ ਅਸੀਂ ਇੱਕ ਪੈਰਾਗ੍ਰਾਫ ਲਿਖਿਆ ਦਿਸ ਇਜ਼ ਏ ਸੈਂਪਲ ਪੈਰਾਗ੍ਰਾਫ। ਤਾਂ ਅਸੀਂ ਚਾਹੁੰਦੇ ਹਾਂ ਦਿਸ ਇਜ਼ ਏ ਤੋਂ ਬਾਅਦ ਸਾਡੀ ਜਿਹੜੀ ਬ੍ਰੇਕ ਹੈ ਉਹ ਲੱਗ ਜੇ ਤੇ ਜਿਹੜਾ ਸੈਂਪਲ ਹੈ ਉਹ ਅਗਲੀ ਲਾਈਨ ਚਲੇ ਜਾਏ। ਉਸ ਤੋਂ ਬਾਅਦ ਫਿਰ ਬ੍ਰੇਕ ਲਗਾ ਦਿੱਤੀ ਹੈ ਤਾਂ ਕਿ ਜਿਹੜਾ ਪੈਰਾਗ੍ਰਾਫ ਹੈ ਉਹ ਵੀ ਅਗਲੀ ਲਾਈਨ ਤੇ ਚਲਾ ਜਾਏ। ਸੋ ਹੁਣ ਅਸੀਂ ਇਸ ਪ੍ਰੋਗਰਾਮ ਨੂੰ ਚਲਾ ਕੇ ਦੇਖ ਲੈਂਦੇ ਹਾਂ। ਉਸ ਦੇ ਲਈ ਅਸੀਂ ਇਸ ਦੇ ਫਾਈਲ ਟੈਬ ਤੇ ਕਲਿੱਕ ਕਰਾਂਗੇ। ਫਾਈਲ ਟੈਬ ਦੇ ਵਿੱਚ ਓਪਨ ਇਨ ਡਿਫਾਲਟ ਵਿਊਅਰ। ਸੋ ਤੁਸੀਂ ਦੇਖ ਪਾ ਰਹੇ ਹੋ ਸਾਡਾ ਜਿਹੜਾ ਪੈਰਾਗ੍ਰਾਫ ਹੈ ਉਹ ਕੁਝ ਇਸ ਤਰ੍ਹਾਂ ਦੇ ਨਾਲ ਸਾਨੂੰ ਆਊਟਪੁੱਟ ਦਿਖਾ ਰਿਹਾ। ਸੋ ਇਸ ਵਿੱਚ ਦਿਸ ਇਜ਼ ਏ, ਇਸ ਤੋਂ ਬਾਅਦ ਅਸੀਂ ਬ੍ਰੇਕ ਲਗਾਈ ਸੀਗੀ, ਇਸ ਕਰਕੇ ਸੈਂਪਲ ਅਗਲੀ ਲਾਈਨ ਤੇ ਚਲਾ ਗਿਆ। ਸੈਂਪਲ ਲਿਖਣ ਤੋਂ ਬਾਅਦ ਫਿਰ ਅਸੀਂ BR ਟੈਗ ਯੂਜ਼ ਕੀਤਾ ਸੀਗਾ, ਇਸ ਕਰਕੇ ਪੈਰਾਗ੍ਰਾਫ ਵੀ ਅਗਲੀ ਲਾਈਨ ਤੇ ਚਲਾ ਗਿਆ। ਇਸ ਤਰ੍ਹਾਂ ਦੇ ਨਾਲ ਅਸੀਂ ਬ੍ਰੇਕ ਰੋ ਜਾਂ BR ਟੈਗ ਦੀ ਵਰਤੋਂ ਕਰਕੇ ਆਪਣੇ ਮੁਤਾਬਕ ਪੈਰਾਗ੍ਰਾਫ ਦੀ ਸੈਟਿੰਗ ਕਰ ਸਕਦੇ ਹਾਂ ਕਿ ਕਿਹੜਾ ਅੱਖਰ ਕਿਸ ਲਾਈਨ ਤੇ ਸ਼ੁਰੂ ਹੋਵੇਗਾ। ਅਗਲਾ ਸਾਡੇ ਕੋਲ ਟੌਪਿਕ ਹੈ ਲੇਟਵਿੰਗ ਲਾਈਨ ਦਾਖਲ ਕਰਨਾ। ਸੋ HR ਟੈਗ ਨੂੰ ਹੌਰੀਜ਼ੌਂਟਲ ਲਾਈਨ ਵੀ ਕਿਹਾ ਜਾਂਦਾ ਹੈ। ਸੋ HR ਦਾ ਪੂਰਾ ਨਾਮ ਹੁੰਦਾ ਹੈ ਹੌਰੀਜ਼ੌਂਟਲ ਰੂਲ ਅਤੇ ਇਸ ਟੈਗ ਦੀ ਵਰਤੋਂ ਵੈਬ ਪੇਜ ਤੇ ਲੇਟਵੀਆਂ ਰੇਖਾਵਾਂ ਖਿੱਚਣ ਲਈ ਕੀਤੀ ਜਾਂਦੀ ਹੈ। ਸੋ ਉਦਾਹਰਨ ਦੇ ਲਈ HR, ਇੱਥੇ HR ਦਾ ਮਤਲਬ ਹੈ ਹੌਰੀਜ਼ੌਂਟਲ ਰੂਲ। ਸੋ ਲੇਟਵੀ ਲਾਈਨ ਟੈਗ ਦੀ ਵਰਤੋਂ ਕੰਟੈਂਟ ਨੂੰ ਇੱਕ ਦੂਜੇ ਤੋਂ ਵੱਖ ਕਰਨ ਲਈ ਕੀਤੀ ਜਾਂਦੀ ਹੈ। ਸੋ ਮੰਨ ਲਓ ਅਸੀਂ ਆਪਣੇ ਵੈਬ ਪੇਜ ਤੇ 2 ਪੈਰਾਗ੍ਰਾਫ ਲਿਖੇ ਹੋਏ ਆ। ਸੋ ਦੋਵੇਂ ਪੈਰਾਗ੍ਰਾਫ ਨੂੰ ਸੈਪਰੇਟ ਕਰਨ ਲਈ ਜਾਂ ਅਲੱਗ ਕਰਨ ਲਈ ਅਸੀਂ ਲੇਟਵੀ ਲਾਈਨ ਜਾਂ ਹੌਰੀਜ਼ੌਂਟਲ ਲਾਈਨ ਦੀ ਵਰਤੋਂ ਕਰਦੇ ਹੋਏ ਸੋ ਦੋਨੋਂ ਪੈਰਾਗ੍ਰਾਫ ਦੇ ਵਿਚਕਾਰ ਅਸੀਂ ਇੱਕ ਲਾਈਨ ਲਗਾ ਸਕਦੇ ਹਾਂ। ਸੋ ਇਸ ਦੇ ਮੁੱਖ ਐਟਰੀਬਿਊਟ ਹਨ, ਸਭ ਤੋਂ ਪਹਿਲਾਂ ਸਾਈਜ਼। ਇਹ ਲਾਈਨ ਦੀ ਮੋਟਾਈ ਨੂੰ ਸੈੱਟ ਕਰਨ ਲਈ ਵਰਤਿਆ ਜਾਂਦਾ ਹੈ। ਦੂਸਰਾ ਸਾਡੇ ਕੋਲ ਹੈ ਵਿਡਥ, ਇਹ ਲਾਈਨ ਦੀ ਚੌੜਾਈ ਨੂੰ ਸੈੱਟ ਕਰਨ ਲਈ ਵਰਤਿਆ ਜਾਂਦਾ ਹੈ। ਤੀਸਰਾ ਸਾਡੇ ਕੋਲ ਹੈ ਅਲਾਈਨ, ਇਹ ਲਾਈਨ ਦੀ ਅਲਾਈਨਮੈਂਟ ਸੈੱਟ ਕਰਨ ਦੇ ਕੰਮ ਆਉਂਦਾ ਹੈ ਕਿ ਅਸੀਂ ਉਸ ਨੂੰ ਖੱਬੇ, ਸੱਜੇ ਜਾਂ ਵਿਚਕਾਰ ਕਿਸ ਪਾਸੇ ਲਗਾਉਣਾ ਚਾਹੁੰਦੇ ਹਾਂ। ਚੌਥਾ ਸਾਡੇ ਕੋਲ ਹੈ ਕਲਰ, ਇਸ ਰਾਹੀਂ ਲਾਈਨ ਦੇ ਰੰਗ ਨੂੰ ਸੈੱਟ ਕਰ ਸਕਦੇ ਹਾਂ। ਸੋ ਹੁਣ ਅਸੀਂ ਹੌਰੀਜ਼ੌਂਟਲ ਰੂਲ ਜਿਹੜਾ ਟੈਗ ਹੈ ਇਸ ਨੂੰ ਵਰਤਣ ਬਾਰੇ ਸਿੱਖ ਲੈਂਦੇ ਹਾਂ। ਸੋ ਉੱਪਰਲਾ ਸਾਡੇ ਕੋਲ ਪੋਰਸ਼ਨ ਸੇਮ ਉੱਦਾਂ ਹੀ ਹੈ, HTML ਹੈਡ
ਤੇ ਟਾਈਟਲ ਦੇ ਵਿੱਚ ਅਸੀਂ ਇਸ ਵੈਬ ਪੇਜ ਦਾ ਨਾਮ ਰੱਖ ਦਿੱਤਾ ਹੈ ਹੋਰੀਜ਼ੋਨਟਲ ਰੂਲ ਟੈਗ। ਉਸ ਤੋਂ ਬਾਅਦ ਬੋਡੀ ਟੈਗ ਦੇ ਵਿੱਚ ਅਸੀਂ ਦੋ ਪੈਰਾਗ੍ਰਾਫ ਲਏ ਆ। ਪਹਿਲੇ 'ਚ ਲਿਖਿਆ ਹੋਇਆ ਦਿਸ ਇਜ਼ ਅ ਸੈਂਪਲ ਪੈਰਾਗ੍ਰਾਫ ਅਤੇ ਦੂਸਰੇ ਪੈਰਾਗ੍ਰਾਫ 'ਚ ਲਿਖਿਆ ਹੋਇਆ ਦਿਸ ਇਜ਼ ਅ ਮੇਨ ਪੈਰਾਗ੍ਰਾਫ। ਤਾਂ ਅਸੀਂ ਚਾਹੁੰਦੇ ਹਾਂ ਦੋਵੇਂ ਪੈਰਾਗ੍ਰਾਫ ਦੇ ਵਿੱਚ ਸਾਨੂੰ ਇੱਕ ਲਾਈਨ ਆ ਜਾਵੇ। ਉਸ ਦੇ ਲਈ ਅਸੀਂ ਇੱਕ HR ਹੋਰੀਜ਼ੋਨਟਲ ਰੂਲ ਟੈਗ ਯੂਜ਼ ਕੀਤਾ। ਉਸ ਤੋਂ ਬਾਅਦ ਬੋਡੀ ਟੈਗ ਨੂੰ ਕਲੋਜ਼ ਕਰ ਦਿੱਤਾ, HTML ਨੂੰ ਕਲੋਜ਼ ਕਰ ਦਿੱਤਾ। ਸੋ ਹੁਣ ਅਸੀਂ ਇਸ ਨੂੰ ਰਨ ਕਰਕੇ ਦੇਖਾਂਗੇ। ਫਾਈਲ ਤੇ ਜਾਓ, ਓਪਨ ਇਨ ਡਿਫਾਲਟ ਵਿਊਅਰ ਤੇ ਕਲਿੱਕ ਕੀਤਾ ਤਾਂ ਹੁਣ ਤੁਸੀਂ ਦੇਖ ਪਾ ਰਹੇ ਹੋ ਸਾਡੇ ਕੋਲ ਜਿਹੜਾ ਦਿਸ ਇਜ਼ ਸੈਂਪਲ ਪੈਰਾਗ੍ਰਾਫ ਤੇ ਦਿਸ ਇਜ਼ ਮੇਨ ਪੈਰਾਗ੍ਰਾਫ ਦੋਵਾਂ ਦੇ ਵਿੱਚ ਸਾਨੂੰ ਇੱਕ ਲਾਈਨ ਨਜ਼ਰ ਆ ਰਹੀ ਹੈ। ਸੋ ਹੁਣ ਅਸੀਂ ਚਾਹੁੰਦੇ ਹਾਂ ਇਸ ਲਾਈਨ ਦਾ ਕੋਈ ਸਾਨੂੰ ਕਲਰ ਆ ਜਾਵੇ। ਸੋ ਉਸ ਦੇ ਲਈ ਦੁਬਾਰਾ ਤੋਂ ਅਸੀਂ HR ਟੈਗ ਦੇ ਵਿੱਚ ਇਸ ਦਾ ਐਟਰੀਬਿਊਟ ਮੈਂਸ਼ਨ ਕਰਾਂਗੇ ਕਲਰ ਇਕੁਅਲ ਟੂ। ਸੋ ਜਿਹੜਾ ਵੀ ਕਲਰ ਤੁਸੀਂ ਲਗਾਉਣਾ ਚਾਹੁੰਦੇ ਹੋ ਉਹ ਤੁਸੀਂ ਇੱਥੇ ਲਿਖ ਸਕਦੇ ਹੋ ਤਾਂ ਉਸਨੂੰ ਡਬਲ ਕੋਮਿਆਂ ਦੇ ਵਿੱਚ ਲਿਖਣਾ ਹੈ। ਹੁਣ ਅਸੀਂ ਇਸ ਫਾਈਲ ਨੂੰ ਸੇਵ ਕਰ ਦਿਆਂਗੇ Ctrl+S ਨਾਲ। ਫਾਈਲ ਤੇ ਜਾ ਕੇ ਫਿਰ ਅਸੀਂ ਓਪਨ ਇਨ ਡਿਫਾਲਟ ਵਿਊਅਰ ਤੇ ਕਲਿੱਕ ਕਰਾਂਗੇ। ਸੋ ਹੁਣ ਤੁਸੀਂ ਦੇਖ ਪਾ ਰਹੇ ਹੋ ਸਾਡੀ ਜਿਹੜੀ ਲਾਈਨ ਹੈ ਇਸ ਦਾ ਕਲਰ ਅਸੀਂ ਗ੍ਰੀਨ ਸੈੱਟ ਕੀਤਾ ਤਾਂ ਗ੍ਰੀਨ ਸੈੱਟ ਹੋ ਚੁੱਕਿਆ। ਸੋ ਉਸ ਤੋਂ ਬਾਅਦ ਮੈਂ ਚਾਹੁੰਦਾ ਹਾਂ ਵੀ ਇਹ ਜਿਹੜੀ ਲਾਈਨ ਹੈ ਇਸ ਦਾ ਜਿਹੜਾ ਸਾਈਜ਼ ਹੈ ਉਹ 5 ਪੁਆਇੰਟ ਤੱਕ ਮੋਟਾ ਹੋ ਜਾਵੇ, 5 ਪਿਕਸਲ ਦਾ। ਸੋ ਫਿਰ ਦੁਬਾਰਾ ਅਸੀਂ ਇਸ ਨੂੰ ਸੇਵ ਕਰਾਂਗੇ। ਸੇਵ ਕਰਨ ਤੋਂ ਬਾਅਦ ਫਾਈਲ ਤੇ ਜਾਵਾਂਗੇ, ਓਪਨ ਇਨ ਡਿਫਾਲਟ ਵਿਊਅਰ ਤੇ ਕਲਿੱਕ ਕਰਾਂਗੇ। ਹੁਣ ਤੁਸੀਂ ਦੇਖ ਪਾ ਰਹੇ ਹੋ ਇਸ ਜਿਹੜੀ ਸਾਡੇ ਕੋਲ ਲਾਈਨ ਸੀਗੀ ਇਸ ਜਿਹੜੀ ਮੋਟਾਈ ਹੈ ਥੋੜੀ ਵੱਧ ਗਈ ਹੈ। ਹੁਣ ਉਸ ਤੋਂ ਇਲਾਵਾ ਤੁਸੀਂ ਇਸ ਦੀ ਵਿਡਥ ਵੀ ਸੈੱਟ ਕਰ ਸਕਦੇ ਹੋ ਕਿ ਇਸ ਸਕਰੀਨ ਤੇ ਇਸ ਦੀ ਚੌੜਾਈ 100% ਹੈ। ਇਸ ਨੂੰ ਅਸੀਂ ਘਟਾ ਵੀ ਸਕਦੇ ਹਾਂ, ਉਸ ਨੂੰ ਵੀ ਅਸੀਂ ਕਰਕੇ ਦੇਖ ਲੈਂਦੇ ਹਾਂ। ਇਸ ਤੋਂ ਬਾਅਦ ਅਸੀਂ ਹੁਣ ਇਸ ਦੀ ਵਿਡਥ ਮੈਂਸ਼ਨ ਕਰਾਂਗੇ। तो ਸਕਰੀਨ ਦਾ ਟੋਟਲ ਸਾਈਜ਼ 100% ਹੈ ਤਾਂ ਅਸੀਂ ਮੰਨ ਲਓ ਹੁਣ 90% ਕਰ ਦਿੰਦੇ ਹਾਂ। ਸੋ ਵਿਡਥ ਆਪਾਂ ਸੈੱਟ ਕਰ ਲਈਏ 90% ਕਰਨ ਤੋਂ ਬਾਅਦ ਅਸੀਂ ਸੇਵ ਤੇ ਕਲਿੱਕ ਕਰਾਂਗੇ। ਸੇਵ ਤੇ ਕਲਿੱਕ ਕਰਨ ਤੋਂ ਬਾਅਦ ਫਾਈਲ ਤੇ ਕਲਿੱਕ ਕਰਕੇ ਓਪਨ ਇਨ ਡਿਫਾਲਟ ਵਿਊਅਰ ਤੇ ਕਲਿੱਕ ਕਰਾਂਗੇ ਤਾਂ ਹੁਣ ਤੁਸੀਂ ਦੇਖ ਪਾ ਰਹੇ ਹੋ ਇਸ ਦਾ ਸਾਈਜ਼ 90% ਹੋ ਚੁੱਕਿਆ ਹੈ। ਅਗਲਾ ਸਾਡੇ ਕੋਲ ਟੌਪਿਕ ਹੈ ਹੈਡਿੰਗ ਲੈਵਲ ਟੈਗ। ਸੋ HTML ਦਸਤਾਵੇਜ਼ ਵਿੱਚ ਯੂਜ਼ਰ ਵੈਬ ਪੇਜ ਨੂੰ ਹੈਡਿੰਗ ਅਨੁਸਾਰ ਵੇਖਦੇ ਹਨ ਅਤੇ ਹੈਡਿੰਗ ਦੀ HTML ਦਸਤਾਵੇਜ਼ ਵਿੱਚ ਵਰਤੋਂ ਕਰਨਾ ਚੰਗਾ ਹੁੰਦਾ ਹੈ। ਇਸ ਦੇ ਰਾਹੀਂ ਸਰਚ ਕੀਤੇ ਜਾ ਰਹੇ ਕੰਟੈਂਟ ਨੂੰ ਜਲਦੀ ਲੱਭ ਸਕਦੇ ਹਾਂ। ਸੋ HTML ਵਿੱਚ ਹੈਡਿੰਗ ਦੇ 6 ਪੱਧਰ ਹੁੰਦੇ ਹਨ ਅਤੇ ਇਹਨਾਂ ਹੈਡਿੰਗ ਦੇ ਪੱਧਰ ਨੂੰ H1 ਤੋਂ ਲੈ ਕੇ H6 ਨਾਲ ਪਰਿਭਾਸ਼ਿਤ ਕੀਤਾ ਜਾਂਦਾ ਹੈ। ਸੋ ਇਹਨਾਂ ਵਿੱਚ ਜਿਹੜਾ H1 ਟੈਗ ਹੈ ਉਸ ਦਾ ਆਕਾਰ ਵੱਡਾ ਹੁੰਦਾ ਹੈ। ਜਿਹੜਾ H2 ਟੈਗ ਹੈ ਉਸ ਦਾ ਆਕਾਰ H1 ਨਾਲੋਂ ਛੋਟਾ ਹੁੰਦਾ ਹੈ। H3 ਦਾ ਆਕਾਰ H1 ਤੇ H2 ਨਾਲੋਂ ਛੋਟਾ ਹੁੰਦਾ ਹੈ। ਇਸੇ ਤਰ੍ਹਾਂ ਦੇ ਨਾਲ ਜਿਹੜਾ H6 ਜਿਹੜਾ ਟੈਗ ਹੈ ਉਸ ਦਾ ਆਕਾਰ ਉੱਪਰ ਵਾਲੇ H1 ਤੋਂ ਲੈ ਕੇ H5 ਤੱਕ ਜਿਹੜੇ ਟੈਗ ਆ ਉਹਨਾਂ ਨਾਲੋਂ ਆਕਾਰ ਛੋਟਾ ਹੁੰਦਾ ਹੈ। ਤੁਸੀਂ ਹੈਡਿੰਗ ਲੈਵਲ 1 ਤੋਂ ਹੈਡਿੰਗ ਲੈਵਲ 6 ਤੱਕ ਆਪਣੀ ਜ਼ਰੂਰਤ ਅਨੁਸਾਰ ਉਸ ਟੈਗ ਨੂੰ ਵਰਤ ਸਕਦੇ ਹੋ। ਸੋ HTML ਦਸਤਾਵੇਜ਼ ਵਿੱਚ ਟੈਕਸਟ ਨੂੰ ਹੈਡਿੰਗ ਟੈਗ ਦੇ ਓਪਨਿੰਗ ਅਤੇ ਕਲੋਜ਼ਿੰਗ ਟੈਗ ਦੇ ਅੰਦਰ ਲਿਖਣ ਨਾਲ ਬਰਾਊਜ਼ਰ ਵੱਲੋਂ ਇਸ ਨੂੰ ਬੋਲਡ ਕਰ ਦਿੱਤਾ ਜਾਂਦਾ ਹੈ। ਸੋ HTML ਦਸਤਾਵੇਜ਼ ਵਿੱਚ ਹੈਡਿੰਗ ਦੀ ਅਲਾਈਨਮੈਂਟ ਖੱਬੇ ਪਾਸੇ ਪਹਿਲਾਂ ਤੋਂ ਹੀ ਨਿਰਧਾਰਿਤ ਕੀਤੀ ਗਈ ਹੁੰਦੀ ਹੈ। ਅਸੀਂ ਆਪਣੀ ਲੋੜ ਅਨੁਸਾਰ ਅਲਾਈਨ ਐਟਰੀਬਿਊਟ ਦੀ ਵਰਤੋਂ ਕਰਕੇ ਇਸ ਨੂੰ ਖੱਬੇ ਸੱਜੇ ਅਤੇ ਵਿਚਕਾਰ ਸੈੱਟ ਕਰ ਸਕਦੇ ਹਾਂ। ਸੋ ਹੁਣ ਅਸੀਂ ਹੈਡਿੰਗ ਟੈਗ ਨੂੰ ਵਰਤੋਂ ਬਾਰੇ ਸਿੱਖਾਂਗੇ। ਸਾਡੇ ਕੋਲ ਹੈਡਿੰਗ ਦੇ 6 ਪੱਧਰ ਹੁੰਦੇ ਨੇ। ਤਾਂ ਸਭ ਤੋਂ ਪਹਿਲਾਂ ਅਸੀਂ ਇਸ ਦਾ ਟਾਈਟਲ ਮੈਂਸ਼ਨ ਕਰ ਦਿੱਤਾ ਹੈਡਿੰਗ ਟੈਗ। ਬੋਡੀ ਦੇ ਵਿੱਚ ਅਸੀਂ H1 ਤੋਂ ਲੈ ਕੇ H6 ਤੱਕ ਜਿਹੜੇ ਹੈਡਿੰਗ ਹੈ ਉਹ ਲਿਖ ਲਏ ਆ। ਤਾਂ ਹਰੇਕ ਦਾ ਅਸੀਂ ਨਾਂ ਦੇ ਦਿੱਤਾ ਦਿਸ ਇਜ਼ ਸੈਂਪਲ ਹੈਡਿੰਗ 1 2 3 4 5 6 ਤੇ ਹਰੇਕ ਹੈਡਿੰਗ ਦੇ ਤੋਂ ਹੈਡਿੰਗ ਜਿਹੜਾ ਟੈਗ ਹੈ ਇਹ ਸਾਡੇ ਕੋਲ ਇੱਕ ਪੇਅਰ ਟੈਗ ਹੈ, ਇਸ ਕਰਕੇ ਅਖੀਰ ਵਿੱਚ ਇਸ ਦਾ ਇੱਕ ਕਲੋਜ਼ਿੰਗ ਟੈਗ ਲਗਾਇਆ ਹੋਇਆ ਹੈ। H2 ਦਾ H2 ਕਲੋਜ਼ਿੰਗ ਟੈਗ, H3 ਦਾ H3, ਇਸ ਤਰ੍ਹਾਂ ਨਾਲ H6 ਤੱਕ ਅਸੀਂ ਇਸ ਦੇ ਕਲੋਜ਼ਿੰਗ ਟੈਗ ਲਗਾਏ ਹੋਏ ਆ। ਲਾਸਟ ਵਿੱਚ ਬੋਡੀ ਦਾ ਕਲੋਜ਼ਿੰਗ ਟੈਗ ਅਤੇ ਅਖੀਰ ਵਿੱਚ HTML ਦਾ ਕਲੋਜ਼ਿੰਗ ਟੈਗ ਲਗਾਇਆ ਹੋਇਆ। ਸੋ ਹੁਣ ਅਸੀਂ ਇਸ ਪ੍ਰੋਗਰਾਮ ਨੂੰ ਚਲਾ ਕੇ ਦੇਖ ਲੈਂਦੇ ਹਾਂ। ਉਸ ਲਈ ਦੁਬਾਰਾ ਤੋਂ ਅਸੀਂ ਫਾਈਲ ਟੈਬ ਤੇ ਜਾਵਾਂਗੇ, ਓਪਨ ਇਨ ਡਿਫਾਲਟ ਵਿਊਅਰ ਤੇ ਕਲਿੱਕ ਕਰਾਂਗੇ ਤਾਂ ਤੁਸੀਂ ਦੇਖ ਪਾ ਰਹੇ ਹੋ ਜਿਹੜਾ ਸਾਡੇ ਕੋਲ ਹੈਡਿੰਗ 1 ਹੈ ਇਸ ਦਾ ਸਾਡੇ ਕੋਲ ਜਿਹੜਾ ਫੌਂਟ ਜਾਂ ਅੱਖਰਾਂ ਦਾ ਸਾਈਜ਼ ਹੈ ਉਹ ਹੈਡਿੰਗ 2 ਨਾਲੋਂ ਜ਼ਿਆਦਾ ਹੈ। ਸੋ ਹੈਡਿੰਗ 3 ਦਾ 2 ਨਾਲੋਂ ਛੋਟਾ, 4 3 ਨਾਲੋਂ ਛੋਟਾ, 5 ਹੈਡਿੰਗ 4 ਨਾਲੋਂ ਛੋਟਾ, ਹੈਡਿੰਗ 6 ਹੈਡਿੰਗ 5 ਨਾਲੋਂ ਛੋਟਾ। ਸੋ ਇਸ ਤਰ੍ਹਾਂ ਦੇ ਨਾਲ ਜਦੋਂ ਤੁਸੀਂ ਕੋਈ ਵੀ ਡਾਕੂਮੈਂਟ ਵੈਬ ਪੇਜ HTML ਡਾਕੂਮੈਂਟ ਥਰੂ ਬਣਾਓਗੇ ਤਾਂ ਤੁਸੀਂ ਆਪਣੀ ਲੋੜ ਦੇ ਮੁਤਾਬਕ ਇਹ ਸਿਲੈਕਟ ਕਰ ਸਕਦੇ ਹੋ ਤੁਸੀਂ ਕਿਹੜੇ ਹੈਡਿੰਗ ਦੀ ਚੋਣ ਕਰਨੀ ਹੈ।
ਸੋ ਇਸ ਤੋਂ ਬਾਅਦ ਅਸੀਂ ਇਸ ਦਾ ਅਗਲਾ ਐਟਰੀਬਿਊਟ ਅਲਾਈਨ ਉਸਨੂੰ ਸੈੱਟ ਕਰਕੇ ਦੇਖ ਲੈਂਦੇ ਹਾਂ। ਸੋ ਅਲਾਈਨ ਦੇ ਰਾਹੀਂ ਅਸੀਂ ਇਹ ਨਿਰਧਾਰਿਤ ਕਰ ਸਕਦੇ ਹਾਂ ਕਿ ਸਾਡਾ ਜਿਹੜਾ ਹੈਡਿੰਗ ਹੈ ਉਹ ਕਿੱਥੇ ਆਏਗਾ। ਜਿਵੇਂ ਮੰਨ ਲਓ ਇਸ ਦਾ ਮੈਂ ਵੈਲਿਊ ਦੇ ਦਿੰਦਾ ਅਲਾਈਨਮੈਂਟ ਦੀ ਸੈਂਟਰ, ਕਿ ਜਿਹੜਾ ਦਿਸ ਇਜ਼ ਅ ਸੈਂਪਲ ਹੈਡਿੰਗ 1, ਇਹ ਜਿਹੜਾ ਹੈਡਿੰਗ ਹੈ ਉਹ ਪੇਜ ਦੇ ਸੈਂਟਰ ਵਿੱਚ ਆਵੇ। ਇਸ ਤੋਂ ਬਾਅਦ ਅਸੀਂ ਦੁਬਾਰਾ ਤੋਂ ਫਾਈਲ ਤੇ ਜਾ ਕੇ ਓਪਨ ਐਂਡ ਡਿਫਾਲਟ ਵਿਊਅਰ ਤੇ ਕਲਿੱਕ ਕਰਾਂਗੇ ਤਾਂ ਤੁਸੀਂ ਦੇਖ ਪਾ ਰਹੇ ਹੋ ਅਸੀਂ ਸਿਰਫ ਇਸ ਹੈਡਿੰਗ ਤੇ ਹੀ ਜਿਹੜੀ ਅਲਾਈਨਮੈਂਟ ਸੈਂਟਰ ਅਪਲਾਈ ਕੀਤੀ ਸੀਗੀ, ਇਸ ਕਰਕੇ ਸੈਂਟਰ 'ਚ ਆ ਰਿਹਾ ਹੈ। ਸੋ ਇਸੇ ਤਰ੍ਹਾਂ ਦੇ ਨਾਲ ਤੁਸੀਂ ਇਹਨੂੰ ਰਾਈਟ ਤੇ ਅਲਾਈਨ ਕਰਨਾ ਤਾਂ ਰਾਈਟ ਜਿਹੜੀ ਅਲਾਈਨਮੈਂਟ ਆ ਉਹ ਮੈਂਸ਼ਨ ਕਰ ਸਕਦੇ ਹੋ। ਸੋ ਹਰੇਕ ਹੈਡਿੰਗ ਦੇ ਵਿੱਚ ਤੁਹਾਨੂੰ ਇਸ ਦੀ ਅਲਾਈਨਮੈਂਟ ਸੈੱਟ ਕਰਨੀ ਪਵੇਗੀ ਜੇਕਰ ਤੁਸੀਂ ਇਸ ਨੂੰ ਸੈਂਟਰ ਜਾਂ ਰਾਈਟ ਦੇ ਵਿੱਚ ਲਿਆਉਣਾ ਚਾਹੁੰਦੇ ਹੋ। ਸੋ ਜਦੋਂ ਵੀ ਅਸੀਂ ਇਸ ਨੂੰ ਕੋਈ ਵੀ ਅਲਾਈਨਮੈਂਟ ਜੇਕਰ ਅਸੀਂ ਇਸ ਦੀ ਸੈੱਟ ਨਹੀਂ ਵੀ ਕਰਦੇ ਤਾਂ ਬਾਈ ਡਿਫਾਲਟ ਇਹ ਖੱਬੇ ਪਾਸੇ ਹੀ ਦਿਖਾਈ ਦਿੰਦਾ ਹੈ। ਅਗਲਾ ਟੌਪਿਕ ਹੈ ਪੈਰਾਗ੍ਰਾਫ ਬਣਾਉਣਾ। ਸੋ ਪੈਰਾਗ੍ਰਾਫ ਟੈਗ P ਦੀ ਵਰਤੋਂ ਪੈਰਾਗ੍ਰਾਫ ਨੂੰ ਪਰਿਭਾਸ਼ਿਤ ਕਰਨ ਲਈ ਕੀਤੀ ਜਾਂਦੀ ਹੈ। ਸੋ ਵੈਬ ਬਰਾਊਜ਼ਰ ਪੈਰਾਗ੍ਰਾਫ ਤੋਂ ਪਹਿਲਾਂ ਅਤੇ ਬਾਅਦ ਵਿੱਚ ਖੁਦ ਹੀ ਇੱਕ ਖਾਲੀ ਲਾਈਨ ਸ਼ਾਮਲ ਕਰ ਦਿੰਦਾ ਹੈ ਅਤੇ ਇਹ ਇੱਕ ਪੇਅਰ ਟੈਗ ਹੈ। ਸੋ ਪੈਰਾਗ੍ਰਾਫ ਟੈਗ P ਕਿਸੇ ਵੀ ਪੈਰਾਗ੍ਰਾਫ ਤੋਂ ਪਹਿਲਾਂ ਅਤੇ ਬਾਅਦ ਵਿੱਚ ਖੁਦ ਹੀ ਖਾਲੀ ਸਪੇਸ ਛੱਡਦਾ ਹੈ, ਜੋ ਕਿ ਅਸਲ ਵਿੱਚ ਵੈਬ ਬਰਾਊਜ਼ਰ ਵੱਲੋਂ ਨਿਰਧਾਰਿਤ ਕੀਤਾ ਗਿਆ ਮਾਰਜਨ ਹੁੰਦਾ ਹੈ। ਸੋ ਉਦਾਹਰਨ ਦੇ ਲਈ P ਦਾ ਓਪਨਿੰਗ ਟੈਗ, ਕੰਪਿਊਟਰ ਸਾਇੰਸ ਕੰਟੈਂਟ, ਉਸ ਤੋਂ ਬਾਅਦ ਅਸੀਂ ਪੈਰਾਗ੍ਰਾਫ ਦਾ ਕਲੋਜ਼ਿੰਗ ਟੈਗ ਲਗਾਇਆ। ਸੋ ਬੋਡੀ ਟੈਗ ਦੀ ਤਰ੍ਹਾਂ ਪੈਰਾਗ੍ਰਾਫ ਟੈਗ ਦਾ ਵੀ ਅਲਾਈਨ ਐਟਰੀਬਿਊਟ ਹੁੰਦਾ ਹੈ, ਜਿਸ ਦੇ ਰਾਹੀਂ ਅਸੀਂ ਪੈਰਾਗ੍ਰਾਫ ਦੀ ਖੱਬੇ, ਵਿਚਕਾਰ ਅਤੇ ਸੱਜੇ ਅਲਾਈਨਮੈਂਟ ਸੈੱਟ ਕਰ ਸਕਦੇ ਹਾਂ। ਸੋ ਇਸ ਦੇ ਸਾਡੇ ਕੋਲ ਉਦਾਹਰਣ ਹੈ ਲੈਫਟ ਐਂਗਲ ਬ੍ਰੈਕਟ P ਅਲਾਈਨ ਇਕੁਅਲ ਟੂ ਡਬਲ ਕੋਟ ਵਿੱਚ ਲੈਫਟ ਰਾਈਟ ਐਂਗਲ ਬ੍ਰੈਕਟ ਕਲੋਜ਼। ਫਿਰ ਸਾਨੂੰ ਦੱਸ ਰਿਹਾ ਜਿਹੜਾ ਸਾਡਾ ਪੈਰਾਗ੍ਰਾਫ ਹੈ ਉਹ ਖੱਬੇ ਤੋਂ ਸ਼ੁਰੂ ਹੋਏਗਾ। ਅਤੇ ਦੂਸਰੀ ਸਾਡੀ ਐਗਜ਼ਾਮਪਲ ਹੈ ਲੈਫਟ ਐਂਗਲ ਬ੍ਰੈਕਟ P ਸਪੇਸ ਅਲਾਈਨ ਇਕੁਅਲ ਟੂ ਡਬਲ ਕੋਟ ਵਿੱਚ ਰਾਈਟ, ਉਸ ਤੋਂ ਬਾਅਦ ਅਸੀਂ ਰਾਈਟ ਐਂਗਲ ਬ੍ਰੈਕਟ ਨੂੰ ਬੰਦ ਕਰ ਦਿੱਤਾ ਹੈ। ਸੋ ਸਾਨੂੰ ਦੱਸ ਰਿਹਾ ਸਾਡਾ ਪੈਰਾਗ੍ਰਾਫ ਹੈ ਉਹ ਸੱਜੇ ਪਾਸੇ ਵੱਲ ਨੂੰ ਸ਼ੋ ਹੋਏਗਾ। ਹੁਣ ਅਸੀਂ ਪੈਰਾਗ੍ਰਾਫ ਟੈਗ ਦਾ ਪ੍ਰੋਗਰਾਮ ਦੇਖ ਲੈਂਦੇ ਹਾਂ। ਇਸ ਵਿੱਚ ਅਸੀਂ ਇਸ ਦਾ ਟਾਈਟਲ ਮੈਂਸ਼ਨ ਕੀਤਾ ਹੈ ਪੈਰਾਗ੍ਰਾਫ ਟੈਗ। ਬੋਡੀ ਦੇ ਵਿੱਚ ਅਸੀਂ ਇੱਕ ਪੈਰਾਗ੍ਰਾਫ ਲਿਆ ਜਿਹਦੇ ਵਿੱਚ ਤੁਸੀਂ ਦੇਖ ਪਾ ਰਹੇ ਹੋ ਪਹਿਲੀ ਲਾਈਨ 'ਚ ਲਿਖਿਆ ਕੰਪਿਊਟਰ ਇਜ਼ ਐਨ ਇਲੈਕਟ੍ਰੋਨਿਕ ਮਸ਼ੀਨ, ਉਸ ਤੋਂ ਬਾਅਦ ਅਸੀਂ ਖਾਲੀ ਸਪੇਸ ਦੇ ਦਿੱਤਾ। ਅਗਲੀ ਲਾਈਨ 'ਚ ਅਸੀਂ ਲਿਖਿਆ ਹੈ ਇਟ ਐਕਸੈਪਟ ਡਾਟਾ ਐਸ ਇਨਪੁਟ ਫਰੋਮ ਦਾ ਕੀਬੋਰਡ, ਅਤੇ ਉਸ ਤੋਂ ਬਾਅਦ ਅਸੀਂ ਇਸ ਵਿੱਚ ਕੁਝ ਖਾਲੀ ਸਪੇਸ ਦਿੱਤੇ ਨੇ ਐਂਡ ਪ੍ਰੋਵਾਈਡ ਅਸ ਦਾ ਡਿਜ਼ਾਇਰਡ ਰਿਜ਼ਲਟ ਆਫਟਰ ਪ੍ਰੋਸੈਸਿੰਗ। ਤੁਸੀਂ ਦੇਖ ਪਾ ਰਹੇ ਹੋ ਇਸ ਵਿੱਚ ਅਸੀਂ ਪਹਿਲੀ ਲਾਈਨ ਦੇ ਵਿੱਚ ਕੁਝ ਖਾਲੀ ਥਾਵਾਂ ਛੱਡੀਆਂ ਨੇ, ਉਸ ਤੋਂ ਬਾਅਦ ਕੀਬੋਰਡ ਤੋਂ ਬਾਅਦ ਇਹ ਜਿਹੜਾ ਖਾਲੀ ਸਪੇਸ ਅਸੀਂ ਛੱਡਿਆ ਹੈ ਅਤੇ ਇਸ ਦੇ ਅਖੀਰ ਵਿੱਚ ਅਸੀਂ ਪੈਰਾਗ੍ਰਾਫ ਟੈਗ ਨੂੰ ਬੰਦ ਕਰ ਦਿੱਤਾ ਹੈ। ਸੇਮ ਇਸੇ ਤਰ੍ਹਾਂ ਬੋਡੀ ਅਤੇ HTML ਟੈਗ ਦਾ ਕਲੋਜ਼ਿੰਗ ਟੈਗ ਲਗਾ ਦਿੱਤਾ ਹੈ। ਸੋ ਹੁਣ ਅਸੀਂ ਇਸ ਪ੍ਰੋਗਰਾਮ ਨੂੰ ਪਹਿਲਾਂ ਸੇਵ ਕਰ ਲੈਂਦੇ ਹਾਂ। ਸੇਵ ਕਰਨ ਤੋਂ ਬਾਅਦ ਹੁਣ ਅਸੀਂ ਫਾਈਲ ਤੇ ਜਾ ਕੇ ਇਸ ਨੂੰ ਓਪਨ ਐਂਡ ਡਿਫਾਲਟ ਵਿਊਅਰ ਤੇ ਕਲਿੱਕ ਕਰਾਂਗੇ ਤਾਂ ਤੁਸੀਂ ਦੇਖ ਪਾ ਰਹੇ ਹੋ ਇਹ ਜਿਹੜਾ ਪੈਰਾਗ੍ਰਾਫ ਹੈ ਜਿੰਨੇ ਵੀ ਕੀਬੋਰਡ ਤੋਂ ਬਾਅਦ ਅਸੀਂ ਖਾਲੀ ਥਾਂ ਦਿੱਤੇ ਸੀਗੇ, ਮਸ਼ੀਨ ਤੋਂ ਬਾਅਦ ਅਸੀਂ ਇੱਕ ਲਾਈਨ ਦਾ ਸਪੇਸ ਦਿੱਤਾ ਸੀ। ਸੋ ਪੈਰਾਗ੍ਰਾਫ ਟੈਗ ਸੋ ਬਰਾਊਜ਼ਰ ਪੈਰਾਗ੍ਰਾਫ ਦੇ ਵਿੱਚ ਕੋਈ ਵੀ ਖਾਲੀ ਸਪੇਸ ਜਾਂ ਕੋਈ ਵੀ ਖਾਲੀ ਥਾਂ ਉਸ ਨੂੰ ਇਗਨੋਰ ਕਰਦਾ ਹੈ ਅਤੇ ਉਸ ਨੂੰ ਇਕੱਠਾ ਕਰਕੇ ਦਿਖਾ ਦਿੰਦਾ ਹੈ। ਸੋ ਇਸ ਪੈਰਾਗ੍ਰਾਫ ਨੂੰ ਅਸੀਂ ਅਲਾਈਨ ਵੀ ਕਰ ਸਕਦੇ ਹਾਂ। ਉਸ ਲਈ ਅਸੀਂ ਦੁਬਾਰਾ ਤੋਂ ਪੈਰਾਗ੍ਰਾਫ ਟੈਗ ਦੇ ਓਪਨਿੰਗ ਟੈਗ ਦੇ ਵਿੱਚ ਇਸ ਦਾ ਐਟਰੀਬਿਊਟ ਯੂਜ਼ ਕਰਾਂਗੇ ਅਲਾਈਨ। ਸੋ ਜੇਕਰ ਤੁਸੀਂ ਅਲਾਈਨਮੈਂਟ ਨਹੀਂ ਵੀ ਕਰਦੇ ਤਾਂ ਬਾਈ ਡਿਫਾਲਟ ਇਸ ਦੀ ਅਲਾਈਨਮੈਂਟ ਲੈਫਟ ਤੇ ਹੀ ਰਹਿੰਦੀ ਹੈ। ਸੋ ਮੰਨ ਲਓ ਹੁਣ ਅਸੀਂ ਇਸ ਦੀ ਅਲਾਈਨਮੈਂਟ ਸੈੱਟ ਕਰ ਰਹੇ ਹਾਂ ਸੈਂਟਰ। ਫਿਰ ਦੁਬਾਰਾ ਅਸੀਂ ਇਸ ਫਾਈਲ ਨੂੰ ਸੇਵ ਕਰਾਂਗੇ। ਸੇਵ ਕਰਨ ਤੋਂ ਬਾਅਦ ਫਾਈਲ ਓਪਨ ਇਨ ਡਿਫਾਲਟ ਵਿਊਅਰ ਤੇ ਕਲਿੱਕ ਕਰਾਂਗੇ। ਤੁਸੀਂ ਦੇਖ ਪਾ ਰਹੇ ਹੁਣ ਇਸ ਪੈਰਾਗ੍ਰਾਫ ਦੀ ਅਲਾਈਨਮੈਂਟ ਸੈਂਟਰ ਵਿੱਚ ਹੋ ਚੁੱਕੀ ਹੈ। ਸੋ ਇਸੇ ਤਰ੍ਹਾਂ ਦੇ ਨਾਲ ਤੁਸੀਂ ਇਸ ਦੀ ਅਲਾਈਨਮੈਂਟ ਰਾਈਟ ਜਾਂ ਜਸਟੀਫਾਈ ਜਿਹੜੀ ਵੀ ਅਲਾਈਨਮੈਂਟ ਤੁਸੀਂ ਸੈੱਟ ਕਰਨੀ ਚਾਹੋ ਉਹ ਸੈੱਟ ਕਰ ਸਕਦੇ ਹੋ। ਅਗਲਾ ਸਾਡੇ ਕੋਲ ਟੌਪਿਕ ਹੈ ਸੁਪਰਸਕ੍ਰਿਪਟ ਅਤੇ ਸਬਸਕ੍ਰਿਪਟ ਟੈਕਸਟ। ਸੋ HTML ਡਾਕੂਮੈਂਟ ਵਿੱਚ ਅਸੀਂ ਸੁਪਰਸਕ੍ਰਿਪਟ ਟੈਗ ਨੂੰ SUP ਦੇ ਨਾਲ ਪ੍ਰਦਰਸ਼ਿਤ ਕਰਦੇ ਹਾਂ। ਸੋ HTML ਡਾਕੂਮੈਂਟ ਵਿੱਚ ਸੁਪਰਸਕ੍ਰਿਪਟ ਟੈਗ ਦੀ ਵਰਤੋਂ ਕਰਦੇ ਹੋਏ ਅਸੀਂ ਸੁਪਰਸਕ੍ਰਿਪਟ ਰੂਪ ਵਿੱਚ ਟੈਕਸਟ ਦਾਖਲ ਕਰ ਸਕਦੇ ਹਾਂ ਅਤੇ ਇਹ ਇੱਕ ਪੇਅਰ ਟੈਗ ਹੈ। ਸੁਪਰਸਕ੍ਰਿਪਟ ਟੈਕਸਟ ਆਮ ਲਾਈਨ ਦੇ ਅੱਧੇ ਅੱਖਰ ਤੋਂ ਉੱਪਰ ਦਿਖਾਈ ਦਿੰਦਾ ਹੈ ਅਤੇ ਇਸ ਦੇ ਲਈ ਸੁਪਰਸਕ੍ਰਿਪਟ ਦਾ ਓਪਨਿੰਗ ਅਤੇ ਸੁਪਰਸਕ੍ਰਿਪਟ ਦਾ ਕਲੋਜ਼ਿੰਗ ਟੈਗ ਵਰਤਿਆ ਜਾਂਦਾ ਹੈ। ਉਦਾਹਰਨ ਦੇ ਲਈ a ਦੀ ਪਾਵਰ 2, ਇਸ ਵਿੱਚ ਜਿਹੜਾ 2 ਹੈ 2 ਨੂੰ ਅਸੀਂ ਸੁਪਰਸਕ੍ਰਿਪਟ ਕਹਿ ਸਕਦੇ ਹਾਂ, ਜੋ ਕਿ ਨਾਰਮਲ ਲਾਈਨ ਤੋਂ ਥੋੜਾ ਉੱਪਰ ਅੱਖਰ ਦਿਖਾਈ ਦੇ ਰਿਹਾ ਹੈ।
ਸੋ ਸੁਪਰਸਕ੍ਰਿਪਟ ਟੈਕਸਟ ਦੀ ਵਰਤੋਂ ਗਣਿਤਿਕ ਸਮੀਕਰਨਾਂ ਵਿੱਚ ਕੀਤੀ ਜਾਂਦੀ ਹੈ। ਸੋ ਹੁਣ ਅਸੀਂ ਸੁਪਰਸਕ੍ਰਿਪਟ ਟੈਗ ਦੀ ਉਦਾਹਰਨ ਦੇਖ ਲੈਂਦੇ ਹਾਂ। ਸੋ ਅਸੀਂ ਇਸ ਦੇ ਵੈਬ ਪੇਜ ਦਾ ਟਾਈਟਲ ਮੈਂਸ਼ਨ ਕੀਤਾ ਹੈ ਸੁਪਰਸਕ੍ਰਿਪਟ ਟੈਗ। ਬੋਡੀ ਦੇ ਵਿੱਚ ਅਸੀਂ ਇੱਕ ਹੈਡਿੰਗ ਟੈਗ ਯੂਜ਼ ਕੀਤਾ, ਹੈਡਿੰਗ ਲੈਵਲ 1, ਜਿਸ ਵਿੱਚ ਅਸੀਂ ਲਿਖਿਆ ਹੈ ਮੈਥਮੈਟੀਕਲ ਇਕੁਏਸ਼ਨ। ਤੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਕੋਲ ਜਿਹੜਾ A ਲੈਟਰ ਹੈ ਤੇ ਜਿਹੜਾ 2 ਅੱਖਰ ਹੈ, 2 ਲੈਟਰ ਕਿਵੇਂ ਆਏ, A ਦੀ ਪਾਵਰ 2 ਜਾਂ A ਸਕੁਅਰ। ਸੋ ਅਸੀਂ ਕਰਾਂਗੇ ਜਿਸ ਨੂੰ ਅਸੀਂ ਸਕੁਅਰ ਬਣਾਉਣਾ ਚਾਹੁੰਦੇ ਹਾਂ ਉਸ ਅੱਖਰ ਨੂੰ ਅਸੀਂ ਸੁਪਰਸਕ੍ਰਿਪਟ ਟੈਗ ਦੇ ਵਿੱਚ ਲਿਖ ਦਿੱਤਾ ਹੈ। ਤੁਸੀਂ ਚਾਹੁੰਦੇ ਹੋ ਕਿ ਸਾਡੀ ਕਾਲਜ ਦੀ ਆਉਟਪੁੱਟ ਕੀ ਆਵੇ, ਮੈਥਮੈਟੀਕਲ ਇਕੁਏਸ਼ਨ A ਦੀ ਪਾਵਰ 2 ਨਾਲ B। ਉਸ ਤੋਂ ਬਾਅਦ ਅਸੀਂ ਹੈਡਿੰਗ ਟੈਗ ਨੂੰ ਕਲੋਜ਼ ਕਰ ਦਿੱਤਾ ਹੈ। ਉਸ ਤੋਂ ਬਾਅਦ ਬੋਡੀ ਅਤੇ HTML ਟੈਗ ਨੂੰ ਕਲੋਜ਼ ਕਰ ਦਿੱਤਾ ਹੈ। ਸੋ ਹੁਣ ਅਸੀਂ ਇਸ ਨੂੰ ਪਹਿਲਾਂ ਸੇਵ ਕਰ ਲੈਂਦੇ ਹਾਂ। ਸੇਵ ਕਰਨ ਤੋਂ ਬਾਅਦ ਫਾਈਲ ਤੇ ਜਾਵਾਂਗੇ। ਫਾਈਲ ਤੇ ਜਾਣ ਤੋਂ ਬਾਅਦ ਓਪਨ ਇਨ ਡਿਫਾਲਟ ਵਿਊ ਤੇ ਕਲਿੱਕ ਕਰਾਂਗੇ। ਤਾਂ ਹੁਣ ਤੁਸੀਂ ਦੇਖ ਪਾ ਰਹੇ ਹੋ ਜਿੱਦਾਂ ਅਸੀਂ ਚਾਹੁੰਦੇ ਸੀ ਕਿ ਸਾਨੂੰ ਇਸ ਤਰ੍ਹਾਂ ਦੇ ਨਾਲ ਨਤੀਜਾ ਆਵੇ, ਸੇਮ ਉਸੇ ਤਰ੍ਹਾਂ ਇਸ ਦਾ ਨਤੀਜਾ ਆ ਗਿਆ, ਮੈਥਮੈਟੀਕਲ ਇਕੁਏਸ਼ਨ A ਸਕੁਅਰ B। ਸੋ ਇਸ ਤਰ੍ਹਾਂ ਦੇ ਨਾਲ ਤੁਸੀਂ ਜਿੱਥੇ ਵੀ ਤੁਹਾਨੂੰ ਲੱਗਦਾ ਹੈ ਕਿ ਸਾਨੂੰ ਜਿਹੜੀਆਂ ਵੈਲਿਊਜ਼ ਹੈ ਉਹ ਸੁਪਰਸਕ੍ਰਿਪਟ ਦੀ ਫਾਰਮ ਵਿੱਚ ਚਾਹੀਦੀਆਂ ਨੇ, ਸੋ ਇਸ ਤਰ੍ਹਾਂ ਦੇ ਨਾਲ ਤੁਸੀਂ ਸੁਪਰਸਕ੍ਰਿਪਟ ਟੈਗ ਦੀ ਵਰਤੋਂ ਕਰ ਸਕਦੇ ਹੋ। ਅਗਲਾ ਸਾਡੇ ਕੋਲ ਟੌਪਿਕ ਹੈ ਸਬਸਕ੍ਰਿਪਟ। ਸੋ HTML ਡਾਕੂਮੈਂਟ ਵਿੱਚ ਸਬਸਕ੍ਰਿਪਟ ਨੂੰ SUB ਦੇ ਨਾਲ ਪ੍ਰਦਰਸ਼ਿਤ ਕੀਤਾ ਜਾਂਦਾ ਹੈ। ਸੋ HTML ਡਾਕੂਮੈਂਟ ਵਿੱਚ ਸਬਸਕ੍ਰਿਪਟ ਟੈਗ ਦੀ ਵਰਤੋਂ ਕਰਦੇ ਹੋਏ ਅਸੀਂ ਸਬਸਕ੍ਰਿਪਟ ਰੂਪ ਵਿੱਚ ਟੈਕਸਟ ਦਾਖਲ ਕਰ ਸਕਦੇ ਹਾਂ ਅਤੇ ਇਹ ਇੱਕ ਪੇਅਰ ਟੈਗ ਹੈ। ਸਬਸਕ੍ਰਿਪਟ ਟੈਕਸਟ ਆਮ ਲਾਈਨ ਦੇ ਅੱਧੇ ਅੱਖਰ ਤੋਂ ਹੇਠਾਂ ਦਿਖਾਈ ਦਿੰਦਾ ਹੈ। ਸਬਸਕ੍ਰਿਪਟ ਦਾ ਓਪਨਿੰਗ ਅਤੇ ਸਬਸਕ੍ਰਿਪਟ ਦਾ ਕਲੋਜ਼ਿੰਗ ਟੈਗ ਦੇ ਵਿਚਕਾਰ ਉਸ ਟੈਕਸਟ ਨੂੰ ਲਿਖਿਆ ਜਾਂਦਾ ਹੈ, ਉਸ ਟੈਕਸਟ ਨੂੰ ਲਿਖਿਆ ਜਾਂਦਾ ਜਿਸ ਨੂੰ ਅਸੀਂ ਸਬਸਕ੍ਰਿਪਟ ਕਰਨਾ ਚਾਹੁੰਦੇ ਹਾਂ। ਸੋ ਉਦਾਹਰਨ ਦੇ ਲਈ A ਦੇ ਪੈਰਾਂ 'ਚ 2, ਸੋ ਸਬਸਕ੍ਰਿਪਟ ਦੀ ਵਰਤੋਂ ਕਰਦੇ ਹੋਏ ਅਸੀਂ 2 ਨੂੰ A ਦੇ ਪੈਰਾਂ ਵਿੱਚ ਲਿਖ ਸਕਦੇ ਹਾਂ। ਸੋ ਸਬਸਕ੍ਰਿਪਟ ਟੈਕਸਟ ਦੀ ਵਰਤੋਂ ਰਸਾਇਣਿਕ ਫਾਰਮੂਲੇ ਲਿਖਣ ਲਈ ਕੀਤੀ ਜਾਂਦੀ ਹੈ। ਸੋ ਹੁਣ ਅਸੀਂ ਸਬਸਕ੍ਰਿਪਟ ਟੈਗ ਦੀ ਉਦਾਹਰਨ ਦੇਖਾਂਗੇ। ਇਸ ਵਿੱਚ ਅਸੀਂ ਵੈਬ ਪੇਜ ਦਾ ਟਾਈਟਲ ਮੈਂਸ਼ਨ ਕੀਤਾ ਹੈ ਸਬਸਕ੍ਰਿਪਟ ਟੈਗ। ਉਸ ਤੋਂ ਬਾਅਦ ਅਸੀਂ ਬੋਡੀ ਟੈਗ ਦੇ ਵਿੱਚ ਆ ਜਾਵਾਂਗੇ। ਇਸ ਵਿੱਚ ਅਸੀਂ ਇੱਕ ਹੈਡਿੰਗ ਟੈਗ ਯੂਜ਼ ਕੀਤਾ ਹੈ। ਸੋ ਹੈਡਿੰਗ ਟੈਗ ਦੇ ਵਿੱਚ ਅਸੀਂ ਲਾਈਨ ਲਿਖੀ ਹੈ ਕੈਮੀਕਲ ਇਕੁਏਸ਼ਨ CO2। ਤੇ ਜਿਵੇਂ ਕਿ ਜਾਣਦੇ ਹੋ ਕਿ ਕੈਮੀਕਲ ਇਕੁਏਸ਼ਨਾਂ ਨੂੰ ਅਸੀਂ ਜਿੱਦਾਂ CO ਤੇ ਜਿਹੜਾ 2 ਅਸੀਂ ਚਾਹੁੰਦੇ ਹਾਂ ਕਿ ਇਸ ਦੇ ਪੈਰਾਂ ਵਿੱਚ ਆਵੇ, ਤਾਂ ਉਸ ਦੇ ਲਈ ਅਸੀਂ ਸਬਸਕ੍ਰਿਪਟ ਯੂਜ਼ ਕਰਾਂਗੇ। ਸੋ ਉਸੇ ਤਰ੍ਹਾਂ ਦੇ ਨਾਲ ਜਿਵੇਂ ਅਸੀਂ ਸਬਸਕ੍ਰਿਪਟ ਕੀਤਾ ਸੀਗਾ ਕਿ ਜਿਸ ਨੂੰ ਤੁਸੀਂ ਉਸ ਦੇ ਹੇਠਾਂ ਲਿਆਉਣਾ ਚਾਹੁੰਦੇ ਹੋ ਉਸ ਨੂੰ ਅਸੀਂ ਸਬਸਕ੍ਰਿਪਟ ਟੈਗ ਦੇ ਵਿਚਕਾਰ ਲਿਖਾਂਗੇ। ਉਸ ਤੋਂ ਬਾਅਦ ਅਸੀਂ H1 ਟੈਗ ਦਾ ਕਲੋਜ਼ਿੰਗ ਟੈਗ ਲਗਾ ਦਿੱਤਾ ਹੈ। ਸੋ ਹੁਣ ਅਸੀਂ ਇਸ ਫਾਈਲ ਨੂੰ ਸੇਵ ਕਰਨ ਤੋਂ ਬਾਅਦ ਫਾਈਲ ਤੇ ਕਲਿੱਕ ਕਰਾਂਗੇ, ਓਪਨ ਇਨ ਡਿਫਾਲਟ ਵਿਊਅਰ ਤੇ ਕਲਿੱਕ ਕਰਾਂਗੇ। ਤੁਸੀਂ ਦੇਖ ਪਾ ਰਹੇ ਹੋ ਜਿੱਦਾਂ ਜੀ ਅਸੀਂ ਆਉਟਪੁੱਟ ਚਾਹੁੰਦੇ ਸੀ ਸੇਮ ਉਸੇ ਤਰ੍ਹਾਂ ਦੀ ਆਉਟਪੁੱਟ ਸਾਨੂੰ ਪ੍ਰਾਪਤ ਹੋ ਚੁੱਕੀ ਹੈ, ਕੈਮੀਕਲ ਇਕੁਏਸ਼ਨ CO2। ਸੋ ਇਸ ਤਰ੍ਹਾਂ ਦੇ ਨਾਲ ਇਸ ਤਰ੍ਹਾਂ ਦੀ ਜਿਹੜੀ ਵੈਲਿਊਜ਼ ਹੈ ਉਸ ਨੂੰ ਅਸੀਂ ਸਬਸਕ੍ਰਿਪਟ ਟੈਗ ਦੇ ਨਾਲ ਪੂਰਾ ਕਰ ਸਕਦੇ ਹਾਂ। ਅਗਲਾ ਸਾਡੇ ਕੋਲ ਟੌਪਿਕ ਹੈ ਫੌਂਟ ਨਾਲ ਕੰਮ ਕਰਨਾ। ਸੋ ਫੌਂਟ ਟੈਕਸਟ ਦੀ ਪਹਿਲਾਂ ਤੋਂ ਪਰਿਭਾਸ਼ਿਤ ਸਟਾਈਲ, ਬਣਤਰ ਅਤੇ ਸਾਈਜ਼ ਨੂੰ ਦਰਸਾਉਂਦਾ ਹੈ, ਜੋ ਕਿ ਵੈਬ ਪੇਜ ਵਿੱਚ ਸਾਡੇ ਡਾਟੇ ਨੂੰ ਫਾਰਮੈਟ ਕਰਨ ਵਿੱਚ ਮਦਦ ਕਰਦਾ ਹੈ। ਸੋ ਫੌਂਟ ਟੈਗ ਦੇ 4 ਮੁੱਖ ਐਟਰੀਬਿਊਟ ਹੇਠਾਂ ਦਿੱਤੇ ਗਏ ਹਨ, ਜਿਸ ਵਿੱਚ ਪਹਿਲਾ ਹੈ ਫੌਂਟ ਸਟਾਈਲ, ਫੌਂਟ ਫੇਸ, ਫੌਂਟ ਕਲਰ ਅਤੇ ਫੌਂਟ ਸਾਈਜ਼। ਸੋ ਹੁਣ ਅਸੀਂ ਇਹਨਾਂ ਬਾਰੇ ਇੱਕ ਇੱਕ ਕਰਕੇ ਜਾਣ ਲੈਂਦੇ ਹਾਂ। ਸਭ ਤੋਂ ਪਹਿਲਾਂ ਅਸੀਂ ਜਾਣਾਂਗੇ ਫੌਂਟ ਸਟਾਈਲ। ਸੋ ਫੌਂਟ ਸਟਾਈਲ ਨੂੰ 3 ਤਰੀਕਿਆਂ ਨਾਲ ਬਦਲਿਆ ਜਾ ਸਕਦਾ ਹੈ, ਜਿਸ ਵਿੱਚ ਪਹਿਲਾ ਹੈ ਬੋਲਡ, ਦੂਸਰਾ ਇਟੈਲਿਕ ਅਤੇ ਤੀਸਰਾ ਅੰਡਰਲਾਈਨ। ਦੂਸਰਾ ਇਸ ਦਾ ਪੁਆਇੰਟ ਹੈ ਫੌਂਟ ਫੇਸ। ਸੋ ਫੌਂਟ ਫੇਸ ਰਾਹੀਂ ਅਸੀਂ ਟੈਕਸਟ ਦੇ ਅੱਖਰਾਂ ਨੂੰ ਬਦਲ ਸਕਦੇ ਹਾਂ। ਉਦਾਹਰਨ ਦੇ ਲਈ ਲੈਫਟ ਐਂਗਲ ਬ੍ਰੈਕਟ ਫੌਂਟ ਸਪੇਸ ਦੇ ਕੇ ਫੇਸ ਇਕੁਅਲ ਟੂ ਡਬਲ ਕੋਡ ਵਿੱਚ ਅਸੀਂ ਉਸ ਫੌਂਟ ਦਾ ਨਾਮ ਲਿਖਾਂਗੇ। ਫੇਸ ਅਸੀਂ ਆਪਣੇ ਟੈਕਸਟ ਤੇ ਅਪਲਾਈ ਕਰਨਾ ਚਾਹੁੰਦੇ ਹਾਂ। ਉਸ ਤੋਂ ਬਾਅਦ ਤੁਸੀਂ ਉਹ ਟੈਕਸਟ ਲਿਖਣਾ ਹੈ ਜਿਸ ਦੇ ਉੱਪਰ ਤੁਸੀਂ ਇਸ ਫੌਂਟ ਨੂੰ ਅਪਲਾਈ ਕਰਨਾ ਚਾਹੁੰਦੇ ਹੋ। ਜਿਵੇਂ ਇਸ ਵਿੱਚ ਅਸੀਂ ਕੰਟੈਂਟ ਲਿਖਿਆ ਕੰਪਿਊਟਰ ਸਾਇੰਸ, ਉਸ ਤੋਂ ਬਾਅਦ ਅਸੀਂ ਫੌਂਟ ਟੈਗ ਦਾ ਕਲੋਜ਼ਿੰਗ ਟੈਗ ਲਗਾ ਦਿੱਤਾ ਹੈ। ਤੀਸਰਾ ਸਾਡੇ ਕੋਲ ਹੈ ਫੌਂਟ ਕਲਰ। ਸੋ ਫੌਂਟ ਕਲਰ ਰਾਹੀਂ ਅਸੀਂ ਟੈਕਸਟ ਦਾ ਰੰਗ ਬਦਲ ਸਕਦੇ ਹਾਂ। ਉਦਾਹਰਨ ਦੇ ਲਈ ਲੈਫਟ ਐਂਗਲ ਬ੍ਰੈਕਟ ਫੌਂਟ ਕਲਰ ਇਕੁਅਲ ਟੂ ਡਬਲ ਕੋਡ ਵਿੱਚ ਤੁਸੀਂ ਕਲਰ ਦਾ ਨਾਮ ਲਿਖ ਸਕਦੇ ਹੋ। ਉਸ ਤੋਂ ਬਾਅਦ ਰਾਈਟ ਐਂਗਲ ਬ੍ਰੈਕਟ ਕਲੋਜ਼, ਉਸ ਤੋਂ ਬਾਅਦ ਕੰਪਿਊਟਰ ਸਾਇੰਸ ਕੰਟੈਂਟ, ਉਸ ਤੋਂ ਲਾਸਟ ਵਿੱਚ ਅਸੀਂ ਫੌਂਟ ਟੈਗ ਦਾ ਕਲੋਜ਼ਿੰਗ ਟੈਗ ਲਗਾ ਦਿੱਤਾ ਹੈ। ਸੋ ਇਸ ਦੀ ਜਦੋਂ ਆਉਟਪੁੱਟ ਸਾਨੂੰ ਆਏਗੀ, ਸੋ ਕੰਪਿਊਟਰ ਸਾਇੰਸ ਦਾ ਜਿਹੜਾ ਟੈਕਸਟ ਹੈ ਇਸ ਦਾ ਜਿਹੜਾ ਕਲਰ ਹੈ ਉਹ ਸਾਨੂੰ ਰੈੱਡ ਦਿਖਾਈ ਦੇਵੇਗਾ। ਉੱਥੋਂ ਸਾਡੇ ਕੋਲ ਫੌਂਟ ਸਾਈਜ਼।
ਸੋ ਫੌਂਟ ਸਾਈਜ਼ ਐਟਰੀਬਿਊਟ ਦੀ ਵਰਤੋਂ ਟੈਕਸਟ ਦਾ ਆਕਾਰ ਵਧਾਉਣ ਲਈ ਕੀਤੀ ਜਾਂਦੀ ਹੈ। ਇਸ ਵਿੱਚ 1 ਤੋਂ 7 ਤੱਕ ਟੈਕਸਟ ਦਾ ਸਾਈਜ਼ ਵਧਾਇਆ ਜਾ ਸਕਦਾ ਹੈ। ਸੋ ਇਸ ਦੀ ਉਦਾਹਰਨ ਹੈ ਲੈਫਟ ਐਂਗਲ ਬ੍ਰੈਕਟ ਫੌਂਟ, ਸਾਈਜ਼ ਇਜ਼ 2। ਉਸ ਤੋਂ ਬਾਅਦ ਟੈਕਸਟ ਹੈ ਸਾਡੇ ਕੋਲ ਕੰਪਿਊਟਰ ਸਾਇੰਸ, ਤੇ ਲਾਸਟ ਵਿੱਚ ਅਸੀਂ ਫੌਂਟ ਟੈਗ ਦਾ ਕਲੋਜ਼ਿੰਗ ਟੈਗ ਲਗਾ ਦਿੱਤਾ ਹੈ। ਸੋ ਜਦੋਂ ਇਸ ਦਾ ਨਤੀਜਾ ਆਏਗਾ, ਜਿਹੜਾ ਫੌਂਟ ਕੰਪਿਊਟਰ ਸਾਇੰਸ ਜਿਹੜਾ ਟੈਕਸਟ ਹੈ ਇਸ ਦਾ ਸਾਈਜ਼ 2 ਪੁਆਇੰਟ ਤੱਕ ਵੱਧ ਜਾਏਗਾ। ਸੋ ਹੁਣ ਤੱਕ ਅਸੀਂ ਫੌਂਟ ਟੈਗ ਬਾਰੇ ਪੜ੍ਹ ਚੁੱਕੇ ਹਾਂ। ਸੋ ਹੁਣ ਅਸੀਂ ਫੌਂਟ ਟੈਗ ਨੂੰ ਇੱਕ ਪ੍ਰੋਗਰਾਮ ਰਾਹੀਂ ਸਮਝ ਲੈਂਦੇ ਹਾਂ। ਸੋ ਇਸ ਦਾ ਜਿਹੜਾ ਟਾਈਟਲ ਹੈ, ਤੇ ਇਸ ਵੈਬ ਪੇਜ ਦਾ ਜਿਹੜਾ ਨਾਮ ਆਏਗਾ ਉਹ ਫੌਂਟ ਟੈਗ ਆਏਗਾ। ਤੇ ਬੋਡੀ ਦੇ ਵਿੱਚ ਅਸੀਂ 5 ਪੈਰਾਗ੍ਰਾਫ ਲਿਖੇ ਨੇ। ਸੋ ਜੇਕਰ ਅਸੀਂ ਇਸ ਤੇ ਪੈਰਾਗ੍ਰਾਫ ਟੈਗ ਨਹੀਂ ਯੂਜ਼ ਕਰਦੇ ਤਾਂ ਵੈਬ ਬਰਾਊਜ਼ਰ ਆਟੋਮੈਟਿਕਲੀ ਇਸ ਨੂੰ ਪੈਰਾਗ੍ਰਾਫ ਹੀ ਮੰਨ ਲੈਂਦਾ ਹੈ। ਸੋ ਜਿਵੇਂ ਅਸੀਂ ਇਸ ਵਿੱਚ ਪਹਿਲਾਂ ਲਾਈਨ ਲਿਖੀ ਹੈ, ਕੰਪਿਊਟਰ ਇਜ਼ ਐਨ ਇਲੈਕਟ੍ਰੋਨਿਕ ਮਸ਼ੀਨ, ਇਸ ਦੇ ਉੱਪਰ ਅਸੀਂ ਕਿਸੇ ਤਰ੍ਹਾਂ ਦਾ ਕੋਈ ਵੀ ਜਿਹੜਾ ਫੌਂਟ ਹੈ ਉਹ ਅਪਲਾਈ ਨਹੀਂ ਕੀਤਾ। ਸੋ ਦੂਜੀ ਲਾਈਨ ਵਿੱਚ ਅਸੀਂ ਲਿਖਿਆ ਹੈ ਕੰਪਿਊਟਰ ਇਜ਼ ਐਨ, ਅਸੀਂ ਚਾਹੁੰਦੇ ਹਾਂ ਵੀ ਸਾਡਾ ਜਿਹੜਾ ਇਲੈਕਟ੍ਰੋਨਿਕ ਮਸ਼ੀਨ ਜਿਹੜਾ ਵਰਡ ਹੈ ਉਸ ਦਾ ਕਲਰ ਕੀ ਹੋ ਜਾਵੇ, ਰੈੱਡ। ਸੋ ਉਸ ਦੇ ਲਈ ਅਸੀਂ ਫੌਂਟ ਟੈਗ ਦੇ ਵਿੱਚ ਉਸ ਦਾ ਕਲਰ ਐਟਰੀਬਿਊਟ ਮੈਂਸ਼ਨ ਕੀਤਾ ਹੈ, ਰੈੱਡ। ਸੋ ਰੈੱਡ ਦੀ ਜਗ੍ਹਾ ਜਿਹੜਾ ਵੀ ਕਲਰ ਤੁਸੀਂ ਚਾਹੋ ਉਸ ਨੂੰ ਅਪਲਾਈ ਕਰ ਸਕਦੇ ਹੋ। ਸੋ ਇਲੈਕਟ੍ਰੋਨਿਕ ਮਸ਼ੀਨ ਲਿਖਣ ਤੋਂ ਬਾਅਦ ਲਾਸਟ ਵਿੱਚ ਅਸੀਂ ਫੌਂਟ ਟੈਗ ਨੂੰ ਬੰਦ ਕਰ ਦਿੱਤਾ ਹੈ ਅਤੇ ਉਸ ਦੇ ਅਖੀਰ ਵਿੱਚ ਅਸੀਂ BR ਟੈਗ ਲਗਾਇਆ ਤਾਂ ਕਿ ਜਿਹੜਾ ਸਾਡਾ ਸਾਰਾ ਪੈਰਾਗ੍ਰਾਫ ਆ ਇੱਕ ਹੀ ਲਾਈਨ 'ਚ ਨਾ ਆ ਜਾਵੇ। ਸੋ ਜਿੱਥੇ ਅਸੀਂ ਬ੍ਰੇਕ ਚਾਹੁੰਦੇ ਉੱਥੇ ਬ੍ਰੇਕ ਲਗਾ ਸਕਦੇ ਹਾਂ। ਉਸ ਤੋਂ ਬਾਅਦ ਤੀਸਰੀ ਲਾਈਨ ਵਿੱਚ ਅਸੀਂ ਫਿਰ ਤੋਂ ਫੌਂਟ ਟੈਗ ਯੂਜ਼ ਕੀਤਾ। ਹੁਣ ਅਸੀਂ ਚਾਹੁੰਦੇ ਹਾਂ ਜਿਹੜਾ ਇਲੈਕਟ੍ਰੋਨਿਕ ਮਸ਼ੀਨ ਹੈ ਇਹ ਵਰਡ ਦਾ ਜਿਹੜਾ ਸਾਈਜ਼ ਹੈ ਉਹ 5 ਅੱਖਰ ਹੋਰ ਵੱਧ ਜਾਵੇ। ਉਸ ਤੋਂ ਬਾਅਦ ਅਸੀਂ ਇਸ ਦਾ ਫੌਂਟ ਟੈਗ ਅਤੇ BR ਟੈਗ ਲਗਾ ਦਿੱਤਾ ਹੈ। ਚੌਥੀ ਲਾਈਨ ਵਿੱਚ ਅਸੀਂ ਚਾਹੁੰਦੇ ਹਾਂ ਵੀ ਹੁਣ ਜਿਹੜਾ ਇਲੈਕਟ੍ਰੋਨਿਕ ਮਸ਼ੀਨ ਹੈ ਇਸ ਦਾ ਜਿਹੜਾ ਫੇਸ ਹੈ ਉਹ ਵਰਡਾਨਾ ਫੌਂਟ ਵਿੱਚ ਆਵੇ। ਸੋ ਇਸੇ ਤਰ੍ਹਾਂ ਦੇ ਨਾਲ ਅਸੀਂ ਫੌਂਟ ਟੈਗ ਨੂੰ ਅਖੀਰ ਵਿੱਚ ਬੰਦ ਕਰ ਦਿੱਤਾ ਹੈ। ਇਸੇ ਤਰ੍ਹਾਂ ਦੇ ਨਾਲ ਲਾਸਟ ਸਾਡੇ ਕੋਲ ਲਾਈਨ ਹੈ, ਇਸ ਵਿੱਚ ਅਸੀਂ ਚਾਹੁੰਦੇ ਹਾਂ ਜਿਹੜਾ ਇਲੈਕਟ੍ਰੋਨਿਕ ਮਸ਼ੀਨ ਵਰਡ ਹੈ ਉਸ ਦਾ ਫੌਂਟ ਏਰੀਅਲ ਆਵੇ। ਸੋ ਇਸੇ ਤਰ੍ਹਾਂ ਦੇ ਨਾਲ ਅਸੀਂ ਬੋਡੀ ਟੈਗ ਤੇ ਐਸਟੀਮੇਟ ਟੈਗ ਨੂੰ ਬੰਦ ਕਰ ਦਿੱਤਾ ਅਖੀਰ ਵਿੱਚ, ਜੋ ਕਿ ਤੁਸੀਂ ਜਾਣਦੇ ਹੋ ਸਾਡੇ ਸਾਰੇ ਪ੍ਰੋਗਰਾਮ ਦਾ ਫਾਰਮੈਟ ਇਹੀ ਹੁੰਦਾ ਹੈ। ਸਿਰਫ ਬੋਡੀ ਵਿੱਚ ਅਸੀਂ ਜੋ ਚੇਂਜਸ ਕਰਨੇ ਹੁੰਦੇ ਆ ਉਹ ਅਸੀਂ ਕਰ ਸਕਦੇ ਹਾਂ। ਸੋ ਹੁਣ ਅਸੀਂ ਇਸ ਪ੍ਰੋਗਰਾਮ ਨੂੰ ਰਨ ਕਰਕੇ ਦੇਖਾਂਗੇ। ਫਾਈਲ ਤੇ ਜਾਵਾਂਗੇ, ਓਪਨ ਇਨ ਡਿਫਾਲਟ ਵਿਊ ਤੇ ਕਲਿੱਕ ਕਰਾਂਗੇ ਤਾਂ ਹੁਣ ਤੁਸੀਂ ਦੇਖ ਪਾ ਰਹੇ ਹੋ ਸਾਡਾ ਪਹਿਲੀ ਲਾਈਨ ਸੀਗੀ, ਇਸ ਵਿੱਚ ਸਾਰਾ ਅਸੀਂ ਕਿਸੇ ਤਰ੍ਹਾਂ ਦਾ ਕੋਈ ਵੀ ਟੈਗ ਇਸ ਦੇ ਉੱਪਰ ਲਾਗੂ ਨਹੀਂ ਕੀਤਾ ਸੀਗਾ, ਇਸ ਕਰਕੇ ਸਿੰਪਲ ਟੈਕਸਟ ਆ ਰਿਹਾ। ਦੂਸਰੀ ਲਾਈਨ ਵਿੱਚ ਅਸੀਂ ਇਲੈਕਟ੍ਰੋਨਿਕ ਮਸ਼ੀਨ ਦਾ ਜਿਹੜਾ ਫੌਂਟ ਹੈ, ਫੌਂਟ ਕਲਰ ਲਗਾਇਆ ਸੀਗਾ ਰੈੱਡ, ਤੇ ਸਾਨੂੰ ਰੈੱਡ ਦਿਖਾਈ ਦੇ ਰਿਹਾ ਹੈ। ਉਸ ਤੋਂ ਬਾਅਦ ਤੀਸਰੀ ਲਾਈਨ ਵਿੱਚ ਅਸੀਂ ਇਲੈਕਟ੍ਰੋਨਿਕ ਮਸ਼ੀਨ ਦੇ ਉੱਪਰ ਫੌਂਟ ਦਾ ਐਟਰੀਬਿਊਟ ਲਗਾਇਆ ਸੀਗਾ ਸਾਈਜ਼ ਇਕੁਅਲ ਟੂ 5, ਤੇ ਇਹਨਾਂ ਅੱਖਰਾਂ ਦਾ ਸਾਈਜ਼ ਬਾਕੀ ਅੱਖਰਾਂ ਨਾਲੋਂ 5 ਪੁਆਇੰਟ ਵੱਧ ਚੁੱਕਿਆ ਹੈ। ਉਸ ਤੋਂ ਬਾਅਦ ਚੌਥੀ ਲਾਈਨ ਵਿੱਚ ਅਸੀਂ ਇਹਨਾਂ ਅੱਖਰਾਂ ਦਾ ਜਿਹੜਾ ਫੌਂਟ ਫੇਸ ਲਗਾਇਆ ਸੀਗਾ ਵਰਡਾਨਾ, ਸੋ ਇਸ ਦੇ ਉੱਪਰ ਵਰਡਾਨਾ ਦਾ ਫੌਂਟ ਅਪਲਾਈ ਹੋ ਚੁੱਕਿਆ ਹੈ। ਉਸ ਤੋਂ ਬਾਅਦ ਜਿਹੜੇ ਅਖੀਰ ਵਾਲੇ ਅੱਖਰ ਹੈ ਇਸ ਦੇ ਉੱਪਰ ਅਸੀਂ ਆਪਣਾ ਫੌਂਟ ਫੇਸ ਅਪਲਾਈ ਕੀਤਾ ਸੀਗਾ ਏਰੀਅਲ। ਸੋ ਬਾਕੀ ਟੈਕਸਟ ਵੀ ਸਾਨੂੰ ਏਰੀਅਲ ਹੀ ਨਜ਼ਰ ਆ ਰਿਹਾ, ਪਰ ਇਹ ਸਾਨੂੰ ਬੋਲਡ ਵਿੱਚ ਨਜ਼ਰ ਆ ਰਿਹਾ। ਸੋ ਇਸ ਤਰ੍ਹਾਂ ਦੇ ਨਾਲ ਅਸੀਂ ਫੌਂਟ ਟੈਗ ਦੀ ਵਰਤੋਂ ਕਰਦੇ ਹੋਏ ਇਸ ਦੇ ਵੱਖ-ਵੱਖ ਐਟਰੀਬਿਊਟ ਲਾਗੂ ਕਰ ਸਕਦੇ ਹਾਂ। ਅਗਲਾ ਸਾਡੇ ਕੋਲ ਟੌਪਿਕ ਹੈ ਟੈਕਸਟ ਦਾ ਆਕਾਰ ਵੱਡਾ ਜਾਂ ਛੋਟਾ ਕਰਨਾ। ਸੋ HTML ਦਸਤਾਵੇਜ਼ ਵਿੱਚ ਅਸੀਂ ਬਿਗ ਟੈਗ ਦੀ ਵਰਤੋਂ ਕਰਦੇ ਹੋਏ ਡਾਕੂਮੈਂਟ ਦੇ ਬੇਸ ਫੌਂਟ ਦੇ ਟੈਕਸਟ ਆਕਾਰ ਨੂੰ ਇੱਕ ਲੈਵਲ ਵੱਡਾ ਕਰ ਸਕਦੇ ਹਾਂ ਅਤੇ ਇਹ ਇੱਕ ਪੇਅਰ ਟੈਗ ਹੈ ਅਤੇ ਇਸ ਨੂੰ HTML5 ਵਿੱਚ ਸਪੋਰਟ ਨਹੀਂ ਕਰਦਾ। ਸੋ ਜੇਕਰ ਤੁਸੀਂ ਇਸ ਟੈਗ ਨੂੰ ਵਰਤਣਾ ਚਾਹੁੰਦੇ ਹੋ ਤਾਂ ਤੁਹਾਨੂੰ HTML ਤੋਂ ਜਿਹੜੇ ਪੁਰਾਣੇ ਵਰਜ਼ਨ ਹੈ ਉਹਨਾਂ ਵਿੱਚ ਤੁਸੀਂ ਇਸ ਟੈਗ ਨੂੰ ਵਰਤ ਸਕਦੇ ਹੋ। ਦੂਸਰਾ ਸਾਡੇ ਕੋਲ ਹੈ HTML ਸਮਾਲ ਟੈਗ। ਸੋ HTML ਦਸਤਾਵੇਜ਼ ਵਿੱਚ ਅਸੀਂ ਸਮਾਲ ਟੈਗ ਦੀ ਵਰਤੋਂ ਕਰਦੇ ਹੋਏ ਡਾਕੂਮੈਂਟ ਦੇ ਬੇਸ ਫੌਂਟ ਦੇ ਟੈਕਸਟ ਆਕਾਰ ਨੂੰ ਇੱਕ ਲੈਵਲ ਛੋਟਾ ਕਰ ਸਕਦੇ ਹਾਂ ਅਤੇ ਇਹ ਇੱਕ ਪੇਅਰ ਟੈਗ ਹੈ ਅਤੇ ਇਸ ਨੂੰ ਵੀ HTML5 ਸਪੋਰਟ ਨਹੀਂ ਕਰਦਾ। ਸੋ ਸਮਾਲ ਟੈਗ ਨੂੰ ਵੀ ਵਰਤਣ ਲਈ ਸਾਨੂੰ HTML5 ਤੋਂ ਜਿਹੜੇ ਪੁਰਾਣੇ HTML ਵਰਜ਼ਨ ਹੈ ਉਹਨਾਂ ਵਿੱਚ ਅਸੀਂ ਇਸ ਨੂੰ ਵਰਤ ਸਕਾਂਗੇ, ਉਹਦੀ ਆਉਟਪੁੱਟ ਦੇਖ ਸਕਾਂਗੇ। ਹੁਣ ਸਾਡੇ ਕੋਲ ਅਗਲਾ ਟੈਗ ਹੈ ਬਿਗ ਤੇ ਸਮਾਲ ਟੈਗ। ਸੋ ਬਿਗ ਜਾਂ ਸਮਾਲ ਟੈਗ ਦੀ ਵਰਤੋਂ ਕਰਨ ਲਈ ਸਭ ਤੋਂ ਪਹਿਲਾਂ ਅਸੀਂ ਬਿਗ ਬਾਰੇ ਜਾਣ ਲੈਂਦੇ ਹਾਂ। ਸੋ ਬਿਗ ਟੈਗ ਕੀ ਕਰਦਾ ਹੈ, ਜੋ ਸਾਡੇ ਕੋਲ ਨਾਰਮਲ ਫੌਂਟ ਹੈ ਉਸ ਫੌਂਟ ਨੂੰ ਇੱਕ ਲੈਵਲ ਉੱਪਰ ਫੌਂਟ ਦਾ ਸਾਈਜ਼ ਵਧਾ ਕੇ ਸਾਨੂੰ ਦਿਖਾਉਂਦਾ ਹੈ। ਉਸ ਤੋਂ ਇਲਾਵਾ ਜਿਹੜਾ ਸਾਡੇ ਕੋਲ ਸਮਾਲ ਟੈਗ ਹੈ, ਸਮਾਲ ਟੈਗ ਨਾਰਮਲ ਫੌਂਟ ਨਾਲੋਂ ਜਿਸ ਫੌਂਟ ਨੂੰ ਅਸੀਂ ਸਮਾਲ ਫੌਂਟ ਦੇ ਅੰਦਰ ਰੱਖਿਆ ਹੈ ਉਸ ਦਾ ਸਾਈਜ਼ ਨਾਰਮਲ ਫੌਂਟ ਨਾਲੋਂ ਇੱਕ ਲੈਵਲ ਥੱਲੇ ਕਰ ਦਿੰਦਾ ਹੈ। ਸੋ ਅਸੀਂ ਹੁਣ ਇਸ ਨੂੰ ਪ੍ਰੋਗਰਾਮ ਰਾਹੀਂ ਦੇਖ ਲੈਂਦੇ ਹਾਂ। ਫਾਈਲ ਤੇ ਜਾਵਾਂਗੇ,
ਓਪਨ ਇਨ ਡਿਫਾਲਟ ਵਿਊਅਰ ਤੇ ਕਲਿੱਕ ਕਰਾਂਗੇ। ਤੁਸੀਂ ਦੇਖ ਪਾ ਰਹੇ ਹੋ ਜਿਹੜਾ ਇਲੈਕਟ੍ਰੋਨਿਕ ਮਸ਼ੀਨ, ਇਸ ਨੂੰ ਅਸੀਂ ਬਿਗ ਟੈਗ ਦੇ ਅੰਦਰ ਰੱਖਿਆ ਸੀਗਾ। ਇਸ ਦਾ ਸਾਈਜ਼ ਨਾਰਮਲ ਟੈਕਸਟ ਨਾਲੋਂ ਇੱਕ ਲੈਵਲ ਵੱਧ ਚੁੱਕਿਆ। ਉਸੇ ਤਰ੍ਹਾਂ ਦੇ ਨਾਲ ਦੂਸਰੀ ਲਾਈਨ ਵਿੱਚ ਇਲੈਕਟ੍ਰੋਨਿਕ ਮਸ਼ੀਨ ਵਰਡ ਨੂੰ ਅਸੀਂ ਸਮਾਲ ਟੈਗ ਦੇ ਅੰਦਰ ਰੱਖਿਆ ਸੀਗਾ, ਤਾਂ ਇਸ ਦਾ ਸਾਈਜ਼ ਨਾਰਮਲ ਟੈਕਸਟ ਨਾਲੋਂ ਇੱਕ ਲੈਵਲ ਘਟ ਚੁੱਕਿਆ। ਅਗਲਾ ਸਾਡੇ ਕੋਲ ਟੌਪਿਕ ਹੈ ਮੋਨੋਸਪੇਸਡ ਫੌਂਟ। ਸੋ ਕਈ ਫੌਂਟ ਵਿੱਚ ਅੱਖਰਾਂ ਦੀ ਚੌੜਾਈ ਵੱਖੋ ਵੱਖਰੀ ਹੁੰਦੀ ਹੈ, ਪਰ ਮੋਨੋਸਪੇਸ ਫੌਂਟ ਵਿੱਚ ਸਾਰੇ ਅੱਖਰਾਂ ਦੀ ਚੌੜਾਈ ਇੱਕੋ ਜਿਹੀ ਹੁੰਦੀ ਹੈ। ਸੋ ਟੈਕਸਟ ਕੰਟੈਂਟ ਨੂੰ TT ਯਾਨੀ ਕਿ ਟੈਲੀਟਾਈਪ ਟੈਕਸਟ ਦਾ ਓਪਨਿੰਗ ਟੈਗ ਅਤੇ ਟੈਲੀਟਾਈਪ ਟੈਕਸਟ ਦਾ ਕਲੋਜ਼ਿੰਗ ਟੈਗ ਲਿਖਣ ਨਾਲ ਸਾਡੇ ਟੈਕਸਟ ਦੇ ਅੱਖਰਾਂ ਦੀ ਚੌੜਾਈ ਇੱਕੋ ਜਿਹੀ ਨਿਰਧਾਰਿਤ ਹੋ ਜਾਂਦੀ ਹੈ। ਸੋ TT ਟੈਗ ਦਾ ਪੂਰਾ ਨਾਮ ਟੈਲੀਟਾਈਪ ਟੈਕਸਟ ਹੈ ਅਤੇ ਇਹ ਵੀ ਇੱਕ ਪੇਅਰਡ ਟੈਗ ਹੈ। ਸੋ HTML5 ਦੁਆਰਾ ਹੁਣ ਇਸ ਟੈਗ ਨੂੰ ਵੀ ਸਪੋਰਟ ਨਹੀਂ ਕੀਤਾ ਜਾਂਦਾ। ਸੋ ਹੁਣ ਅਸੀਂ ਮੋਨੋਸਪੇਸ ਫੌਂਟ ਦੀ ਐਗਜ਼ਾਮਪਲ ਬਾਰੇ ਪੜ੍ਹ ਲੈਂਦੇ ਹਾਂ। ਸੋ ਜਿਵੇਂ ਤੁਸੀਂ ਦੇਖ ਪਾ ਰਹੇ ਹੋ, ਬੋਡੀ ਟੈਗ ਦੇ ਵਿੱਚ ਅਸੀਂ ਇੱਕ ਨਾਰਮਲ ਟੈਕਸਟ ਲਿਆ ਹੈ, ਕੰਪਿਊਟਰ ਇਜ਼ ਐਨ ਇਲੈਕਟ੍ਰੋਨਿਕ ਮਸ਼ੀਨ। ਦੂਸਰਾ ਸਾਡੇ ਕੋਲ ਆਪਾਂ ਟੈਗ ਲਿਆ TT, ਜਿਹੜਾ ਸਾਨੂੰ ਦਰਸਾ ਰਿਹਾ ਟੈਲੀਟਾਈਪ ਟੈਕਸਟ ਫੌਂਟ। ਸੋ ਟੈਲੀਟਾਈਪ ਟੈਕਸਟ ਫੌਂਟ ਮੋਨੋਸਪੇਸ ਫੌਂਟ ਨੂੰ ਦਰਸਾਉਂਦਾ ਹੈ। ਸੋ ਮੋਨੋਸਪੇਸ ਫੌਂਟ ਸਾਨੂੰ ਕੀ ਦੱਸਦਾ ਹੈ ਕਿ ਮੋਨੋਸਪੇਸ ਫੌਂਟ ਦੇ ਵਿੱਚ ਸਾਰੇ ਅੱਖਰਾਂ ਦਾ ਜਿਹੜੀ ਚੌੜਾਈ ਹੈ ਉਹ ਇੱਕ ਬਰਾਬਰ ਹੁੰਦੀ ਹੈ, ਜਦਕਿ ਮੋਨੋਸਪੇਸ ਤੋਂ ਇਲਾਵਾ ਕੋਈ ਜਿਹੜੇ ਨਾਰਮਲ ਫੌਂਟ ਹੁੰਦੇ ਨੇ ਜਾਂ ਵੱਖ-ਵੱਖ ਤਰ੍ਹਾਂ ਦੇ ਫੌਂਟ ਨੇ, ਉਹਨਾਂ ਵਿੱਚ ਅੱਖਰਾਂ ਦੀ ਚੌੜਾਈ ਵੱਖ-ਵੱਖ ਹੁੰਦੀ ਹੈ। ਸੋ ਅਸੀਂ ਹੁਣ ਇਸ ਨੂੰ ਉਦਾਹਰਨ ਰਾਹੀਂ ਦੇਖ ਲੈਂਦੇ ਹਾਂ। ਸਭ ਤੋਂ ਪਹਿਲਾਂ ਅਸੀਂ ਫਾਈਲ ਤੇ ਜਾਵਾਂਗੇ। ਫਾਈਲ ਤੋਂ ਬਾਅਦ ਓਪਨ ਇਨ ਡਿਫਾਲਟ ਵਿਊਅਰ ਤੇ ਕਲਿੱਕ ਕਰਾਂਗੇ। ਤੁਸੀਂ ਦੇਖ ਪਾ ਰਹੇ ਹੋ ਵੈਬ ਬਰਾਊਜ਼ਰ ਵਿੱਚ ਇਹ ਸਾਡੇ ਕੋਲ ਨਾਰਮਲ ਫੌਂਟ ਹੈ। ਸੋ ਨਾਰਮਲ ਫੌਂਟ ਦੇਖ ਪਾ ਰਹੇ ਹੋ ਅੱਖਰਾਂ ਦਾ ਸਾਈਜ਼ ਉੱਪਰ ਥੱਲੇ ਆ ਰਿਹਾ, ਜਦਕਿ ਮੋਨੋਸਪੇਸ ਫੌਂਟ ਵਿੱਚ ਸਾਰੇ ਅੱਖਰਾਂ ਦੀ ਜਿਹੜੀ ਚੌੜਾਈ ਹੈ ਉਹ ਇੱਕੋ ਜਿੱਕੋ ਨਜ਼ਰ ਆ ਰਹੀ ਹੈ। ਅਗਲਾ ਸਾਡੇ ਕੋਲ ਹੈ ਪ੍ਰੀ ਫਾਰਮੈਟਡ ਟੈਕਸਟ। ਸੋ ਪ੍ਰੀ ਫਾਰਮੈਟਡ ਟੈਗ ਦੀ ਵਰਤੋਂ ਪਹਿਲਾਂ ਤੋਂ ਫਾਰਮੈਟ ਕੀਤੇ ਟੈਕਸਟ ਨੂੰ ਨਿਰਧਾਰਿਤ ਕਰਨ ਲਈ ਕੀਤੀ ਜਾਂਦੀ ਹੈ ਅਤੇ ਇਹ ਇੱਕ ਪੇਅਰ ਟੈਗ ਹੈ। ਸੋ ਪ੍ਰੀ ਦਾ ਓਪਨਿੰਗ ਅਤੇ ਪ੍ਰੀ ਦਾ ਕਲੋਜ਼ਿੰਗ ਟੈਗ ਦੇ ਵਿਚਕਾਰ ਲਿਖੇ ਗਏ ਟੈਕਸਟ ਨੂੰ ਅੱਖਰਾਂ ਦੀ ਇੱਕ ਸਥਿਰ ਚੌੜਾਈ ਵਾਲੇ ਫੌਂਟ ਵਿੱਚ ਪ੍ਰਦਰਸ਼ਿਤ ਕੀਤਾ ਜਾਂਦਾ ਹੈ। ਸੋ ਪ੍ਰੀ ਫਾਰਮੈਟਡ ਟੈਕਸਟ ਵਿੱਚ ਇੱਕ ਤੋਂ ਵੱਧ ਖਾਲੀ ਥਾਵਾਂ ਅਤੇ ਲਾਈਨ ਬ੍ਰੇਕ ਨੂੰ ਸੁਰੱਖਿਅਤ ਰੱਖਿਆ ਜਾਂਦਾ ਹੈ। ਸੋ ਪ੍ਰੀ ਫਾਰਮੈਟਡ ਟੈਗ ਨੂੰ ਕੋਡ ਜਾਂ ਟੈਕਸਟ ਨੂੰ ਪ੍ਰਦਰਸ਼ਿਤ ਕਰਨ ਲਈ ਵਰਤਿਆ ਜਾਂਦਾ ਹੈ, ਜਿੱਥੇ ਲੇਖਕ ਲਾਈਨਾਂ ਦੀ ਸਥਿਤੀ ਨੂੰ ਆਪਣੇ ਅਨੁਸਾਰ ਸੈੱਟ ਕਰ ਸਕਦਾ ਹੈ। ਹੁਣ ਅਸੀਂ ਪ੍ਰੀ ਫਾਰਮੈਟਡ ਟੈਗ ਦੀ ਉਦਾਹਰਨ ਦੇਖ ਲੈਂਦੇ ਹਾਂ। ਸੋ ਇਸ ਵਿੱਚ ਅਸੀਂ ਪ੍ਰੀ ਫਾਰਮੈਟਡ ਟੈਗ ਸਾਨੂੰ ਕੀ ਕਹਿੰਦਾ ਹੈ ਕਿ ਪ੍ਰੀ ਦੇ ਓਪਨਿੰਗ ਅਤੇ ਪ੍ਰੀ ਦੇ ਕਲੋਜ਼ਿੰਗ ਟੈਗ ਦੇ ਵਿੱਚ ਤੁਸੀਂ ਜਿਸ ਫਾਰਮੈਟ ਦੇ ਵਿੱਚ ਵੀ ਕੋਈ ਸ਼ੇਪ ਜਾਂ ਕੋਈ ਤੁਸੀਂ ਜਿਸ ਤਰ੍ਹਾਂ ਦਾ ਵੀ ਸਟਰਕਚਰ ਤੁਸੀਂ ਬਣਾ ਲੈਂਦੇ ਹੋ, ਜਿਹੜਾ ਤੁਹਾਡਾ ਪ੍ਰੀ ਫਾਰਮੈਟਡ ਟੈਗ ਹੈ ਇਹਦੇ ਵਿੱਚ ਚਾਹੇ ਤੁਸੀਂ ਵਾਧੂ ਦੀਆਂ ਸਪੇਸਿਸ ਜਿਵੇਂ ਦੇਖ ਪਾ ਰਹੇ ਸੀ, ਤੁਸੀਂ ਕਾਫੀ ਸਾਰੀਆਂ ਸਪੇਸਿਸ ਯੂਜ਼ ਕੀਤੀਆਂ ਹੋਈਆਂ, ਤੇ ਸਪੇਸਿਸ ਨੂੰ ਇਸ ਤਰ੍ਹਾਂ ਹੀ ਪ੍ਰੀ ਫਾਰਮੈਟਡ ਟੈਗ ਵੈਬ ਪੇਜ ਤੇ ਪ੍ਰਦਰਸ਼ਿਤ ਕਰ ਦਿੰਦਾ ਹੈ। ਸੋ ਅਸੀਂ ਹੁਣ ਇਸ ਨੂੰ ਵੈਬ ਬਰਾਊਜ਼ਰ ਵਿੱਚ ਦੇਖ ਲੈਂਦੇ ਹਾਂ। ਉਸ ਵੇਲੇ ਅਸੀਂ ਫਾਈਲ ਤੇ ਜਾਵਾਂਗੇ, ਓਪਨ ਇਨ ਡਿਫਾਲਟ ਵਿਊਅਰ ਤੇ ਕਲਿੱਕ ਕਰਾਂਗੇ। ਤੁਸੀਂ ਦੇਖ ਪਾ ਰਹੇ ਹੋ ਜਿਸ ਤਰ੍ਹਾਂ ਦੇ ਨਾਲ ਫਾਰਮੈਟ ਅਸੀਂ HTML ਦਸਤਾਵੇਜ਼ ਵਿੱਚ ਬਣਾਇਆ ਸੀਗਾ, ਸੇਮ ਉਸੇ ਤਰ੍ਹਾਂ ਦਾ ਫਾਰਮੈਟ ਸਾਨੂੰ ਵੈਬ ਪੇਜ ਵਿੱਚ ਨਜ਼ਰ ਆ ਰਿਹਾ ਹੈ। ਸੋ ਇਸ ਤਰ੍ਹਾਂ ਦੇ ਫਾਰਮੈਟ ਦੇ ਲਈ ਅਸੀਂ ਪ੍ਰੀ ਫਾਰਮੈਟਡ ਟੈਗ ਦੀ ਵਰਤੋਂ ਕਰਦੇ ਹਾਂ। ਅਗਲਾ ਸਾਡੇ ਕੋਲ ਟੌਪਿਕ ਹੈ ਸੈਂਟਰ ਅਲਾਈਨਮੈਂਟ। ਸੋ HTML ਦਸਤਾਵੇਜ਼ ਵਿੱਚ ਅਸੀਂ ਇੱਕ ਟੈਕਸਟ ਨੂੰ ਸੈਂਟਰ ਕਰਨ ਲਈ ਸੈਂਟਰ ਟੈਗ ਦੀ ਵਰਤੋਂ ਕਰਦੇ ਹਾਂ ਅਤੇ ਇਹ ਇੱਕ ਪੇਅਰ ਟੈਗ ਹੈ। ਸੋ ਇਸ ਦਾ ਸਿੰਟੈਕਸ ਹੈ ਸੈਂਟਰ ਦਾ ਓਪਨਿੰਗ ਟੈਗ ਟੈਕਸਟ, ਸੈਂਟਰ ਦਾ ਕਲੋਜ਼ਿੰਗ ਟੈਗ। ਸੋ ਇਹ ਟੈਗ ਕੀ ਕਰੇਗਾ, ਤੁਹਾਡਾ ਟੈਕਸਟ ਹੈ ਉਸ ਨੂੰ ਸਕਰੀਨ ਦੇ ਵਿਚਕਾਰ ਕਰ ਦੇਗਾ। ਸੋ HTML5 ਇਸ ਟੈਗ ਨੂੰ ਸਪੋਰਟ ਨਹੀਂ ਕਰਦਾ। ਸੋ ਸੈਂਟਰ ਟੈਗ ਨੂੰ ਵੀ ਵਰਤਣ ਲਈ ਤੁਹਾਨੂੰ HTML5 ਤੋਂ ਜਿਹੜੇ ਪਹਿਲਾਂ ਵਾਲੇ ਵਰਜ਼ਨ ਹੈ ਉਹਨਾਂ ਵਿੱਚ ਤੁਸੀਂ ਇਸ ਨੂੰ ਵਰਤ ਪਾਓਗੇ। ਅਗਲਾ ਸਾਡੇ ਕੋਲ ਟੌਪਿਕ ਹੈ ਮਾਰਕਡ ਫਾਰਮੈਟਿੰਗ। ਸੋ HTML ਦਸਤਾਵੇਜ਼ ਵਿੱਚ ਅਸੀਂ ਕਿਸੇ ਟੈਕਸਟ ਨੂੰ ਹਾਈਲਾਈਟ ਕਰਨ ਲਈ ਮਾਰਕ ਟੈਗ ਦੀ ਵਰਤੋਂ ਕਰਦੇ ਹਾਂ ਅਤੇ ਇਹ ਇੱਕ ਪੇਅਰ ਟੈਗ ਹੈ ਅਤੇ ਇਸ ਦਾ ਸਿੰਟੈਕਸ ਹੈ ਮਾਰਕ ਦਾ ਓਪਨਿੰਗ ਟੈਗ ਟੈਕਸਟ, ਮਾਰਕ ਦਾ ਕਲੋਜ਼ਿੰਗ ਟੈਕਸਟ। ਸੋ ਕਿਸੇ ਵੀ ਅੱਖਰ ਨੂੰ ਜਾਂ ਕਿਸੇ ਵੀ ਸ਼ਬਦ ਨੂੰ ਜੇਕਰ ਅਸੀਂ ਹਾਈਲਾਈਟ ਕਰਨਾ ਚਾਹੁੰਦੇ ਹਾਂ ਬੈਕਗ੍ਰਾਉਂਡ ਦੇ ਨਾਲ, ਤਾਂ ਉਸ ਦੇ ਲਈ ਅਸੀਂ ਮਾਰਕ ਦੀ ਵਰਤੋਂ ਕਰ ਸਕਦੇ ਹਾਂ। ਸੋ ਹੁਣ ਅਸੀਂ ਕਿਸੇ ਟੈਕਸਟ ਨੂੰ ਸੈਂਟਰ ਕਰਨ ਅਤੇ ਕਿਸੇ ਟੈਕਸਟ ਨੂੰ ਮਾਰਕ ਟੈਗ ਦੇ ਰਾਹੀਂ ਹਾਈਲਾਈਟ ਕਰਨ ਬਾਰੇ ਸਿੱਖਾਂਗੇ। ਤੁਸੀਂ ਦੇਖ ਪਾ ਰਹੇ ਹੋ ਬੋਡੀ ਟੈਗ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਇੱਕ
ਸੈਂਟਰ ਟੈਗ ਵਰਤਿਆ ਹੈ ਜਿਸ ਵਿੱਚ ਅਸੀਂ ਲਿਖਿਆ ਹੈ ਕੰਪਿਊਟਰ ਇਜ਼ ਐਨ ਇਲੈਕਟ੍ਰੋਨਿਕ ਮਸ਼ੀਨ। ਅਸੀਂ ਚਾਹੁੰਦੇ ਹਾਂ ਇਹ ਜਿਹੜਾ ਟੈਕਸਟ ਹੈ ਉਹ ਸਕਰੀਨ ਦੇ ਵਿਚਕਾਰ ਸਾਨੂੰ ਨਜ਼ਰ ਆਵੇ, ਉਸ ਦੇ ਲਈ ਅਸੀਂ ਸੈਂਟਰ ਟੈਗ ਨੂੰ ਵਰਤਿਆ ਹੈ। ਉਸ ਤੋਂ ਬਾਅਦ ਚਾਹੁੰਦੇ ਹਾਂ ਸਾਡੇ ਬ੍ਰੇਕ ਜਿਹੜੀ ਰੋ ਹੈ ਜਿਹੜੀ ਲਾਈਨ ਆ ਬ੍ਰੇਕ ਹੋ ਜਾਵੇ, ਉਸ ਦੇ ਲਈ ਅਸੀਂ ਬ੍ਰੇਕ ਟੈਗ ਯੂਜ਼ ਕੀਤਾ। ਉਸ ਤੋਂ ਬਾਅਦ ਅਗਲੀ ਲਾਈਨ ਵਿੱਚ ਅਸੀਂ ਲਿਖਿਆ ਹੈ ਕੰਪਿਊਟਰ ਇਜ਼ ਐਨ ਇਲੈਕਟ੍ਰੋਨਿਕ ਮਸ਼ੀਨ। ਅਸੀਂ ਚਾਹੁੰਦੇ ਹਾਂ ਜਿਹੜਾ ਇਲੈਕਟ੍ਰੋਨਿਕ ਮਸ਼ੀਨ ਵਰਡ ਹੈ ਇਹ ਹਾਈਲਾਈਟਡ ਦਿਖਾਈ ਦੇਵੇ। ਇਸ ਦੇ ਲਈ ਅਸੀਂ ਇਲੈਕਟ੍ਰੋਨਿਕ ਮਸ਼ੀਨ ਨੂੰ ਮਾਰਕ ਦੇ ਓਪਨਿੰਗ ਅਤੇ ਮਾਰਕ ਦੇ ਕਲੋਜ਼ਿੰਗ ਟੈਗ ਦੇ ਵਿਚਕਾਰ ਲਿਖ ਦਿੱਤਾ ਹੈ। ਉਸ ਤੋਂ ਬਾਅਦ ਅਸੀਂ ਬੀਆ ਟੈਗ ਜਾਂ ਲਾਈਨ ਬ੍ਰੇਕ ਟੈਗ ਲਗਾ ਦਿੱਤਾ ਹੈ। ਸੋ ਹੁਣ ਅਸੀਂ ਇਸ ਨੂੰ ਪਹਿਲਾਂ ਸੇਵ ਕਰਾਂਗੇ। ਸੇਵ ਕਰਨ ਤੋਂ ਬਾਅਦ ਅਸੀਂ ਇਸ ਨੂੰ ਵੈਬ ਬਰਾਊਜ਼ਰ 'ਚ ਖੋਲ ਕੇ ਦੇਖ ਲੈਂਦੇ ਹਾਂ। ਫਾਈਲ ਤੇ ਜਾਵਾਂਗੇ, ਓਪਨ ਇਨ ਡਿਫਾਲਟ ਵਿਊਅਰ 'ਚ ਕਲਿੱਕ ਕਰਾਂਗੇ ਤਾਂ ਇਸ ਨੂੰ ਥੋੜਾ ਵੱਡਾ ਕਰਕੇ ਦੇਖ ਲੈਂਦੇ ਹਾਂ। ਤੁਸੀਂ ਦੇਖ ਪਾ ਰਹੇ ਹੋ ਜਿਹੜਾ ਕੰਪਿਊਟਰ ਇਜ਼ ਐਨ ਇਲੈਕਟ੍ਰੋਨਿਕ ਮਸ਼ੀਨ, ਇਸ ਨੂੰ ਅਸੀਂ ਸੈਂਟਰ ਟੈਗ ਦੇ ਅੰਦਰ ਰੱਖਿਆ ਸੀਗਾ, ਇਸ ਕਰਕੇ ਸਾਨੂੰ ਸਕਰੀਨ ਦੇ ਸੈਂਟਰ ਵਿੱਚ ਦਿਖਾਈ ਦੇ ਰਿਹਾ। ਦੂਸਰਾ ਸਾਡੇ ਕੋਲ ਪੈਰਾਗ੍ਰਾਫ ਜਿਸ ਵਿੱਚ ਅਸੀਂ ਕੰਪਿਊਟਰ ਇਜ਼ ਐਨ ਅਤੇ ਇਲੈਕਟ੍ਰੋਨਿਕ ਮਸ਼ੀਨ ਨੂੰ ਅਸੀਂ ਮਾਰਕ ਟੈਗ ਦੇ ਅੰਦਰ ਲਿਖਿਆ ਸੀਗਾ, ਇਸ ਕਰਕੇ ਸਾਨੂੰ ਯੈਲੋ ਕਲਰ ਵਿੱਚ ਹਾਈਲਾਈਟ ਕੀਤਾ ਹੋਇਆ ਨਜ਼ਰ ਆ ਰਿਹਾ ਹੈ। ਅੱਗੇ ਸਾਡੇ ਕੋਲ ਹੈ ਸਕਰੋਲਿੰਗ ਟੈਕਸਟ। ਸੋ ਮਾਰਕ ਯੂ ਟੈਗ ਦੀ ਵਰਤੋਂ ਟੈਕਸਟ ਦੇ ਚਿੱਤਰ ਨੂੰ ਖੱਬੇ ਤੋਂ ਸੱਜੇ, ਸੱਜੇ ਤੋਂ ਖੱਬੇ, ਉੱਪਰ ਤੋਂ ਹੇਠਾਂ ਵੱਲ ਜਾਂ ਹੇਠਾਂ ਤੋਂ ਉੱਪਰ ਵੱਲ ਨੂੰ ਮੂਵ ਜਾਂ ਗਤੀਮਾਨ ਕਰਵਾਉਣ ਲਈ ਕੀਤੀ ਜਾਂਦੀ ਹੈ। ਸੋ ਮਾਰਕ ਯੂ ਟੈਗ ਇੱਕ ਪੇਅਰ ਟੈਗ ਹੈ ਤੇ ਇਸ ਨੂੰ ਪਰਿਭਾਸ਼ਿਤ ਕਰਨ ਤੋਂ ਬਾਅਦ ਇਸ ਦਾ ਕਲੋਜ਼ਿੰਗ ਟੈਗ ਵੀ ਲਿਖਣਾ ਪੈਂਦਾ ਹੈ। ਸੋ ਮਾਰਕ ਯੂ ਟੈਗ ਦੇ ਕੁਝ ਮੁੱਖ ਐਟਰੀਬਿਊਟ ਹੇਠ ਲਿਖੇ ਅਨੁਸਾਰ ਹਨ, ਜਿਸ ਵਿੱਚ ਜਿਵੇਂ ਕਿ ਟੇਬਲ ਦੇਖ ਪਾ ਰਹੇ, ਸਭ ਤੋਂ ਪਹਿਲਾਂ ਸਾਡੇ ਕੋਲ ਕਾਲਮ ਹੈ ਐਟਰੀਬਿਊਟ ਦਾ ਨਾਮ, ਇਸ ਦਾ ਕੰਮ, ਇਸ ਦਾ ਸਿੰਟੈਕਸ ਅਤੇ ਇਸ ਦੀ ਉਦਾਹਰਨ। ਸਭ ਤੋਂ ਪਹਿਲਾਂ ਅਸੀਂ ਬੀਜੀ ਕਲਰ ਬਾਰੇ ਗੱਲ ਕਰਾਂਗੇ। ਇਹ ਐਟਰੀਬਿਊਟ ਟੈਕਸਟ ਲਈ ਬੈਕਗ੍ਰਾਉਂਡ ਰੰਗ ਪ੍ਰਦਰਸ਼ਿਤ ਕਰਦਾ ਹੈ। ਇਸ ਦਾ ਸਿੰਟੈਕਸ ਹੈ ਲੈਫਟ ਐਂਗਲ ਬ੍ਰੈਕਟ ਮਾਰਕ ਯੂ ਬੀਜੀ ਕਲਰ ਬਰਾਬਰ ਡਬਲ ਕੋਡ ਵਿੱਚ ਅਸੀਂ ਉਸ ਕਲਰ ਦਾ ਨਾਂ ਲਿਖਾਂਗੇ, ਉਸ ਤੋਂ ਬਾਅਦ ਰਾਈਟ ਐਂਗਲ ਬ੍ਰੈਕਟ ਨੂੰ ਬੰਦ ਕਰ ਦਾਂਗੇ। ਸੋ ਇਸ ਵਿੱਚ ਜਿਹੜਾ ਜਿਵੇਂ ਕਿ ਅਸੀਂ ਉਦਾਹਰਨ ਵਿੱਚ ਕਲਰ ਲਗਾਇਆ ਹੋਇਆ ਰੈੱਡ, ਸੋ ਜੋ ਵੀ ਸਾਡੀ ਮਾਰਕ ਯੂ ਸਕਰੀਨ ਤੇ ਘੁੰਮੇਗੀ ਉਸਦਾ ਜਿਹੜਾ ਬੈਕਗ੍ਰਾਉਂਡ ਕਲਰ ਹੈ ਉਹ ਰੈੱਡ ਸਾਨੂੰ ਦਿਖਾਈ ਦੇਗਾ। ਦੂਸਰਾ ਸਾਡੇ ਕੋਲ ਹੈ ਡਾਇਰੈਕਸ਼ਨ। ਸੋ ਇਹ ਐਟਰੀਬਿਊਟ ਟੈਕਸਟ ਦੀ ਦਿਸ਼ਾ ਨਿਰਧਾਰਿਤ ਕਰਦਾ ਹੈ, ਜਿਵੇਂ ਕਿ ਖੱਬੇ, ਵਿਚਕਾਰ, ਉੱਪਰ ਜਾਂ ਹੇਠਾਂ। ਸਾਡਾ ਜਿਹੜਾ ਮਾਰਕ ਯੂ ਹੈ ਉਹ ਉੱਪਰੋਂ ਹੇਠਾਂ ਵੱਲ ਨੂੰ ਆਏਗਾ ਜਾਂ ਹੇਠਾਂ ਤੋਂ ਉੱਪਰ ਵੱਲ ਨੂੰ ਜਾਏਗਾ, ਜਾਂ ਖੱਬੇ ਤੋਂ ਸੱਜੇ ਨੂੰ ਜਾਏਗਾ ਜਾਂ ਵਿਚਕਾਰ ਜਾਏਗਾ, ਕਿੱਧਰ ਦੇ ਪਾਸੇ ਨੂੰ ਜਾਏਗਾ। ਇਸ ਦਾ ਸਾਡੇ ਕੋਲ ਸਿੰਟੈਕਸ ਹੈ ਲੈਫਟ ਐਂਗਲ ਬ੍ਰੈਕਟ ਮਾਰਕ ਯੂ ਡਾਇਰੈਕਸ਼ਨ ਇਕੁਅਲ ਟੂ ਡਬਲ ਕੋਡ ਵਿੱਚ ਸਾਈਡ, ਉਸ ਤੋਂ ਬਾਅਦ ਰਾਈਟ ਐਂਗਲ ਬ੍ਰੈਕਟ ਨੂੰ ਕਲੋਜ਼ ਕਰ ਦੇਣਾ ਹੈ। ਇਸ ਵਿੱਚ ਅਸੀਂ ਸਾਈਡ ਲਿਖ ਸਕਦੇ ਹਾਂ ਜਿਵੇਂ ਲੈਫਟ, ਰਾਈਟ, ਸੈਂਟਰ, ਅਪ, ਡਾਊਨ। ਇਸ ਤਰ੍ਹਾਂ ਦੇ ਨਾਲ ਵੱਖਰੇ ਵੱਖਰੇ ਜਿਹੜੇ ਤੁਸੀਂ ਇਸ ਐਟਰੀਬਿਊਟ ਜਿਹੜੀ ਵੈਲਿਊਜ਼ ਹੈ ਉਹ ਦੇ ਸਕਦੇ ਹੋ। ਤੀਸਰਾ ਸਾਡੇ ਕੋਲ ਐਟਰੀਬਿਊਟ ਹੈ ਹਾਈਟ। ਸੋ ਇਹ ਐਟਰੀਬਿਊਟ ਟੈਕਸਟ ਦੀ ਉਚਾਈ ਨੂੰ ਪਿਕਸਲ ਜਾਂ ਪ੍ਰਤੀਸ਼ਤ ਵਿੱਚ ਪਰਿਭਾਸ਼ਿਤ ਕਰਦਾ ਹੈ। ਸੋ ਇਹ ਜਿਵੇਂ ਕਿ ਇਸ ਦਾ ਸਿੰਟੈਕਸ ਹੈ ਲੈਫਟ ਐਂਗਲ ਬ੍ਰੈਕਟ ਮਾਰਕ ਯੂ ਹਾਈਟ ਇਕੁਅਲ ਟੂ ਡਬਲ ਕੋਡ ਵਿੱਚ ਅਸੀਂ ਪਿਕਸਲ ਲਿਖਿਆ ਹੋਇਆ ਹੈ। ਉਸ ਤੋਂ ਬਾਅਦ ਰਾਈਟ ਐਂਗਲ ਬ੍ਰੈਕਟ ਕਲੋਜ਼ ਕਰ ਦਿੱਤੀ ਹੈ, ਜਿਵੇਂ ਕਿ ਤੁਸੀਂ ਉਦਾਹਰਨ ਵਿੱਚ ਦੇਖ ਪਾ ਰਹੇ ਹੋ। ਤਾਂ ਅਸੀਂ ਇਸ ਦੀ ਹਾਈਟ ਜਿਹੜੀ ਉਹ 50% ਵਿੱਚ ਦਿੱਤੀ ਹੈ। ਤੁਸੀਂ ਇੱਥੇ ਪਿਕਸਲ ਵੀ ਦੇ ਸਕਦੇ ਹੋ ਜਾਂ ਪ੍ਰਤੀਸ਼ਤ ਵਿੱਚ ਵੀ ਇਸ ਦੀ ਜਿਹੜੀ ਹਾਈਟ ਹੈ ਉਹ ਨਿਰਧਾਰਿਤ ਕਰ ਸਕਦੇ ਹੋ। ਚੌਥਾ ਸਾਡੇ ਕੋਲ ਹੈ ਵਿਡਥ। ਸੋ ਇਹ ਐਟਰੀਬਿਊਟ ਟੈਕਸਟ ਦੀ ਚੌੜਾਈ ਨੂੰ ਪਿਕਸਲ ਵਿੱਚ ਪਰਿਭਾਸ਼ਿਤ ਕਰਦਾ ਹੈ। ਜਿਵੇਂ ਤੁਸੀਂ ਦੇਖ ਪਾ ਰਹੇ ਹੋ ਮਾਰਕ ਯੂ ਵਿਡਥ ਇਕੁਅਲ ਟੂ ਡਬਲ ਕੋਡ ਪਿਕਸਲ। ਸੋ ਜਿਵੇਂ ਕਿ ਇੱਥੇ 20 ਪਿਕਸਲ ਦਰਸਾਏ ਗਏ ਨੇ। ਸੋ ਇਹ ਕੀ ਕਰੇਗਾ, ਮਾਰਕ ਯੂ ਟੈਗ ਦੀ ਜਿਹੜੀ ਵਿਡਥ ਹੈ, ਚੌੜਾਈ ਹੈ, ਉਸ ਨੂੰ 20% ਤੱਕ ਕਰ ਦੇਗਾ। ਪੰਜਵਾਂ ਸਾਡੇ ਕੋਲ ਹੈ ਬਿਹੇਵੀਅਰ। ਸੋ ਇਹ ਐਟਰੀਬਿਊਟ ਟੈਕਸਟ ਦੀ ਸਕਰੋਲਿੰਗ ਨੂੰ ਪਰਿਭਾਸ਼ਿਤ ਕਰਦਾ ਹੈ। ਜੇਕਰ ਟੈਕਸਟ ਦੇ 3 ਮੁੱਲ ਹੋਣ ਤਾਂ, ਜਿਵੇਂ ਕਿ ਪਹਿਲਾ ਹੈ ਸਕਰੋਲ ਆਬਜੈਕਟ ਨੂੰ ਲਗਾਤਾਰਤਾ ਵਿੱਚ ਸਕਰੋਲ ਕਰਦਾ ਹੈ। ਸੋ ਸਕਰੋਲ ਕੀ ਕਰੇਗਾ, ਟੈਕਸਟ ਤੁਹਾਡਾ ਖੱਬੇ ਪਾਸਿਓਂ ਸੱਜੇ ਪਾਸਿਓਂ ਆਏਗਾ। ਜੇ ਸੱਜੇ ਪਾਸਿਓਂ ਆ ਰਿਹਾ ਤਾਂ ਖੱਬੇ ਪਾਸੇ ਵੱਲ ਨੂੰ ਚੱਲ ਜਾਏਗਾ, ਫਿਰ ਖੱਬੇ ਪਾਸਿਓਂ ਸੱਜੇ ਪਾਸਿਓਂ ਆਏਗਾ, ਖੱਬੇ ਪਾਸੇ ਨੂੰ ਚੱਲਦਾ ਜਾਏਗਾ। ਇਸ ਤਰ੍ਹਾਂ ਉਹ ਚੱਲਦਾ ਰਹੇਗਾ। ਦੂਸਰਾ ਸਾਡੇ ਕੋਲ ਹੈ ਅਲਟਰਨੇਟ। ਅਲਟਰਨੇਟ ਹੋਣ ਤੇ ਟੈਕਸਟ ਨੂੰ ਖੱਬੇ ਫਿਰ ਸੱਜੇ ਪਾਸੇ ਵੱਲ ਨੂੰ ਮੂਵ ਕਰਦਾ ਹੈ। ਸੋ ਅਲਟਰਨੇਟ ਤੁਹਾਡੀ ਸਕਰੀਨ ਜਿਹੜੀ ਵਿੰਡੋ ਹੈ ਉਹਦੇ ਵਿੱਚ ਹੀ ਪਹਿਲਾਂ ਖੱਬੇ ਤੋਂ ਸੱਜੇ ਵੱਲ ਨੂੰ ਜਾਏਗਾ, ਫਿਰ ਰਾਈਟ ਸਾਈਡ ਦੀ ਵਿੰਡੋ ਟਕਰਾ ਕੇ ਫਿਰ ਖੱਬੇ ਪਾਸੇ ਵੱਲ ਨੂੰ ਆ ਜਾਏਗਾ। ਤੀਸਰਾ ਸਾਡੇ ਕੋਲ ਸਲਾਈਡ ਹੋਣ ਤੇ ਟੈਕਸਟ ਵੈਬ ਪੇਜ ਦੇ ਖੱਬੇ ਜਾਂ ਸੱਜੇ ਵੱਲ ਲੈ ਕੇ ਜਾਂਦਾ ਹੈ। ਸੋ ਇਸ ਤਰ੍ਹਾਂ ਦੇ ਨਾਲ ਤੁਸੀਂ ਬਿਹੇਵੀਅਰ ਐਟਰੀਬਿਊਟ ਦੇ ਵਿੱਚ ਇਸ ਦੇ ਵੱਖ-ਵੱਖ ਜਿਹੜੀ ਵੈਲਿਊਜ਼ ਹੈ
ਉਹ ਸੈੱਟ ਕਰ ਸਕਦੇ ਹੋ, ਜਿਵੇਂ ਸਕਰੋਲ, ਅਲਟਰਨੇਟ, ਸਲਾਈਡ। 6ਵਾਂ ਸਾਡੇ ਕੋਲ ਹੈ ਲੂਪ। ਇਹ ਐਟਰੀਬਿਊਟ ਕੰਟੈਂਟ ਨੂੰ ਕਿੰਨੀ ਵਾਰ ਸਕਰੋਲ ਕੀਤਾ ਜਾਣਾ ਹੈ ਨਿਰਧਾਰਿਤ ਕਰਦੇ ਹਨ। ਸੋ ਅਸੀਂ ਜੇਕਰ ਮਾਰਕੇ ਨੂੰ ਲਗਾਤਾਰਤਾ ਵਿੱਚ ਸਕਰੋਲ ਕਰਾਉਣਾ ਚਾਹੁੰਦੇ ਹਾਂ ਤਾਂ ਅਸੀਂ ਲੂਪ ਦੀ ਜਿੰਨੀ ਵੈਲਿਊ ਸੈੱਟ ਕਰਾਂਗੇ ਤਾਂ ਉਸ ਹਿਸਾਬ ਨਾਲ ਇਹ ਲੂਪ ਨੂੰ ਰਨ ਕਰ ਦੇਗਾ। 7ਵਾਂ ਸਾਡੇ ਕੋਲ ਹੈ ਸਕਰੋਲ ਅਮਾਊਂਟ। ਸੋ ਇਹ ਐਟਰੀਬਿਊਟ ਇਹ ਨਿਰਧਾਰਿਤ ਕਰਦਾ ਹੈ ਕਿ ਹਰੇਕ ਅੰਤਰਾਲ ਬਾਅਦ ਕੰਟੈਂਟ ਕਿੰਨਾ ਸਕਰੋਲ ਹੋਵੇਗਾ। ਇਸ ਦਾ ਡਿਫਾਲਟ ਮੁੱਲ 6 ਪਿਕਸਲ ਹੁੰਦਾ ਹੈ। ਸੋ ਹੁਣ ਅਸੀਂ ਮਾਰਕੋ ਟੈਗ ਦੀ ਪ੍ਰੋਗਰਾਮ ਰਾਹੀਂ ਇਸ ਨੂੰ ਸਮਝ ਲੈਂਦੇ ਹਾਂ। ਸੋ ਅਸੀਂ ਬੋਡੀ ਟੈਗ ਦੇ ਵਿੱਚ 3 ਮਾਰਕੋ ਟੈਗ ਵਰਤੇ ਨੇ, ਜਿਨ੍ਹਾਂ ਵਿੱਚ ਅਸੀਂ ਸੇਮ ਵਰਡ ਲਿਖਿਆ ਦਿਸ ਕੰਪਿਊਟਰ ਇਜ਼ ਐਨ ਇਲੈਕਟ੍ਰੋਨਿਕ ਮਸ਼ੀਨ, ਅਤੇ ਸਾਰਿਆਂ ਨੂੰ ਅਸੀਂ ਮਾਰਕੋ ਟੈਗ ਦੇ ਓਪਨਿੰਗ ਅਤੇ ਕਲੋਜ਼ਿੰਗ ਟੈਗ ਦੇ ਵਿੱਚ ਰੱਖਿਆ ਹੈ। ਲਾਸਟ ਵਿੱਚ ਅਸੀਂ ਲਾਈਨ ਬ੍ਰੇਕ ਟੈਗ ਲਗਾਇਆ ਤਾਂ ਕਿ ਸਾਰੀਆਂ ਲਾਈਨਾਂ ਅਲੱਗ-ਅਲੱਗ ਲਾਈਨ 'ਚ ਦਿਖਾਈ ਦੇਣ। ਸੋ ਹੁਣ ਅਸੀਂ ਫਾਈਲ ਦੇ ਵਿੱਚ ਜਾਵਾਂਗੇ, ਓਪਨ ਇਨ ਡਿਫਾਲਟ ਵਿਊਅਰ ਤੇ ਕਲਿੱਕ ਕਰਾਂਗੇ ਤਾਂ ਹੁਣ ਤੁਸੀਂ ਦੇਖ ਪਾ ਰਹੇ ਹੋ ਤਿੰਨੋਂ ਜਿਹੜੇ ਪੈਰਾਗ੍ਰਾਫ ਹੈ ਉਹ ਸੱਜੇ ਤੋਂ ਖੱਬੇ ਪਾਸੇ ਵੱਲ ਨੂੰ ਆ ਰਹੇ ਨੇ। ਸੋ ਜਦੋਂ ਵੀ ਅਸੀਂ ਮਾਰਕੋ ਟੈਗ ਨੂੰ ਅਪਲਾਈ ਕਰਦੇ ਹਾਂ, ਅਪਲਾਈ ਕਰਨ ਤੋਂ ਬਾਅਦ ਜੇਕਰ ਅਸੀਂ ਉਸ ਦਾ ਕੋਈ ਵੀ ਐਟਰੀਬਿਊਟ ਮੈਂਸ਼ਨ ਨਹੀਂ ਕਰਦੇ ਤਾਂ ਬਾਈ ਡਿਫਾਲਟ ਇਸ ਦਾ ਜਿਹੜਾ ਬਿਹੇਵੀਅਰ ਹੈ ਉਹ ਸਕਰੋਲ ਹੁੰਦਾ ਹੈ। ਸੋ ਹੁਣ ਅਸੀਂ ਚਾਹੁੰਦੇ ਹਾਂ ਇਸ ਦਾ ਅਸੀਂ ਬਿਹੇਵੀਅਰ ਸਭ ਤੋਂ ਪਹਿਲਾਂ ਚੇਂਜ ਕਰਦੇ ਹਾਂ। ਬਿਹੇਵੀਅਰ ਚੇਂਜ ਕਰਨ ਲਈ ਅਸੀਂ ਦੂਸਰੇ ਟੈਗ ਦੇ ਵਿੱਚ ਅਸੀਂ ਇਸ ਦਾ ਬਿਹੇਵੀਅਰ ਲਗਾ ਦਿੰਦੇ ਹਾਂ ਅਲਟਰਨੇਟ। ਸੋ ਬਿਹੇਵੀਅਰ ਜਿਹੜਾ ਐਟਰੀਬਿਊਟ ਹੈ ਉਹ ਇਹ ਦੱਸਦਾ ਹੈ ਕਿ ਜਿਹੜਾ ਮਾਰਕੋ ਟੈਗ ਜਿਸ ਉੱਪਰ ਲਗਾਇਆ ਉਹ ਜਿਹੜਾ ਟੈਕਸਟ ਹੈ ਉਹ ਸਕਰੀਨ ਦੇ ਵਿਚਕਾਰ ਹੀ ਖੱਬੇ ਸੱਜੇ ਘੁੰਮੇਗਾ। ਸੋ ਉਸ ਨੂੰ ਅਸੀਂ ਉਦਾਹਰਨ ਨਾਲ ਦੇਖ ਲੈਨੇ ਓਪਨ ਇਨ ਡਿਫਾਲਟ ਵਿਊ। ਤਾਂ ਹੁਣ ਤੁਸੀਂ ਦੇਖ ਪਾ ਰਹੇ ਹੋ ਜਿਹੜਾ ਇਹ ਟੈਕਸਟ ਹੈ ਵਿਚਕਾਰਲਾ ਪੈਰਾਗ੍ਰਾਫ ਸਕਰੀਨ ਦੇ ਵਿਚਕਾਰ ਹੀ ਖੱਬੇ ਸੱਜੇ ਘੁੰਮੇਗਾ, ਦੇਖ ਪਾ ਰਹੇ ਹੋ। ਬਾਕੀ ਜਿਹੜੇ ਪਹਿਲਾ ਤੇ ਤੀਸਰਾ ਪੈਰਾਗ੍ਰਾਫ ਹੈ ਉਹ ਸਾਡੇ ਕੋਲ ਸਕਰੋਲ ਹੀ ਹੈ ਫਿਲਹਾਲ, ਪਰ ਸਾਡੇ ਕੋਲ ਜਿਹੜਾ ਸੈਂਟਰ ਵਾਲਾ ਪੈਰਾਗ੍ਰਾਫ ਹੈ ਇਹ ਖੱਬੇ ਸਕਰੀਨ ਨਾਲ ਟਕਰਾ ਕੇ ਸੱਜੇ ਪਾਸੇ ਵੱਲ ਨੂੰ ਆ ਜਾਏਗਾ, ਸੱਜੇ ਪਾਸੇ ਵੱਲ ਨੂੰ ਖੱਬੇ ਪਾਸੇ ਵੱਲ ਨੂੰ ਆ ਜਾਏਗਾ। ਸੋ ਪਹਿਲਾ ਸੀਗਾ ਸਾਡਾ ਸਕਰੋਲ, ਦੂਸਰਾ ਅਲਟਰਨੇਟ, ਤੀਸਰਾ ਸਕਰੋਲ। ਹੁਣ ਅਸੀਂ ਤੀਸਰੇ ਦੇ ਵੀ ਜਿਹੜਾ ਬਿਹੇਵੀਅਰ ਹੈ ਉਹ ਚੇਂਜ ਕਰ ਲੈਣੇ। ਹੁਣ ਅਸੀਂ ਇੱਥੇ ਇਸ ਦਾ ਬਿਹੇਵੀਅਰ ਲਿਖਾਂਗੇ ਬਿਹੇਵੀਅਰ ਇਕੁਅਲ ਟੂ ਸਲਾਈਡ। ਸੋ ਸਲਾਈਡ ਨੂੰ ਅਸੀਂ ਸੇਵ ਕਰ ਲੈਣੇ ਇਸ ਬਿਹੇਵੀਅਰ ਨੂੰ। ਦੁਬਾਰਾ ਤੁਸੀਂ ਫਾਈਲ ਓਪਨ ਡਿਫਾਲਟ ਵਿੱਚ ਜਾਵਾਂਗੇ। ਹੁਣ ਤੁਸੀਂ ਦੇਖ ਪਾ ਰਹੇ ਹੋ ਪਹਿਲਾ ਸਾਡਾ ਜਿਹੜਾ ਪੈਰਾਗ੍ਰਾਫ ਆ ਇਹ ਸਕਰੋਲ ਬਿਹੇਵੀਅਰ ਨੂੰ ਫੋਲੋ ਕਰ ਰਿਹਾ, ਦੂਸਰਾ ਅਲਟਰਨੇਟ ਨੂੰ, ਤੀਸਰਾ ਸਲਾਈਡ। ਤਾਂ ਸਲਾਈਡ ਕੀ ਦੱਸ ਰਿਹਾ, ਜਦੋਂ ਵੀ ਸੱਜੇ ਤੋਂ ਖੱਬੇ ਪਾਸੇ ਵੱਲ ਨੂੰ ਆ ਜਾਏਗਾ ਤਾਂ ਟੈਕਸਟ ਉੱਥੇ ਹੀ ਰੁਕ ਜਾਏਗਾ। ਤਾਂ ਸਲਾਈਡ ਦੇ ਵਿੱਚ ਟੈਕਸਟ ਸਿਰਫ ਇੱਕ ਵਾਰੀ ਹੀ ਮੂਵ ਕਰਦਾ ਹੈ। ਸੋ ਹੁਣ ਅਸੀਂ ਬਿਹੇਵੀਅਰ ਨੂੰ ਤਾਂ ਜਾਣ ਚੁੱਕੇ ਹਾਂ। ਹੁਣ ਬਿਹੇਵੀਅਰ ਤੋਂ ਬਾਅਦ ਅਸੀਂ ਇਸ ਦਾ ਹੁਣ ਅਗਲਾ ਐਟਰੀਬਿਊਟ ਜਾਣਾਂਗੇ ਬੀਜੀ ਕਲਰ। ਸੋ ਮੰਨ ਲਓ ਜਿਹੜਾ ਸਾਡੇ ਕੋਲ ਅਲਟਰਨੇਟ ਵਾਲਾ ਇਸ ਦਾ ਅਸੀਂ ਚਾਹੁੰਦੇ ਹਾਂ ਕਿ ਇਸ ਦਾ ਬੈਕਗਰਾਊਂਡ ਕਲਰ ਸਾਨੂੰ ਕੀ ਨਜ਼ਰ ਆਵੇ। ਅਸੀਂ ਚਾਹੁੰਦੇ ਹਾਂ ਕਿ ਇਸ ਦਾ ਬੈਕਗਰਾਊਂਡ ਕਲਰ ਸਾਨੂੰ ਪਿੰਕ ਨਜ਼ਰ ਆਵੇ। ਸੋ ਅਸੀਂ ਸਿਰਫ ਦੂਸਰੇ ਵਾਲੇ ਪੈਰਾਗ੍ਰਾਫ ਤੇ ਹੀ ਇਸ ਨੂੰ ਅਪਲਾਈ ਕੀਤਾ ਹੈ। ਅਸੀਂ ਉਸ ਨੂੰ ਸੇਵ ਕਰਕੇ ਦੁਬਾਰਾ ਤੋਂ ਓਪਨ ਇਨ ਡਿਫਾਲਟ ਵਿਊ ਤੇ ਕਲਿੱਕ ਕਰਾਂਗੇ ਤਾਂ ਹੁਣ ਤੁਸੀਂ ਦੇਖ ਪਾ ਰਹੇ ਦੂਸਰੇ ਪੈਰਾਗ੍ਰਾਫ ਦਾ ਜਿਹੜਾ ਬੀਜੀ ਕਲਰ ਹੈ ਉਹ ਅਸੀਂ ਪਿੰਕ ਲਗਾਇਆ ਸੀਗਾ, ਜਦ ਕਿ ਪਹਿਲੇ ਤੇ ਦੂਸਰੇ ਵਾਲੇ ਤੇ ਕੋਈ ਵੀ ਅਸੀਂ ਬੈਕਗਰਾਊਂਡ ਕਲਰ ਅਪਲਾਈ ਨਹੀਂ ਕੀਤਾ। ਇਸ ਤਰ੍ਹਾਂ ਦੇ ਨਾਲ ਜੇਕਰ ਤੁਸੀਂ ਤਿੰਨਾਂ ਤੇ ਅਪਲਾਈ ਕਰਨਾ ਚਾਹੁੰਦੇ ਹੋ ਤਿੰਨਾਂ ਤੇ ਵੀ ਅਪਲਾਈ ਕਰ ਸਕਦੇ ਹੋ। ਸੋ ਉਸ ਤੋਂ ਬਾਅਦ ਸਾਡੇ ਕੋਲ ਇਸ ਦਾ ਅਗਲਾ ਐਟਰੀਬਿਊਟ ਹੈ ਡਾਇਰੈਕਸ਼ਨ। ਸਾਡੇ ਕੋਲ ਜਿਹੜਾ ਬੀਜੀ ਕਲਰ ਹੈ ਇਸ ਦੀ ਜਿਹੜੀ ਡਾਇਰੈਕਸ਼ਨ ਉਹ ਕਿਵੇਂ ਆਵੇ, ਜਿਵੇਂ ਪਹਿਲੇ ਦੀ ਆਪਾਂ ਡਾਇਰੈਕਸ਼ਨ ਸੈੱਟ ਕਰ ਦਿੰਦੇ ਹਾਂ। ਇਹ ਸਾਡੇ ਕੋਲ ਇਸ ਦੀ ਜਿਹੜੀ ਡਾਇਰੈਕਸ਼ਨ ਹੈ, ਸੋ ਹੁਣ ਦੇਖ ਪਾ ਰਹੇ ਹੋ ਅਸੀਂ ਇਸ ਦੀ ਡਾਇਰੈਕਸ਼ਨ ਰਾਈਟ ਸੈੱਟ ਕਰ ਦਿੱਤੀ ਹੈ। ਸੋ ਹੁਣ ਅਸੀਂ ਇਸ ਨੂੰ ਦੁਬਾਰਾ ਤੋਂ ਬਰਾਊਜ਼ਰ 'ਚ ਖੋਲ ਕੇ ਵੇਖ ਲੈਂਦੇ ਤਾਂ ਹੁਣ ਤੁਸੀਂ ਦੇਖ ਪਾ ਰਹੇ ਹੋ ਇਸ ਦੀ ਡਾਇਰੈਕਸ਼ਨ ਉਹ ਰਾਈਟ ਵੱਲ ਨੂੰ ਹੋ ਚੁੱਕੀ ਹੈ। ਸੋ ਇਸ ਤਰ੍ਹਾਂ ਦਾ ਅਸੀਂ ਡਾਇਰੈਕਸ਼ਨ ਦੇ ਰਾਹੀਂ ਇਸ ਦੀ ਜਿਹੜੀ ਦਿਸ਼ਾ ਹੈ ਉਹ ਨਿਰਧਾਰਿਤ ਕਰ ਸਕਦੇ ਹਾਂ। ਸੋ ਇਸ ਤਰ੍ਹਾਂ ਨਾਲ ਤੁਸੀਂ ਮਾਰਕੋ ਟੈਗ ਦੇ ਵੱਖ-ਵੱਖ ਐਟਰੀਬਿਊਟ ਨੂੰ ਵਰਤ ਕੇ ਟੈਕਸਟ ਨੂੰ ਸਕਰੋਲ ਕਰਵਾ ਸਕਦੇ ਹੋ। ਸੋ ਅਗਲਾ ਸਾਡੇ ਕੋਲ ਟੌਪਿਕ ਹੈ HTML ਡਾਕੂਮੈਂਟ ਦੀ ਬੋਡੀ ਨੂੰ ਫਾਰਮੈਟ ਕਰਨਾ। ਸੋ HTML ਡਾਕੂਮੈਂਟ ਦੀ ਬੋਡੀ ਨੂੰ ਫਾਰਮੈਟ ਕਰਨ ਲਈ ਬੋਡੀ ਟੈਗ ਦੇ ਐਟਰੀਬਿਊਟ ਦੀ ਵਰਤੋਂ ਕੀਤੀ ਜਾਂਦੀ ਹੈ। ਇਹਨਾਂ ਐਟਰੀਬਿਊਟ ਰਾਹੀਂ ਅਸੀਂ ਟੈਕਸਟ ਦਾ ਰੰਗ ਅਤੇ ਬੈਕਗਰਾਊਂਡ ਕਲਰ ਦੋਨੋਂ ਬਦਲ ਸਕਦੇ ਹਾਂ।
ਸੋ ਬੈਕਗਰਾਉਂਡ ਉੱਪਰ ਇੱਕ ਤਸਵੀਰ ਵੀ ਸੈੱਟ ਕੀਤੀ ਜਾ ਸਕਦੀ ਹੈ। ਸੋ ਆਓ ਹੁਣ ਅਸੀਂ ਬੋਡੀ ਟੈਗ ਦੇ ਕੁਝ ਮੁੱਖ ਐਟਰੀਬਿਊਟ ਬਾਰੇ ਜਾਣੀਏ, ਜਿਸ ਵਿੱਚ ਸਾਡੇ ਕੋਲ ਪਹਿਲਾ ਪੁਆਇੰਟ ਹੈ ਬੈਕਗਰਾਉਂਡ। ਸੋ ਬੈਕਗਰਾਉਂਡ ਐਟਰੀਬਿਊਟ ਰਾਹੀਂ ਅਸੀਂ ਆਪਣੇ HTML ਦਸਤਾਵੇਜ਼ ਦੀ ਬੈਕਗਰਾਉਂਡ ਉੱਪਰ ਕੋਈ ਤਸਵੀਰ, ਉਸ ਦਾ ਪੂਰਾ URL ਲਿਖ ਕੇ ਸੈੱਟ ਕਰ ਸਕਦੇ ਹਾਂ। ਇੱਥੇ URL ਤੋਂ ਭਾਵ ਹੈ ਵੀ ਤੁਹਾਡੇ ਕੰਪਿਊਟਰ ਦੇ ਮੈਮਰੀ ਵਿੱਚ ਜਿਸ ਵੀ ਲੋਕੇਸ਼ਨ ਤੇ ਉਹ ਫਾਈਲ ਪਈ ਹੋਈ ਹੈ, ਕੋਈ ਪਿਕਚਰ, ਤਾਂ ਉਸ ਦਾ ਅਸੀਂ ਪੂਰਾ ਪਾਥ ਆਪਣੇ ਪ੍ਰੋਗਰਾਮ ਵਿੱਚ ਮੈਂਸ਼ਨ ਕਰ ਦਿਆਂਗੇ। ਸੋ ਪੂਰਾ ਪਾਥ ਮੈਂਸ਼ਨ ਕਰਨ ਤੋਂ ਬਾਅਦ ਹੀ ਤੁਹਾਡੀ ਵੈਬ ਪੇਜ ਦੇ ਬੈਕਗਰਾਉਂਡ ਤੇ ਉਹ ਜਿਹੜੀ ਪਿਕਚਰ ਹੈ ਉਹ ਦਿਖਾਈ ਦੇਵੇਗੀ। ਦੂਸਰਾ ਹੈ ਬੀਜੀ ਕਲਰ। ਸੋ ਬੀਜੀ ਕਲਰ ਐਟਰੀਬਿਊਟ ਰਾਹੀਂ ਅਸੀਂ ਆਪਣੇ HTML ਦਸਤਾਵੇਜ਼ ਦੀ ਬੈਕਗਰਾਉਂਡ ਦਾ ਰੰਗ ਨਿਰਧਾਰਿਤ ਕਰ ਸਕਦੇ ਹਾਂ। ਸੋ ਬੀਜੀ ਕਲਰ ਦੇ ਵਿੱਚ ਜੋ ਵੀ ਅਸੀਂ ਕਲਰ ਦਾਂਗੇ, ਜਾਂ ਤੇ ਅਸੀਂ ਉਸ ਨੂੰ ਨਾਮ ਦੇ ਮੁਤਾਬਕ ਦੇ ਸਕਦੇ ਹਾਂ, ਜਿਵੇਂ ਰੈੱਡ, ਬਲੂ, ਜਾਂ ਅਸੀਂ ਹੈਕਸਾਡੈਸੀਮਲ ਫਾਰਮੈਟ ਵਿੱਚ ਉਸ ਕਲਰ ਨੂੰ ਮੈਂਸ਼ਨ ਕਰ ਸਕਦੇ ਹਾਂ। ਤੀਸਰਾ ਸਾਡੇ ਕੋਲ ਹੈ ਲਿੰਕ। ਸੋ ਲਿੰਕ ਐਟਰੀਬਿਊਟ ਰਾਹੀਂ ਅਸੀਂ ਆਪਣੇ HTML ਦਸਤਾਵੇਜ਼ ਦੇ ਅਨਵਿਜ਼ਿਟਡ ਲਿੰਕ ਦਾ ਰੰਗ ਬਦਲ ਸਕਦੇ ਹਾਂ। ਚੌਥਾ ਹੈ ਟੈਕਸਟ। ਸੋ ਟੈਕਸਟ ਐਟਰੀਬਿਊਟ ਰਾਹੀਂ ਅਸੀਂ HTML ਦਸਤਾਵੇਜ਼ ਦੇ ਟੈਕਸਟ ਦਾ ਰੰਗ ਬਦਲ ਸਕਦੇ ਹਾਂ। ਸੋ ਹੁਣ ਅਸੀਂ ਇਸ ਪ੍ਰੋਗਰਾਮ ਦੇ ਰਾਹੀਂ ਬੋਡੀ ਟੈਗ ਨੂੰ ਫਾਰਮੈਟ ਕਰਨ ਬਾਰੇ ਸਿੱਖਾਂਗੇ। ਜਿਵੇਂ ਤੁਸੀਂ ਦੇਖ ਪਾ ਰਹੇ ਹੋ ਕਿ ਅਸੀਂ ਬੋਡੀ ਟੈਗ ਦੇ ਵਿੱਚ 2 ਲਾਈਨਾਂ ਲਿਖੀਆਂ ਨੇ, ਕੰਪਿਊਟਰ ਇਜ਼ ਐਨ ਇਲੈਕਟ੍ਰੋਨਿਕ ਮਸ਼ੀਨ, ਦੂਸਰੀ ਕੰਪਿਊਟਰ ਇਜ਼ ਐਨ ਇਲੈਕਟ੍ਰੋਨਿਕ ਮਸ਼ੀਨ। ਸੋ ਪਹਿਲਾਂ ਅਸੀਂ ਇਸ ਨੂੰ ਚਲਾ ਕੇ ਦੇਖ ਲੈਂਦੇ ਹਾਂ ਵੀ ਕਿਸ ਤਰ੍ਹਾਂ ਦਾ ਨਜ਼ਰ ਆਵੇਗਾ। ਉਸ ਤੋਂ ਬਾਅਦ ਅਸੀਂ ਦੇਖਾਂਗੇ ਅਸੀਂ ਬੋਡੀ ਟੈਗ ਦੇ ਵਿੱਚ ਕਿਹੜੇ ਐਟਰੀਬਿਊਟ ਲਗਾ ਸਕਦੇ ਹਾਂ। ਤੇ ਦੇਖ ਪਾ ਰਹੇ ਹੋ ਇੱਕ ਸਿੰਪਲ ਜਿਹਾ ਪੇਜ ਆ ਰਿਹਾ ਜਿਸ ਵਿੱਚ 2 ਲਾਈਨਾਂ ਲਿਖੀਆਂ ਨਜ਼ਰ ਆ ਰਹੀਆਂ ਨੇ, ਕੰਪਿਊਟਰ ਇਜ਼ ਐਨ ਇਲੈਕਟ੍ਰੋਨਿਕ ਮਸ਼ੀਨ। ਸੋ ਅਸੀਂ ਹੁਣ ਬੋਡੀ ਟੈਗ ਦੀ ਜਿਹੜੇ ਵੱਖ-ਵੱਖ ਐਟਰੀਬਿਊਟ ਹੈ ਉਹਨਾਂ ਦੀ ਵਰਤੋਂ ਕਰਾਂਗੇ, ਜਿਸ ਵਿੱਚ ਪਹਿਲਾ ਹੈ ਬੀਜੀ ਕਲਰ। ਸੋ ਬੀਜੀ ਕਲਰ ਸਾਨੂੰ ਦਰਸਾਉਂਦਾ ਹੈ ਕਿ ਸਾਡੀ ਜਿਹੜੀ ਬੈਕਗਰਾਉਂਡ ਜਿਹੜੀ ਸ਼ੀਟ ਹੈ ਉਸ ਦਾ ਕਲਰ ਕੀ ਹੋਵੇ। ਸੋ ਜਿਵੇਂ ਮੰਨ ਲਓ ਇਸ ਵਿੱਚ ਅਸੀਂ ਉਸ ਦਾ ਕਲਰ ਲਗਾ ਦਿੰਦੇ ਹਾਂ ਗ੍ਰੀਨ। ਗ੍ਰੀਨ ਕਲਰ ਲਗਾਉਣ ਤੋਂ ਬਾਅਦ ਅਸੀਂ ਇਸ ਫਾਈਲ ਨੂੰ ਸੇਵ ਕਰ ਲੈਂਦੇ ਹਾਂ। ਸੇਵ ਕਰਨ ਤੋਂ ਬਾਅਦ ਅਸੀਂ ਫਾਈਲ ਤੇ ਜਾਵਾਂਗੇ, ਓਪਨ ਇਨ ਡਿਫਾਲਟ ਵਿਊਅਰ ਤੇ ਕਲਿੱਕ ਕਰਾਂਗੇ। ਤੁਸੀਂ ਦੇਖ ਪਾ ਰਹੇ ਹੋ ਜੋ ਟੈਕਸਟ ਸਾਨੂੰ ਸਿੰਪਲ ਜਿਹਾ ਨਜ਼ਰ ਆ ਰਿਹਾ ਸੀਗਾ, ਇਸ ਦੀ ਬੈਕਗਰਾਉਂਡ ਪਹਿਲਾਂ ਵਾਈਟ ਸੀ, ਹੁਣ ਇਸ ਦੀ ਬੈਕਗਰਾਉਂਡ ਗ੍ਰੀਨ ਹੋ ਚੁੱਕੀ ਹੈ। ਇਸੇ ਤਰ੍ਹਾਂ ਦੇ ਨਾਲ ਅਸੀਂ ਚਾਹੁੰਦੇ ਹਾਂ ਵੀ ਜਿਹੜੇ ਟੈਕਸਟ ਸਾਨੂੰ ਨਜ਼ਰ ਆ ਰਿਹਾ ਇਸ ਦਾ ਵੀ ਕਲਰ ਅਸੀਂ ਲਗਾਉਣਾ ਚਾਹੁੰਦੇ ਹਾਂ, ਤਾਂ ਉਹ ਕਲਰ ਵੀ ਆਪਾਂ ਸੈੱਟ ਕਰ ਸਕਦੇ ਹਾਂ। ਉਸ ਦੇ ਲਈ ਅਸੀਂ ਇਸ ਦਾ ਅਗਲਾ ਐਟਰੀਬਿਊਟ ਯੂਜ਼ ਕਰਾਂਗੇ ਟੈਕਸਟ। ਟੈਕਸਟ ਨੂੰ ਲਿਖਣ ਤੋਂ ਬਾਅਦ ਜਿਹੜਾ ਵੀ ਕਲਰ ਅਸੀਂ ਅਪਲਾਈ ਕਰਨਾ ਵਾ, ਜਿਵੇਂ ਮੰਨ ਲਓ ਮੈਂ ਚਾਹੁੰਦਾ ਹਾਂ ਵੀ ਇਸ ਦਾ ਕਲਰ ਸਾਨੂੰ ਵਾਈਟ ਨਜ਼ਰ ਆਵੇ। ਸੋ ਟੈਕਸਟ ਐਟਰੀਬਿਊਟ ਲਗਾਉਣ ਤੋਂ ਬਾਅਦ ਅਸੀਂ ਇਸ ਫਾਈਲ ਨੂੰ ਸੇਵ ਕਰ ਲੈਂਦੇ ਹਾਂ। ਸੇਵ ਕਰਨ ਤੋਂ ਬਾਅਦ ਦੁਬਾਰਾ ਤੋਂ ਫਾਈਲ ਤੇ ਜਾਵਾਂਗੇ, ਓਪਨ ਇਨ ਡਿਫਾਲਟ ਵਿਊਅਰ ਤੇ ਕਲਿੱਕ ਕਰਾਂਗੇ। ਹੁਣ ਤੁਸੀਂ ਦੇਖ ਪਾ ਰਹੇ ਹੋ ਸਾਡੀ ਜਿਹੜੀ ਬੈਕਗਰਾਉਂਡ ਕਲਰ ਹੈ ਉਹ ਗ੍ਰੀਨ ਨਜ਼ਰ ਆ ਰਿਹਾ ਹੈ, ਜਿਹੜਾ ਟੈਕਸਟ ਕਲਰ ਅਸੀਂ ਸੈੱਟ ਕੀਤਾ ਸੀਗਾ ਉਹ ਸਾਨੂੰ ਵਾਈਟ ਨਜ਼ਰ ਆ ਰਿਹਾ ਹੈ। ਇਸ ਤੋਂ ਇਲਾਵਾ ਸਾਡੇ ਕੋਲ ਇੱਕ ਤਰੀਕਾ ਹੋਰ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਅਸੀਂ ਬੈਕਗਰਾਉਂਡ ਕਲਰ ਨਹੀਂ, ਬੀਜੀ ਕਲਰ ਨਹੀਂ ਲਗਾਉਣਾ ਚਾਹੁੰਦੇ, ਅਸੀਂ ਕੋਈ ਬੈਕਗਰਾਉਂਡ ਪਿਕਚਰ ਨੂੰ ਲਗਾਉਣਾ ਚਾਹੁੰਦੇ ਹਾਂ। ਤੇ ਉਸ ਦੇ ਲਈ ਸਾਨੂੰ ਪਹਿਲਾਂ ਇੱਕ ਜਿਹੜੀ ਫੋਟੋ ਹੈ ਉਸ ਦਾ URL ਸਰਚ ਕਰਨਾ ਪਵੇਗਾ। ਤਾਂ ਹੁਣ ਤੁਸੀਂ ਦੇਖ ਪਾ ਰਹੇ ਹੋ ਅਸੀਂ ਬੈਕਗਰਾਉਂਡ ਐਟਰੀਬਿਊਟ ਦੇ ਵਿੱਚ ਉਸ ਦਾ ਪਾਥ ਮੈਂਸ਼ਨ ਕਰ ਦਿੱਤਾ ਹੈ, ਜਿੱਥੇ ਸਾਡੇ ਕੋਲ ਇੱਕ ਕੰਪਿਊਟਰ ਨਾਮ ਦੀ PNG ਜਿਹੜੀ ਇਮੇਜ ਜਾਂ ਤਸਵੀਰ ਪਈ ਹੋਈ ਹੈ। ਤਾਂ ਅਸੀਂ ਹੁਣ ਇਸ ਦਾ ਟੈਕਸਟ ਬਲੂ ਸੈੱਟ ਕਰ ਦਿੱਤਾ ਹੈ। ਸੋ ਹੁਣ ਅਸੀਂ ਇਸ ਨੂੰ ਪਹਿਲਾਂ ਸੇਵ ਕਰ ਲਾਂਗੇ। ਸੇਵ ਕਰਨ ਤੋਂ ਬਾਅਦ ਫਾਈਲ ਤੇ ਜਾਵਾਂਗੇ, ਫਾਈਲ ਤੇ ਜਾਣ ਤੋਂ ਬਾਅਦ ਓਪਨ ਇਨ ਡਿਫਾਲਟ ਵਿਊਅਰ ਤੇ ਕਲਿੱਕ ਕਰਾਂਗੇ। ਤਾਂ ਹੁਣ ਤੁਸੀਂ ਦੇਖ ਪਾ ਰਹੇ ਹੋ ਸਾਡਾ ਜਿਹੜਾ ਟੈਕਸਟ ਹੈ ਕੰਪਿਊਟਰ ਇਜ਼ ਐਨ ਇਲੈਕਟ੍ਰੋਨਿਕ ਮਸ਼ੀਨ, ਇਸ ਦਾ ਸਾਈਜ਼ ਬਲੂ ਆ ਰਿਹਾ। ਤਾਂ ਅਸੀਂ ਇੱਕ ਕੀਬੋਰਡ ਜਿਹੜੀ ਪਿਕਚਰ ਇਸ ਦਾ ਨਾਲ ਕੰਪਿਊਟਰ ਸੀਗਾ ਉਸ ਨੂੰ ਅਸੀਂ ਬੈਕਗਰਾਉਂਡ ਟੈਗ ਦੇ ਰਾਹੀਂ ਲਗਾ ਸਕਦੇ ਹਾਂ। ਸੋ ਬੈਕਗਰਾਉਂਡ ਐਟਰੀਬਿਊਟ ਦੇ ਰਾਹੀਂ ਤੁਸੀਂ ਕਿਸੇ ਵੀ ਤਸਵੀਰ ਨੂੰ ਇਸ ਤਰ੍ਹਾਂ ਦੇ ਨਾਲ ਆਪਣੇ ਵੈਬ ਪੇਜ ਵਿੱਚ ਪ੍ਰਦਰਸ਼ਿਤ ਕਰ ਸਕਦੇ ਹੋ। ਸੋ ਹੁਣ ਅਸੀਂ ਪਾਰਟ ਨੰਬਰ 2 HTML ਭਾਗ 1 ਪਾਰਟ ਦਾ ਅਭਿਆਸ ਕਰਾਂਗੇ, ਜਿਸ ਵਿੱਚ ਸਭ ਤੋਂ ਪਹਿਲਾਂ ਸਾਡੇ ਕੋਲ ਬਹੁ ਵਿਕਲਪੀ ਪ੍ਰਸ਼ਨ, ਜਿਸ ਵਿੱਚ ਪਹਿਲਾ ਪ੍ਰਸ਼ਨ ਹੈ ਡੈਸ਼ ਵੈਬਸਾਈਟਾਂ ਜਾਂ ਵੈਬ ਪੇਜਾਂ ਦਾ ਸੰਗ੍ਰਹਿ ਹੁੰਦਾ ਹੈ। ਸਾਡੇ ਕੋਲ ਇਸ ਦੇ ਆਪਸ਼ਨ ਹੈ ਵਰਲਡ ਵਾਈਡ ਵੈਬ, ਵੈਬਸਾਈਟ, HTML ਜਾਂ ਹਾਈਪਰਟੈਕਸਟ, ਅਤੇ ਇਸ ਦਾ ਸਹੀ ਉੱਤਰ ਹੈ ਵਰਲਡ ਵਾਈਡ ਵੈਬ, ਵੈਬਸਾਈਟਾਂ ਜਾਂ ਵੈਬ ਪੇਜਾਂ ਦਾ ਸੰਗ੍ਰਹਿ ਹੁੰਦਾ ਹੈ। ਦੂਸਰਾ ਸਾਡੇ ਕੋਲ ਪੁਆਇੰਟ ਹੈ ਡੈਸ਼ ਉਹ ਟੈਕਸਟ ਹੁੰਦਾ ਹੈ ਜਿਸ ਵਿੱਚ ਦੂਜੇ ਵੈਬ ਪੇਜਾਂ ਦੇ ਲਿੰਕ ਮੌਜੂਦ ਹੁੰਦੇ ਹਨ। ਸੋ ਸਾਡੇ ਕੋਲ ਇਸ ਦੇ ਆਪਸ਼ਨ ਨੇ ਸਟੈਟਿਕ ਟੈਕਸਟ, ਹਾਈਪਰ ਟੈਕਸਟ, ਪਲੇਨ ਟੈਕਸਟ ਜਾਂ ਉਪਰੋਕਤ ਸਾਰੇ। ਤਾਂ ਸਾਡੇ ਕੋਲ ਸਹੀ ਉੱਤਰ ਹੈ
ਹਾਈਪਰਟੈਕਸਟ ਉਹ ਟੈਕਸਟ ਹੁੰਦਾ ਹੈ ਜਿਸ ਵਿੱਚ ਦੂਜੇ ਵੈਬ ਪੇਜਾਂ ਦੇ ਲਿੰਕ ਮੌਜੂਦ ਹੁੰਦੇ ਹਨ। ਤੀਸਰਾ ਸਾਡੇ ਕੋਲ ਪ੍ਰਸ਼ਨ ਹੈ HTML ਪ੍ਰੋਗਰਾਮ ਦੀ ਆਉਟਪੁੱਟ ਨੂੰ ਵੇਖਣ ਲਈ ਸਾਨੂੰ ਉਸ ਡਾਕੂਮੈਂਟ ਨੂੰ ਡੈਸ਼ ਵਿੱਚ ਓਪਨ ਕਰਨਾ ਪੈਂਦਾ ਹੈ। ਸਾਡੇ ਕੋਲ ਇਸ ਦੇ ਆਪਸ਼ਨ ਨੇ ਟੈਕਸਟ ਐਡੀਟਰ, ਵਰਡ ਪ੍ਰੋਸੈਸਰ, ਫਾਈਲ ਐਕਸਪਲੋਰਰ ਜਾਂ ਵੈਬ ਬਰਾਊਜ਼ਰ। ਸਾਡੇ ਕੋਲ ਇਸ ਦਾ ਸਹੀ ਉੱਤਰ ਹੈ HTML ਪ੍ਰੋਗਰਾਮ ਦੀ ਆਉਟਪੁੱਟ ਨੂੰ ਵੇਖਣ ਲਈ ਸਾਨੂੰ ਉਸ ਡਾਕੂਮੈਂਟ ਨੂੰ ਵੈਬ ਬਰਾਊਜ਼ਰ ਵਿੱਚ ਓਪਨ ਕਰਨਾ ਪੈਂਦਾ ਹੈ। ਚੌਥਾ ਪ੍ਰਸ਼ਨ ਹੈ ਡੈਸ਼ ਦੀ ਵਰਤੋਂ HTML ਟੈਗ ਬਾਰੇ ਵਧੇਰੇ ਜਾਣਕਾਰੀ ਪ੍ਰਦਾਨ ਕਰਨ ਲਈ ਕੀਤੀ ਜਾਂਦੀ ਹੈ। ਸਾਡੇ ਕੋਲ ਇਸ ਦੇ ਆਪਸ਼ਨ ਨੇ ਪੇਅਰ ਟੈਗ, ਅਨਪੇਅਰ ਟੈਗ, ਮੈਟਾਡਾਟਾ ਜਾਂ ਐਟਰੀਬਿਊਟ। ਸਾਡੇ ਕੋਲ ਸਹੀ ਉੱਤਰ ਹੈ ਐਟਰੀਬਿਊਟ ਦੀ ਵਰਤੋਂ HTML ਟੈਗ ਬਾਰੇ ਵਧੇਰੇ ਜਾਣਕਾਰੀ ਪ੍ਰਦਾਨ ਕਰਨ ਲਈ ਕੀਤੀ ਜਾਂਦੀ ਹੈ। ਪੰਜਵਾਂ ਪ੍ਰਸ਼ਨ ਹੈ ਵੈਬ ਪੇਜ ਵਿੱਚ ਡੈਸ਼ ਟੈਗ ਦੀ ਵਰਤੋਂ ਟੈਕਸਟ ਅਤੇ ਤਸਵੀਰਾਂ ਆਦਿ ਨੂੰ ਸਕਰੋਲ ਕਰਨ ਲਈ ਕੀਤੀ ਜਾਂਦੀ ਹੈ। ਸਾਡੇ ਕੋਲ ਇਸ ਦੇ ਆਪਸ਼ਨ ਹੈ ਟਾਈਟਲ ਟੈਗ, ਸੈਂਟਰ ਟੈਗ, ਮਾਰਕੂ ਟੈਗ ਜਾਂ ਸੁਪਰਸਕ੍ਰਿਪਟ ਟੈਗ। ਸਾਡੇ ਕੋਲ ਇਸ ਦਾ ਸਹੀ ਉੱਤਰ ਹੈ ਵੈਬ ਪੇਜ ਵਿੱਚ ਮਾਰਕੂ ਟੈਗ ਦੀ ਵਰਤੋਂ ਟੈਕਸਟ ਅਤੇ ਤਸਵੀਰਾਂ ਆਦਿ ਨੂੰ ਸਕਰੋਲ ਕਰਨ ਲਈ ਕੀਤੀ ਜਾਂਦੀ ਹੈ। ਅੱਗੇ ਸਾਡੇ ਕੋਲ ਖਾਲੀ ਥਾਵਾਂ ਭਰੋ, ਜਿਸ ਵਿੱਚ ਪਹਿਲਾ ਪ੍ਰਸ਼ਨ ਹੈ ਪੇਅਰ ਟੈਗ ਨੂੰ ਡੈਸ਼ ਟੈਗ ਵੀ ਕਿਹਾ ਜਾਂਦਾ ਹੈ ਅਤੇ ਇਸ ਦਾ ਸਹੀ ਉੱਤਰ ਹੈ ਪੇਅਰ ਟੈਗ ਨੂੰ ਕੰਟੇਨਰ ਟੈਗ ਵੀ ਕਿਹਾ ਜਾਂਦਾ ਹੈ। ਦੂਸਰਾ ਪ੍ਰਸ਼ਨ ਹੈ ਡੈਸ਼ ਭਾਗ ਵਿੱਚ ਉਹ ਸਾਰੇ ਕੰਟੈਂਟ ਸ਼ਾਮਲ ਹੁੰਦੇ ਹਨ ਜੋ ਵੈਬ ਪੇਜ ਉੱਪਰ ਯੂਜ਼ਰ ਨੂੰ ਪ੍ਰਦਰਸ਼ਿਤ ਕੀਤੇ ਜਾਂਦੇ ਹਨ। ਸੋ ਇਸ ਦਾ ਸਹੀ ਉੱਤਰ ਹੈ ਬੋਰਡਰ ਭਾਗ ਵਿੱਚ ਉਹ ਸਾਰੇ ਕੰਟੈਂਟ ਸ਼ਾਮਲ ਹੁੰਦੇ ਹਨ ਜੋ ਵੈਬ ਪੇਜ ਉੱਪਰ ਯੂਜ਼ਰ ਨੂੰ ਪ੍ਰਦਰਸ਼ਿਤ ਕੀਤੇ ਜਾਂਦੇ ਹਨ। ਤੀਸਰਾ ਪ੍ਰਸ਼ਨ ਹੈ ਡਾਕੂਮੈਂਟ ਟਾਈਪ HTML ਟੈਗ HTML ਦੇ ਡੈਸ਼ ਨੂੰ ਬਿਆਨ ਕਰਦਾ ਹੈ। ਸੋ ਇਸ ਦਾ ਸਹੀ ਉੱਤਰ ਹੈ ਡਾਕੂਮੈਂਟ ਟਾਈਪ HTML ਟੈਗ HTML ਦੇ ਵਰਜ਼ਨ 5 ਨੂੰ ਬਿਆਨ ਕਰਦਾ ਹੈ। ਚੌਥਾ ਸਾਡੇ ਕੋਲ ਪ੍ਰਸ਼ਨ ਹੈ ਡੈਸ਼ ਟੈਗ ਦੀ ਵਰਤੋਂ ਸਿੰਗਲ ਲਾਈਨ ਬ੍ਰੇਕ ਦਾਖਲ ਕਰਨ ਲਈ ਕੀਤੀ ਜਾਂਦੀ ਹੈ। ਸਾਡੇ ਕੋਲ ਸਹੀ ਉੱਤਰ ਹੈ BR ਯਾਨੀ ਕਿ ਬ੍ਰੇਕ ਰੋ ਟੈਗ ਦੀ ਵਰਤੋਂ ਸਿੰਗਲ ਲਾਈਨ ਬ੍ਰੇਕ ਦਾਖਲ ਕਰਨ ਲਈ ਕੀਤੀ ਜਾਂਦੀ ਹੈ। ਪੰਜਵਾਂ ਪ੍ਰਸ਼ਨ ਹੈ ਡੈਸ਼ ਐਟਰੀਬਿਊਟ ਦੀ ਵਰਤੋਂ HTML ਡਾਕੂਮੈਂਟ ਦੀ ਸਬਸਕ੍ਰਿਪਟ ਦਾਖਲ ਕਰਨ ਲਈ ਕੀਤੀ ਜਾਂਦੀ ਹੈ। ਸਾਡੇ ਕੋਲ ਇਹਦਾ ਸਹੀ ਉੱਤਰ ਹੈ SUB ਯਾਨੀ ਕਿ ਸਬਸਕ੍ਰਿਪਟ ਐਟਰੀਬਿਊਟ ਦੀ ਵਰਤੋਂ HTML ਡਾਕੂਮੈਂਟ ਦੀ ਸਬਸਕ੍ਰਿਪਟ ਦਾਖਲ ਕਰਨ ਲਈ ਕੀਤੀ ਜਾਂਦੀ ਹੈ। ਛੇਵਾਂ ਸਾਡੇ ਕੋਲ ਪ੍ਰਸ਼ਨ ਹੈ ਡੈਸ਼ ਐਟਰੀਬਿਊਟ ਦੀ ਵਰਤੋਂ HTML ਡਾਕੂਮੈਂਟ ਦੀ ਬੈਕਗ੍ਰਾਉਂਡ ਉੱਪਰ ਤਸਵੀਰ ਸੈੱਟ ਕਰਨ ਲਈ ਕੀਤੀ ਜਾਂਦੀ ਹੈ। ਸਾਡੇ ਕੋਲ ਸਹੀ ਉੱਤਰ ਹੈ ਬੈਕਗ੍ਰਾਉਂਡ ਐਟਰੀਬਿਊਟ ਦੀ ਵਰਤੋਂ HTML ਡਾਕੂਮੈਂਟ ਦੀ ਬੈਕਗ੍ਰਾਉਂਡ ਉੱਪਰ ਤਸਵੀਰ ਸੈੱਟ ਕਰਨ ਲਈ ਕੀਤੀ ਜਾਂਦੀ ਹੈ। ਅੱਗੇ ਹੁਣ ਅਸੀਂ ਪੜਾਂਗੇ ਹੇਠਾਂ ਦਿੱਤੇ HTML ਟੈਗ ਦੇ ਪੂਰੇ ਨਾਮ ਲਿਖੋ, ਜਿਸ ਵਿੱਚ ਪਹਿਲਾ ਹੈ B ਦਾ ਪੂਰਾ ਨਾਮ ਹੈ ਬੋਲਡ ਟੈਗ, ਦੂਸਰਾ I ਦਾ ਪੂਰਾ ਨਾਮ ਹੈ ਇਟੈਲਿਕ ਟੈਗ, ਤੀਸਰਾ U ਦਾ ਪੂਰਾ ਨਾਮ ਹੈ ਅੰਡਰਲਾਈਨ ਟੈਗ, S ਦਾ ਪੂਰਾ ਨਾਮ ਹੈ ਸਟ੍ਰਾਈਕ ਥਰੂ ਟੈਗ, P ਦਾ ਪੂਰਾ ਨਾਮ ਹੈ ਪੈਰਾਗ੍ਰਾਫ ਟੈਗ, TT ਦਾ ਪੂਰਾ ਨਾਮ ਹੈ ਟੈਲੀ ਟਾਈਪ ਟੈਕਸਟ, HR ਦਾ ਪੂਰਾ ਨਾਮ ਹੈ ਹੋਰੀਜ਼ੋਨਟਲ ਰੂਲਰ ਟੈਗ, 8ਵਾਂ ਹੈ BR ਦਾ ਪੂਰਾ ਨਾਮ ਹੈ ਬ੍ਰੇਕ ਲਾਈਨ ਟੈਗ, 9ਵਾਂ ਹੈ ਸੁਪਰਸਕ੍ਰਿਪਟ ਦਾ ਪੂਰਾ ਨਾਮ ਹੈ ਸੁਪਰਸਕ੍ਰਿਪਟ, SUB ਦਾ ਪੂਰਾ ਨਾਮ ਹੈ ਸਬਸਕ੍ਰਿਪਟ। ਸੋ ਹੁਣ ਅਸੀਂ ਇਸ ਪਾਰਟ ਦੇ ਛੋਟੇ ਤਰ੍ਹਾਂ ਦੇ ਪ੍ਰਸ਼ਨ ਪੜਾਂਗੇ। ਇਸ ਵਿੱਚ ਪਹਿਲਾ ਪ੍ਰਸ਼ਨ HTML ਕੀ ਹੈ। ਸੋ HTML ਦਾ ਪੂਰਾ ਨਾਮ ਹਾਈਪਰਟੈਕਸਟ ਮਾਰਕਅਪ ਲੈਂਗੁਏਜ ਹੈ ਅਤੇ ਇਸ ਦੀ ਵਰਤੋਂ ਵੈਬ ਪੇਜਾਂ ਨੂੰ ਡਿਜ਼ਾਈਨ ਕਰਨ ਲਈ ਕੀਤੀ ਜਾਂਦੀ ਹੈ। HTML ਸਾਨੂੰ ਟੈਕਸਟ, ਲਿਸਟਾਂ, ਇਮੇਜਸ, ਵੀਡੀਓ, ਆਡੀਓ, ਟੇਬਲ, ਫਰੇਮ, ਫਾਰਮ, ਹੈਡਿੰਗ ਆਦਿ ਨਾਲ ਵੈਬ ਪੰਨੇ ਬਣਾਉਣ ਦਾ ਇੱਕ ਸਾਧਨ ਪ੍ਰਦਾਨ ਕਰਦੀ ਹੈ। HTML ਦੇ ਵੈਬ ਪੇਜ ਵਿੱਚ ਦਿਖਾਈ ਦੇਣ ਵਾਲਾ ਸਾਰਾ ਕੁਝ ਵਿਸ਼ੇਸ਼ ਕਮਾਂਡਾਂ ਰਾਹੀਂ ਕੀਤਾ ਜਾਂਦਾ ਹੈ, ਜਿਨ੍ਹਾਂ ਨੂੰ ਟੈਗ ਕਹਿੰਦੇ ਹਨ। HTML ਸਾਨੂੰ ਸਧਾਰਨ ਅਤੇ ਐਡਵਾਂਸ ਦੋਨਾਂ ਤਰ੍ਹਾਂ ਦੇ ਵੈਬ ਪੇਜਾਂ ਨੂੰ ਬਣਾਉਣ ਦੀ ਸਹੂਲਤ ਦਿੰਦਾ ਹੈ। ਦੂਜਾ ਪ੍ਰਸ਼ਨ ਹੈ HTML ਪ੍ਰੋਗਰਾਮਿੰਗ ਲਈ ਵਰਤੇ ਜਾਣ ਵਾਲੇ ਸੌਫਟਵੇਅਰ ਦੇ ਨਾਂ ਲਿਖੋ। ਸੋ HTML ਪ੍ਰੋਗਰਾਮਿੰਗ ਲਈ ਵਰਤੇ ਜਾਣ ਵਾਲੇ ਸੌਫਟਵੇਅਰ ਦੇ ਨਾਂ ਹੇਠ ਲਿਖੇ ਅਨੁਸਾਰ ਹਨ, ਜਿਸ ਵਿੱਚ ਪਹਿਲਾ ਹੈ ਟੈਕਸਟ ਐਡੀਟਰ, ਜਿਵੇਂ ਕਿ ਨੋਟਪੈਡ ਜਾਂ ਨੋਟਪੈਡ++, ਦੂਸਰਾ ਹੈ ਵੈਬ ਬਰਾਊਜ਼ਰ, ਜਿਵੇਂ ਕਿ ਗੂਗਲ ਕ੍ਰੋਮ, ਮੋਜ਼ਿਲਾ ਫਾਇਰਫੌਕਸ, ਓਪੇਰਾ, ਇੰਟਰਨੈਟ ਐਕਸਪਲੋਰਰ ਆਦਿ। ਤੀਸਰਾ ਪ੍ਰਸ਼ਨ ਹੈ ਐਟਰੀਬਿਊਟ ਕੀ ਹੁੰਦੇ ਹਨ। ਸੋ ਐਟਰੀਬਿਊਟ ਇੱਕ ਟੈਗ ਦੀ ਵਿਸ਼ੇਸ਼ਤਾ ਦਰਸਾਉਂਦਾ ਹੈ ਅਤੇ ਐਟਰੀਬਿਊਟ ਦੀ ਵਰਤੋਂ HTML ਟੈਗ ਬਾਰੇ ਵਧੇਰੇ ਜਾਣਕਾਰੀ ਪ੍ਰਦਾਨ ਕਰਨ ਲਈ ਕੀਤੀ ਜਾਂਦੀ ਹੈ। ਸੋ ਐਟਰੀਬਿਊਟ ਐਲੀਮੈਂਟ ਦੇ ਓਪਨਿੰਗ ਟੈਗ ਦਾ ਹਿੱਸਾ ਹੁੰਦਾ ਹੈ ਅਤੇ ਐਟਰੀਬਿਊਟ ਦੀਆਂ ਕਿਸਮਾਂ ਵਰਤੇ ਜਾ ਰਹੇ ਟੈਗ ਤੇ ਨਿਰਭਰ ਕਰਦੀਆਂ ਹਨ, ਜਿਵੇਂ ਕਿ ਉਦਾਹਰਨ ਵਿੱਚ ਪੈਰਾਗ੍ਰਾਫ ਦਾ ਓਪਨਿੰਗ ਟੈਗ ਅਲਾਈਨ ਇਕੁਅਲ ਟੂ ਸੈਂਟਰ। ਸੋ ਓਪਨਿੰਗ ਟੈਗ ਦਾ ਰਾਈਟ ਐਂਗਲ ਬ੍ਰੈਕਟ, ਦਿਸ ਇਜ਼ ਅ ਸੈਂਪਲ ਪੈਰਾਗ੍ਰਾਫ, ਲਾਸਟ ਵਿੱਚ ਅਸੀਂ ਪੈਰਾਗ੍ਰਾਫ ਦਾ ਕਲੋਜ਼ਿੰਗ ਟੈਗ ਲਗਾਇਆ ਹੋਇਆ ਹੈ। ਚੌਥਾ ਪ੍ਰਸ਼ਨ ਹੈ HTML ਵਿੱਚ ਫਾਰਮੈਟਿੰਗ ਲਈ ਵਰਤੇ ਜਾਣ ਵਾਲੇ ਕੋਈ ਵੀ 5 ਟੈਗ ਦੇ ਨਾਂ ਲਿਖੋ।
ਸੋ HTML ਵਿੱਚ ਫਾਰਮੈਟਿੰਗ ਲਈ ਵਰਤੇ ਜਾਣ ਵਾਲੇ ਕੋਈ ਵੀ 5 ਟੈਗ ਦੇ ਨਾਮ ਹੇਠ ਲਿਖੇ ਅਨੁਸਾਰ ਹਨ, ਜਿਸ ਵਿੱਚ ਪਹਿਲਾ ਹੈ ਬੋਲਡ ਟੈਗ, ਦੂਸਰਾ ਇਟੈਲਿਕ ਟੈਗ, ਤੀਸਰਾ ਅੰਡਰਲਾਈਨ ਟੈਗ, ਚੌਥਾ ਸਟ੍ਰਾਈਕ ਥਰੂ ਟੈਗ, ਪੰਜਵਾਂ ਫੌਂਟ ਟੈਗ। ਪੰਜਵਾਂ ਪ੍ਰਸ਼ਨ ਹੈ, ਤੁਸੀਂ HTML ਡਾਕੂਮੈਂਟ ਵਿੱਚ ਟੈਕਸਟ ਅਤੇ ਤਸਵੀਰਾਂ ਨੂੰ ਕਿਵੇਂ ਸਕਰੋਲ ਕਰ ਸਕਦੇ ਹੋ। ਸੋ ਮਾਰਕਿਓ ਟੈਗ ਦੀ ਵਰਤੋਂ ਟੈਕਸਟ ਜਾਂ ਚਿੱਤਰ ਨੂੰ ਖੱਬੇ ਤੋਂ ਸੱਜੇ, ਸੱਜੇ ਤੋਂ ਖੱਬੇ, ਉੱਪਰ ਤੋਂ ਹੇਠਾਂ ਵੱਲ ਜਾਂ ਹੇਠਾਂ ਤੋਂ ਉੱਪਰ ਵੱਲ ਨੂੰ ਮੂਵ ਜਾਂ ਗਤੀਮਾਨ ਕਰਵਾਉਣ ਲਈ ਕੀਤੀ ਜਾਂਦੀ ਹੈ। ਮਾਰਕਿਓ ਟੈਗ ਇੱਕ ਪੇਅਰ ਟੈਗ ਹੈ ਅਤੇ ਇਸ ਨੂੰ ਪਰਿਭਾਸ਼ਿਤ ਕਰਨ ਤੋਂ ਬਾਅਦ ਇਸ ਦਾ ਕਲੋਜ਼ਿੰਗ ਟੈਗ ਵੀ ਲਿਖਣਾ ਪੈਂਦਾ ਹੈ। ਉਦਾਹਰਨ ਦੇ ਲਈ ਮਾਰਕਿਓ ਦਾ ਓਪਨਿੰਗ ਟੈਗ, ਟੈਕਸਟ ਔਰ ਆਬਜੈਕਟ, ਤੇ ਮਾਰਕਿਓ ਦਾ ਕਲੋਜ਼ਿੰਗ ਟੈਗ। ਸੋ ਹੁਣ ਅਸੀਂ ਇਸ ਪਾਠ ਦੇ ਵੱਡੇ ਉੱਤਰ ਵਾਲੇ ਪ੍ਰਸ਼ਨ ਪੜਾਂਗੇ, ਜਿਸ ਵਿੱਚ ਪਹਿਲਾ ਪ੍ਰਸ਼ਨ ਹੈ, ਟੈਗ ਕੀ ਹੁੰਦੇ ਹਨ। HTML ਵਿੱਚ ਵਰਤੇ ਜਾਣ ਵਾਲੇ ਟੈਗ ਦੀਆਂ ਦੋ ਵੱਖ-ਵੱਖ ਕਿਸਮਾਂ ਦਾ ਵਰਣਨ ਕਰੋ। ਸੋ HTML ਇੱਕ ਟੈਗ ਆਧਾਰਿਤ ਭਾਸ਼ਾ ਹੈ ਅਤੇ ਇਹਨਾਂ ਨੂੰ ਐਲੀਮੈਂਟ ਵੀ ਕਿਹਾ ਜਾਂਦਾ ਹੈ, ਜੋ ਕਿ ਪਹਿਲਾਂ ਤੋਂ ਹੀ ਨਿਰਧਾਰਿਤ ਕੀਤੇ ਗਏ ਹੁੰਦੇ ਹਨ। ਟੈਗ ਇੱਕ ਵਿਸ਼ੇਸ਼ ਕਿਸਮ ਦੀਆਂ ਹਦਾਇਤਾਂ ਹੁੰਦੀਆਂ ਹਨ ਜੋ HTML ਡਾਕੂਮੈਂਟ ਵਿੱਚ ਵੈਬ ਪੇਜਾਂ ਨੂੰ ਡਿਜ਼ਾਈਨ ਕਰਨ ਲਈ ਵਰਤੇ ਜਾਂਦੇ ਹਨ। HTML ਦਸਤਾਵੇਜ਼ ਵਿੱਚ ਹਰੇਕ ਓਪਨਿੰਗ ਟੈਗ ਲੈਫਟ ਐਂਗਲ ਬ੍ਰੈਕਟ ਨਾਲ ਸ਼ੁਰੂ ਹੁੰਦਾ ਹੈ ਅਤੇ ਹਰੇਕ ਕਲੋਜ਼ਿੰਗ ਟੈਗ ਰਾਈਟ ਐਂਗਲ ਬ੍ਰੈਕਟ ਨਾਲ ਖਤਮ ਹੁੰਦਾ ਹੈ। ਸੋ ਜੇਕਰ ਟੈਕਸਟ ਨੂੰ ਟੈਗ ਵਿੱਚ ਪਰਿਭਾਸ਼ਿਤ ਨਾ ਕੀਤਾ ਜਾਵੇ ਤਾਂ ਇਹ ਸਧਾਰਨ ਟੈਕਸਟ ਵਾਂਗ ਦਿਖਾਈ ਦਿੰਦਾ ਹੈ। ਸੋ ਟੈਗ ਵੈਬ ਪੇਜ ਨੂੰ ਇਹ ਨਿਰਦੇਸ਼ ਦਿੰਦੇ ਹਨ ਕਿ ਉਹ ਵੈਬ ਪੇਜ ਦੇ ਕੰਟੈਂਟ ਨੂੰ ਕਿਵੇਂ ਫਾਰਮੈਟ ਅਤੇ ਪ੍ਰਦਰਸ਼ਿਤ ਕਰਨਗੇ। ਸੋ HTML ਸਿੰਟੈਕਸ, HTML ਟੈਗ ਦੇ ਤਿੰਨ ਭਾਗ ਹੁੰਦੇ ਹਨ, ਜਿਵੇਂ ਕਿ ਦੇਖ ਪਾ ਰਹੇ, ਟੈਗ ਦਾ ਓਪਨਿੰਗ ਟੈਗ, ਟੈਗ ਦਾ ਕਲੋਜ਼ਿੰਗ ਟੈਗ ਅਤੇ ਕੰਟੈਂਟ। ਸੋ HTML ਟੈਗ ਦੋ ਤਰ੍ਹਾਂ ਦੇ ਹੁੰਦੇ ਹਨ, ਜਿਵੇਂ ਕਿ ਪੇਅਰ ਟੈਗ ਅਤੇ ਅਨਪੇਅਰ ਟੈਗ। ਪਹਿਲਾਂ ਅਸੀਂ ਪੇਅਰ ਟੈਗ ਦੀ ਗੱਲ ਕਰਾਂਗੇ। ਪੇਅਰ ਟੈਗ ਨੂੰ ਕੰਟੇਨਰ ਜਾਂ ਕੰਪੈਨੀਅਨ ਟੈਗ ਵੀ ਕਿਹਾ ਜਾਂਦਾ ਹੈ। ਇਸ ਦੇ ਤਿੰਨ ਭਾਗ ਹੁੰਦੇ ਹਨ। ਪਹਿਲਾ ਓਪਨਿੰਗ ਟੈਗ, ਜੋ ਕਿ ਟੈਗ ਨਾਲ ਸ਼ੁਰੂ ਹੁੰਦਾ ਹੈ। ਦੂਜਾ ਕੰਟੈਂਟ, ਜਿਸ ਉੱਪਰ ਟੈਗ ਦਾ ਪ੍ਰਭਾਵ ਲਾਗੂ ਕਰਨਾ ਹੁੰਦਾ ਹੈ, ਅਤੇ ਤੀਜਾ ਕਲੋਜ਼ਿੰਗ ਟੈਗ, ਜੋ ਕਿ ਫਾਰਵਰਡ ਸਲੈਸ਼ ਟੈਗ ਨਾਲ ਖਤਮ ਹੁੰਦਾ ਹੈ। ਉਦਾਹਰਨ ਦੇ ਲਈ ਯੂ ਇੱਕ ਓਪਨਿੰਗ ਟੈਗ ਹੈ, ਉਸ ਤੋਂ ਬਾਅਦ ਸੈਂਪਲ ਟੈਕਸਟ ਇਸ ਦਾ ਕੰਟੈਂਟ ਹੈ ਅਤੇ ਫਾਰਵਰਡ ਸਲੈਸ਼ ਯੂ ਇਸ ਦਾ ਕਲੋਜ਼ਿੰਗ ਟੈਗ ਹੈ। ਦੂਸਰਾ ਸਾਡੇ ਕੋਲ ਅਨਪੇਅਰ ਟੈਗ। ਅਨਪੇਅਰ ਟੈਗ ਨੂੰ ਸਿੰਗੂਲਰ, ਐਮਪਟੀ ਜਾਂ ਖਾਲੀ ਟੈਗ ਵੀ ਕਹਿੰਦੇ ਹਨ ਅਤੇ ਇਸ ਵਿੱਚ ਕੇਵਲ ਇੱਕ ਓਪਨਿੰਗ ਟੈਗ ਹੀ ਹੁੰਦਾ ਹੈ, ਕਿਉਂਕਿ ਇਸ ਵਿੱਚ ਕੋਈ ਕੰਟੈਂਟ ਜਾਂ ਟੈਕਸਟ ਨਹੀਂ ਹੁੰਦਾ। ਐਮਪਟੀ ਟੈਗ ਦਾ ਕੋਈ ਵੀ ਕਲੋਜ਼ਿੰਗ ਟੈਗ ਨਹੀਂ ਹੁੰਦਾ, ਉਦਾਹਰਨ ਦੇ ਲਈ HR, BR ਟੈਗ ਆਦਿ। ਦੂਸਰਾ ਆਪਰੇਸ਼ਨ ਹੈ, ਤੁਸੀਂ HTML ਡਾਕੂਮੈਂਟ ਵਿੱਚ ਫੌਂਟ ਨਾਲ ਕਿਵੇਂ ਕੰਮ ਕਰੋਗੇ। ਸੋ ਫੌਂਟ ਟੈਕਸਟ ਦੀ ਪਹਿਲਾਂ ਤੋਂ ਪਰਿਭਾਸ਼ਿਤ ਸਟਾਈਲ, ਬਣਤਰ ਅਤੇ ਸਾਈਜ਼ ਨੂੰ ਦਰਸਾਉਂਦਾ ਹੈ, ਜੋ ਕਿ ਵੈਬ ਪੇਜ ਵਿੱਚ ਸਾਡੇ ਡਾਟੇ ਨੂੰ ਫਾਰਮੈਟ ਕਰਨ ਵਿੱਚ ਮਦਦ ਕਰਦਾ ਹੈ। ਸੋ ਫੌਂਟ ਟੈਗ ਦੇ ਚਾਰ ਮੁੱਖ ਐਟਰੀਬਿਊਟ ਹੇਠਾਂ ਦਿੱਤੇ ਗਏ ਹਨ, ਇਸ ਵਿੱਚ ਪਹਿਲਾ ਹੈ ਫੌਂਟ ਸਟਾਈਲ। ਸੋ ਫੌਂਟ ਸਟਾਈਲ ਨੂੰ ਤਿੰਨ ਤਰੀਕਿਆਂ ਨਾਲ ਬਦਲਿਆ ਜਾ ਸਕਦਾ ਹੈ, ਜਿਵੇਂ ਕਿ ਬੋਲਡ, ਇਟੈਲਿਕ ਅਤੇ ਅੰਡਰਲਾਈਨ। ਦੂਸਰਾ ਹੈ ਫੌਂਟ ਫੇਸ। ਸੋ ਫੌਂਟ ਫੇਸ ਰਾਹੀਂ ਅਸੀਂ ਟੈਕਸਟ ਦੇ ਅੱਖਰਾਂ ਨੂੰ ਬਦਲ ਸਕਦੇ ਹਾਂ। ਉਦਾਹਰਨ ਦੇ ਲਈ ਲੈਫਟ ਐਂਗਲ ਬ੍ਰੈਕਟ ਫੌਂਟ ਫੇਸ ਬਰਾਬਰ ਏਰੀਅਲ, ਰਾਈਟ ਐਂਗਲ ਬ੍ਰੈਕਟ ਕੰਪਿਊਟਰ ਸਾਇੰਸ, ਫੌਂਟ ਦਾ ਕਲੋਜ਼ਿੰਗ ਟੈਗ। ਤੀਸਰਾ ਹੈ ਫੌਂਟ ਕਲਰ। ਸੋ ਫੌਂਟ ਕਲਰ ਰਾਹੀਂ ਅਸੀਂ ਟੈਕਸਟ ਦਾ ਰੰਗ ਬਦਲ ਸਕਦੇ ਹਾਂ। ਉਦਾਹਰਨ ਦੇ ਲਈ ਲੈਫਟ ਐਂਗਲ ਬ੍ਰੈਕਟ ਫੌਂਟ ਕਲਰ ਇਕੁਅਲ ਟੂ ਡਬਲ ਕੋਡ ਵਿੱਚ ਰੈਡ, ਰਾਈਟ ਐਂਗਲ ਬ੍ਰੈਕਟ, ਉਸ ਤੋਂ ਬਾਅਦ ਕੰਟੈਂਟ ਲਿਖਿਆ ਸੀ ਕੰਪਿਊਟਰ ਸਾਇੰਸ, ਉਸ ਤੋਂ ਬਾਅਦ ਅਸੀਂ ਫੌਂਟ ਦਾ ਕਲੋਜ਼ਿੰਗ ਟੈਗ ਲਗਾ ਦਿੱਤਾ ਹੈ। ਚੌਥਾ ਹੈ ਫੌਂਟ ਸਾਈਜ਼। ਸੋ ਫੌਂਟ ਸਾਈਜ਼ ਐਟਰੀਬਿਊਟ ਦੀ ਵਰਤੋਂ ਟੈਕਸਟ ਦਾ ਆਕਾਰ ਵਧਾਉਣ ਲਈ ਕੀਤੀ ਜਾਂਦੀ ਹੈ। ਸੋ ਇਸ ਵਿੱਚ 1 ਤੋਂ 7 ਮੁੱਲ ਤੱਕ ਟੈਕਸਟ ਦਾ ਸਾਈਜ਼ ਵਧਾਇਆ ਜਾ ਸਕਦਾ ਹੈ। ਉਦਾਹਰਨ ਦੇ ਲਈ ਫੌਂਟ ਸਾਈਜ਼ ਇਕੁਅਲ ਟੂ 2, ਰਾਈਟ ਐਂਗਲ ਬ੍ਰੈਕਟ ਕੰਪਿਊਟਰ ਸਾਇੰਸ, ਫੌਂਟ ਦਾ ਕਲੋਜ਼ਿੰਗ ਟੈਗ। ਤੀਸਰਾ ਪ੍ਰਸ਼ਨ ਹੈ, HTML ਡਾਕੂਮੈਂਟ ਦੇ ਬੋਡੀ ਟੈਗ ਦਾ ਵਰਣਨ ਕਰੋ। ਤੁਸੀਂ ਇਸ ਨੂੰ ਕਿਸ ਤਰ੍ਹਾਂ ਫਾਰਮੈਟ ਕਰੋਗੇ। ਸੋ HTML ਡਾਕੂਮੈਂਟ ਦੀ ਬੋਡੀ ਨੂੰ ਫਾਰਮੈਟ ਕਰਨ ਲਈ ਬੋਡੀ ਟੈਗ ਦੇ ਐਟਰੀਬਿਊਟ ਦੀ ਵਰਤੋਂ ਕੀਤੀ ਜਾਂਦੀ ਹੈ। ਇਹਨਾਂ ਐਟਰੀਬਿਊਟ ਰਾਹੀਂ ਅਸੀਂ ਟੈਕਸਟ ਦਾ ਰੰਗ ਅਤੇ ਬੈਕਗ੍ਰਾਉਂਡ ਕਲਰ ਦੋਨੋਂ ਬਦਲ ਸਕਦੇ ਹਾਂ। ਸੋ ਬੈਕਗ੍ਰਾਉਂਡ ਉੱਪਰ ਇੱਕ ਤਸਵੀਰ ਵੀ ਸੈੱਟ ਕਰ ਸਕਦੇ ਹਾਂ। ਆਓ ਹੁਣ ਅਸੀਂ ਬੋਡੀ ਟੈਗ ਦੇ ਕੁਝ ਮੁੱਖ ਐਟਰੀਬਿਊਟ ਰਾਹੀਂ ਫਾਰਮੈਟ ਕਰਨ ਬਾਰੇ ਜਾਣੀਏ, ਜਿਸ ਵਿੱਚ ਪਹਿਲਾ ਹੈ ਬੈਕਗ੍ਰਾਉਂਡ। ਸੋ ਬੈਕਗ੍ਰਾਉਂਡ ਐਟਰੀਬਿਊਟ ਰਾਹੀਂ ਅਸੀਂ ਆਪਣੇ HTML ਦਸਤਾਵੇਜ਼ ਦੀ ਬੈਕਗ੍ਰਾਉਂਡ ਉੱਪਰ ਕੋਈ ਤਸਵੀਰ, ਉਸ ਦਾ ਪੂਰਾ URL ਲਿਖ ਕੇ ਸੈੱਟ ਕਰ ਸਕਦੇ ਹਾਂ। ਦੂਸਰਾ ਹੈ ਬੀਜੀ ਕਲਰ। ਸੋ ਬੀਜੀ ਕਲਰ ਐਟਰੀਬਿਊਟ ਰਾਹੀਂ ਅਸੀਂ ਆਪਣੇ HTML ਦਸਤਾਵੇਜ਼ ਦੀ ਬੈਕਗ੍ਰਾਉਂਡ ਦਾ ਰੰਗ ਨਿਰਧਾਰਿਤ ਕਰ ਸਕਦੇ ਹਾਂ। ਤੀਸਰਾ ਲਿੰਕ। ਸੋ ਲਿੰਕ ਐਟਰੀਬਿਊਟ ਰਾਹੀਂ ਅਸੀਂ ਆਪਣੇ HTML ਦਸਤਾਵੇਜ਼ ਦੇ ਅਨਵਿਜ਼ਿਟਡ ਲਿੰਕ ਦਾ ਰੰਗ ਬਦਲ ਸਕਦੇ ਹਾਂ। ਚੌਥਾ ਹੈ ਟੈਕਸਟ। ਸੋ ਟੈਕਸਟ ਐਟਰੀਬਿਊਟ ਰਾਹੀਂ ਅਸੀਂ
HTML ਦਸਤਾਵੇਜ਼ ਦੇ ਟੈਕਸਟ ਦਾ ਰੰਗ ਬਦਲ ਸਕਦੇ ਹਾਂ। ਸੋ ਬੱਚਿਓ, ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਅਤੇ ਤੁਸੀਂ ਮੇਰੇ ਚੈਨਲ ਤੋਂ ਹਜੇ ਵੀ ਨਵੇਂ ਹੋ ਅਤੇ ਤੁਸੀਂ ਮੇਰੇ ਚੈਨਲ ਨੂੰ ਹਜੇ ਤੱਕ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਇਸ ਵੀਡੀਓ ਨੂੰ ਆਪਣੇ ਫਰੈਂਡ ਜਾਂ ਦੋਸਤਾਂ ਦੇ ਨਾਲ ਸ਼ੇਅਰ ਕਰਨਾ ਨਾ ਭੁੱਲਿਓ ਤਾਂ ਕਿ ਤੁਹਾਨੂੰ ਇਸੇ ਤਰ੍ਹਾਂ ਦੇ ਨਾਲ ਹੋਰ ਵੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ। ਧੰਨਵਾਦ।